श्लोक महला पहला। नानक मेल शरीर का एक रथ एक रथवा। नानक मेर शरीर का, नानक कहता है मेर शरीर है। मेर शरीर का अर्थ करते हैं आखिरी शरीर है उच्चा, सब तो उच्ची पौड़ी है यह। पौड़ी कह लो चाहे चोटी कह लो, घाटी कह लो, इदों वध शरीर हुण शरीर तो नहीं मिलना। इदों मनुख तो उपर कोई शरीर नहीं है। मुर्खा जन्म तो उपर कोई जन्म नहीं, थले सारे है। इस करके सारे नालों उच्चा, जिवें सुमेर पर्वत नूं सारे नालों उच्चा मंदिर ने श्रृंखला दे विच, ये सब तो उच्चा अवस्था का शरीर है। इस शरीर विच आदमी की जिहड़ी अवस्था होंदी है, बुद्धि की बौद्धिक लैवल सब तो उच्चा होंदा। ਇਹਦੇ ਵਿੱਚ ਇੱਕ ਰਥ ਹੈ, ਇੱਕ ਰਥਵਾ ਹੈ। ਰਥਵਾ ਕੌਣ ਹੈ, ਰਥ ਕੌਣ? ਰਥਵਾ ਰਥ ਨੂੰ ਹੱਕਣ ਵਾਲਾ ਹੁੰਦਾ। ਰਥਵਾ ਤਾਂ ਉਹੀ ਹੈ ਨਾ ਜਿਹੜਾ ਰਥ ਦੇ ਉੱਤੇ ਬੈਠਾ ਹੈ, ਡਰਾਈਵ ਕਰਦਾ। ਰਥ ਕੌਣ ਹੈ? ਸਾਡੇ ਤਾਂ ਰਥ ਕਹਿੰਦੇ ਨੇ, ਅਸੀਂ ਮੰਨਦੇ ਹਾਂ ਜਿਹੜਾ ਉਹ ਲੱਕੜ ਦਾ ਆ, ਉਹਦਾ ਹੀ ਬਣਿਆ ਹੋਇਆ। ਨਹੀਂ ਉਹਦੇ ਨਾਲ ਬੌਲਦ ਵੀ ਨਾਲ ਹੁੰਦੇ। ਰਥਵਾ ਭਾਵੇਂ ਡਰਾਈਵਰ ਹੈ ਉੱਤੇ ਬੈਠਾ, ਪਰ ਰਥ ਬੌਲਦ ਵੀ ਤਾਂ ਹੈਗੇ ਨੇ ਨਾਲ। ਰਥ ਆਪੇ ਥੋੜ੍ਹੀ ਚੱਲਦਾ, ਬੌਲਦਾਂ ਨਾਲ ਸਣੇ ਬੌਲਦ ਰਥ ਉਹ। ਹੁਣ ਬੌਲਦਾਂ ਦੇ ਵਿੱਚ ਚੇਤਨ ਕੰਮ ਕਰਦਾ, ਆਤਮਾ ਕੰਮ ਕਰਦੀ ਹੈ। ਰਥ ਦਾ ਹਿੱਸਾ ਨੇ ਬੌਲਦ। ਇਵੇਂ ਜਿਹੜੇ ਆਤਮਾ ਹੈ ਰਥ ਦਾ ਹਿੱਸਾ ਹੈ। ਰਥਵਾ ਰਥ ਦੇ ਤਾਂ ਕਿਤੇ ਨਹੀਂ ਬੰਨਿਆ ਹੋਇਆ ਉਹਨੇ, ਬਲਦਾਂ ਨੇ ਰਥ ਨੂੰ ਜ਼ਰੂਰ ਪਾਇਆ ਹੈ ਰਸਾ। ਚੇਤਨ ਬਲਦ ਨੇ, ਬਲਦ ਰਥ ਨਾਲ ਬੰਨੇ ਹੋਏ ਨੇ, ਇਸ ਕਰਕੇ ਨਿਕਲ ਨਾ ਜਾਣ। ਪਾਸੇ ਨੂੰ ਜੋਤ ਪਾਏ ਹੋਏ ਨੇ। ਜਿਵੇਂ ਰਾਧਾ ਰਥਵਾ ਹੈ, ਇਸ ਤਰੀਕੇ ਇਹ ਸਰੀਰ ਹੈ। ਇੱਕ ਡਰਾਈਵਰ ਹੈ ਜਿਹਦੇ ਵਿੱਚ ਜਿਹਨੇ ਆਤਮਾ ਦੇ ਨੱਥ ਪਾਈ ਹੋਈ ਹੈ। ਇੱਕ ਆਤਮਾ ਹੈ ਇਹਦੇ ਵਿੱਚ ਜਿਹੜੀ ਸਰੀਰ ਨੂੰ ਚਲਾਉਂਦੀ ਹੈ, ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ, ਜਿਹਦੀ ਵਜ੍ਹਾ ਨਾਲ ਸਰੀਰ ਦਾ ਜੀਵਨ ਹੈ। ਕੱਲ ਜਿੰਨਾ ਜਿਹੜਾ ਜੀਵਨ ਹੈ ਸਰੀਰ ਚੱਲਦਾ, ਬਾਅਦ ਤਾਂ ਚੱਲਣਾ ਨਹੀਂ। ਜਗ ਜੀਵਨ ਹੈ, ਉਹਨਾਂ ਚਿਰ ਚੱਲਦਾ। ਰਥ ਉਹਨਾਂ ਚਿਰ ਚੱਲਦਾ ਹੈ ਜਿੰਨਾ ਚਿਰ ਇਹਦੇ ਵਿੱਚ ਜੀਵਨ ਹੈ, ਆਤਮਾ ਹੈ। ਆਤਮਾ ਉਹਨਾਂ ਚਿਰ ਹੀ ਹੈ ਇਹਦੇ ਵਿੱਚ ਜਿੰਨਾ ਚਿਰ ਅੰਦਰ ਰਥਵਾ ਹੈ ਨਾ, ਉਹਦੀ ਮਰਜ਼ੀ ਹੈ। ਜਿੱਥੇ ਮਰਜ਼ੀ ਰਥ ਨੂੰ ਰੋਕ ਦੇਵੇ ਉਹ ਜਿਹੜਾ ਰਥਵਾ ਹੈ। ਬੌਲਦਾਂ ਦੀ ਮਰਜ਼ੀ ਨਹੀਂ ਚੱਲਣੀ, ਬੌਲਦ ਦੇ ਕਦਮ ਨਹੀਂ ਅੱਗੇ ਜਾ ਸਕਦੇ। ਜਿੱਥੇ ਰਥਵਾ ਨੇ ਕਹਿਤਾ ਨਾ ਖਿਚਲੇ ਰਸੇ, ਉਹਨੇ ਕਿਹਾ ਵੀ ਉੱਥੇ ਤੱਕ ਜਾਣਾ, ਰਾਤ ਛੱਡ ਦੇਣਾ ਵੇਲਾ। ਹੁਣ ਮਰਜ਼ੀ ਸਾਰੀ ਰਥਵਾ ਦੀ ਹੈ, ਨਾ ਬਲਦਾਂ ਦੀ ਮਰਜ਼ੀ ਹੈ, ਨਾ ਰਥ ਦੀ ਮਰਜ਼ੀ, ਨਾ ਆਤਮਾ ਦੀ ਮਰਜ਼ੀ ਹੈ, ਨਾ ਸਰੀਰ ਦੀ ਮਰਜ਼ੀ। ਮਰਜ਼ੀ ਰਥਵਾ ਦੀ। ਹੁਣ ਰਥਵਾ ਦੀ ਵੀ ਮਰਜ਼ੀ ਆਪਣੀ ਨਹੀਂ ਹੈ। ਰਥਵਾ ਵੀ ਹੁਕਮੀ ਬੰਦਾ, ਹਾਂ ਜੰਮਣ ਮਰਨਾ ਹੁਕਮ। ਆਖਰ ਜਾ ਕੇ ਹੁਕਮ ਤੇ ਗੱਲ ਖੜਦੀ ਹੈ। ਫਿਰ ਆਖੇ ਮੈਂ ਹੁਕਮੀ ਬੰਦਾ, ਫਿਰ ਤਾਂ ਕਹਿੰਦਾ ਮੈਂ ਹੁਕਮੀ ਬੰਦਾ। ਮੇਰਾ ਤਾਂ ਕੋਈ ਮੇਰੇ ਵੱਸ ਦੀ ਗੱਲ ਨਹੀਂ। ਮੈਨੂੰ ਹੁਕਮ ਹੈ ਇੰਨੇ ਸਾਹ ਲੈਣ ਦਾ। ਜਦੋਂ ਮੈਨੂੰ ਕਹਿਤਾ ਸਾਹ ਬੰਦ ਕਰ ਦੇ, ਮੈਂ ਉਦੋਂ ਬੰਦ ਕਰਦਾ। ਉਹਦੇ ਕੋਈ ਸ਼ਕਤੀ ਹੁੰਦੀ ਹੋਈ ਹੈ, ਤੇਲ ਉਹਦਾ ਵੀ ਮੁੱਕ ਜਾਣਾ। ਇਹ ਨਕਸ਼ਾ ਹੈ, ਇੱਕ ਰਥ ਇੱਕ ਰਥਵਾ। जुग जुग फेर वटाइया ज्ञानी बूझे ता है। ਹੁਣ ਜੁਗ ਜੁਗ ਕੇ ਰਥ ਵਟਿਆ ਜਾਂਦਾ ਹੈ, ਵਟਦਾ ਹੈ। ਆ ਜਿਹੜਾ ਸਰੀਰ ਦਾ ਰਥ ਹੈ ਕਿਸੇ ਯੁੱਗ 'ਚ ਵਟਿਆ ਹੋਇਆ ਨਹੀਂ ਹੈ। ਜਿਹੜੇ ਇਹਨਾਂ ਦੇ ਯੁੱਗ, ਦੁਆਪਰ 'ਚ ਵੀ ਇਹੀ ਰਥ ਸੀਗਾ, ਕ੍ਰਿਸ਼ਨ ਸੀ ਜਦ ਇਹੀ ਸਰੀਰ ਸੀ ਇਹੋ ਜਿਹੀ। ਤ੍ਰੇਤੇ 'ਚ ਵੀ ਇਹੋ ਜਿਹੀ ਸਰੀਰ ਸੀ, ਰਾਮਚੰਦਰ ਦਾ ਵੀ ਇਹੋ ਜਿਹਾ ਸਰੀਰ ਸੀ। ਸਤ ਯੁੱਗ ਦੇ ਵਿੱਚ ਵੀ ਇਹੋ ਜਿਹੇ ਸਰੀਰ ਸੀ। ਤੇ ਜੁਗ ਜੁਗ ਵਟਾਈਏ ਕਾਤੇ ਲਿਖਿਆ? ਇਹਦਾ ਮਤਲਬ ਯੁੱਗਾਂ ਦੇ ਵਿੱਚ ਗੜਬੜ ਹੈ। ਕੋਈ ਗੜਬੜ ਕਿੱਥੇ ਹੈ?
ਗੜਬੜ ਇੱਥੇ ਹੈ, ਰਾਤਾ ਉਹੀ ਰਹਿੰਦਾ ਹੈ, ਐਵੇਂ ਚੱਲਦਾ ਹੈ ਹਮੇਸ਼ਾ ਹੀ, ਚਾਹੇ ਦੁਆਪਰ ਸੀ, ਚਾਹੇ ਤ੍ਰੇਤਾ ਸੀ, ਚਾਹੇ ਸਤਯੁਗ ਸੀ, ਚਾਹੇ ਕਲਯੁਗ ਹੈ। ਇਹ 'ਚ ਨਹੀਂ ਫਰਕ ਪਿਆ ਕਦੇ ਵੀ। ਇਹ ਜਿਹੇ ਸਰੀਰ ਸੀ, ਇਵੇਂ ਹੀ ਚੱਲਦੇ ਸੀ, ਇਹੀ ਖਾਣ ਪੀਣ ਸੀ, ਇਵੇਂ ਸਾਹ ਆਉਂਦੇ ਸੀ ਸਾਰਿਆਂ ਨੂੰ, ਇਵੇਂ ਹੀ ਜੰਮੇ ਨੇ, ਇਵੇਂ ਹੀ ਮਰੇ ਨੇ। ਉਹ ਕਹਿੰਦੇ ਜੁਗ ਜੁਗ ਫੇਰ ਵਟਾਈਏ। ਇਹ ਕੀ ਗੜਬੜ ਹੋ ਗਈ? ਬਹੁਤ ਵੱਡੀ ਗੜਬੜ ਹੈ, ਤੇ ਬਹੁਤ ਵੱਡੀ ਗੜਬੜ ਹੈ। ਰਾਜਾ ਪ੍ਰੀਸ਼ਦ ਦੇ ਜ਼ਮਾਨੇ 'ਚ ਕਲਯੁਗ ਆਇਆ ਮੰਨਦੇ ਨੇ, ਇਹਨਾਂ ਦੀ ਜੇ ਗੱਲ ਮੰਨੀਏ ਤਾਂ ਪ੍ਰੀਸ਼ਦ ਪਹਿਲਾਂ ਦੁਆਪਰ 'ਚ ਹੈ, ਫਿਰ ਪ੍ਰੀਸ਼ਦ ਦੇ ਕਲਯੁਗ ਆਇਆ, ਫਿਰ ਕਲਯੁਗ 'ਚ ਆ ਗਿਆ। ਉਹਦਾ ਤਾਂ ਰਥ ਫਿਰ ਉਹੀ ਹੈ, ਵਟਾਇਆ ਤਾਂ ਹੈ ਨਾ ਰਥ। ਪਹਿਲਾਂ ਰਾਮਚੰਦਰ ਹੈ, ਚਲੋ ਰਾਮਚੰਦਰ ਨਾ ਸੇ ਮਦੋਦਰੀ ਹੈ, ਮਦੋਦਰੀ ਤਾਂ ਤ੍ਰੇਤੇ 'ਚ ਹੈ ਨਾ, ਮਦੋਦਰੀ ਦੁਆਪਰ 'ਚ ਵੀ ਜਿਉਂਦੀ ਹੈ। ਰਾਤਾ ਉਹਦਾ ਫਿਰ ਉਹੀ ਹੈ, ਵਟਿਆ ਤਾਂ ਹੈ ਨਾ, ਸਰੀਰ ਤਾਂ ਉਹੀ ਹੈ। ਮਦੋਦਰੀ ਸੱਦਿਆ ਨਾ ਭੀਮ, ਉਹ ਮੈਂ ਯੋਧਾ ਦੇਖਣਾ, ਮਦੋਦਰੀ ਦਾ ਉਹੀ ਹੈ, ਸਰੀਰ ਉਹੀ ਹੈ, ਉਹਦਾ ਕਿੱਥੇ ਵਟਿਆ ਹੈ? ਤ੍ਰੇਤੇ ਜਾਂ ਦੁਆਪਰ 'ਚ ਆ ਗਈ, ਸਰੀਰ ਕਿਉਂ ਨਹੀਂ ਵਟਿਆ ਉਹਦਾ, ਰਥ ਕਿਉਂ ਨਹੀਂ ਵਟਿਆ? ਫਿਰ ਮਾਰਕੰਡਾ ਚਾਰੇ ਯੁੱਗ ਦੀ ਆਯੂ ਹੈ, ਉਹਦਾ ਰਥ ਵਟਿਆ, ਸਰੀਰ ਉਹੀ ਹੈ। ਫਿਰ ਜਿਹੜੇ ਇਹਨਾਂ ਦੇ ਉਹ ਹਨੂਮਾਨ ਹੈ, ਹੋਰ ਨੇ ਜਤੀ ਨੇ, 7 ਕਿੰਨੇ ਜਿਹੜੇ ਮੁਕਤ, ਜਿਹੜੇ ਮਰੇ ਹੀ ਨਹੀਂ, ਉਹਨਾਂ ਦਾ ਸਰੀਰ ਵਟਿਆ। ਸਰੀਰ ਵਟਣ ਨੂੰ ਤਾਂ ਮਰਨਾ ਮੰਨਦੇ ਨੇ। ਆਖਿਰ ਗੱਲ ਕੀ ਹੈ, ਭੇਦ ਕੀ ਹੈ? ਹੁਣ ਗੱਲ ਬੜੀ ਬਹੁਤ ਬੜੀ ਬੁਝਾਰਤ ਹੋ ਗਈ ਹੈ, ਗੱਲ ਤਾਂ ਬੁੱਝਣ ਵਾਲੀ ਹੋ ਗਈ ਹੈ। ਜੁਗ ਜੁਗ ਫੇਰ ਵਟਾਈਏ ਦਾ ਮਤਲਬ ਕੀ ਹੋਇਆ? ਔਰ ਬੁੱਝੂਗਾ ਕੌਣ ਇਹਨੂੰ? ਬੁਝਾਰਤ ਨੂੰ ਗਿਆਨੀ। ਗਿਆਨੀ ਬੁੱਝਦਾ, ਬੁੱਝੂਗਾ ਕੌਣ? ਨਾ ਹਿੰਦੂ ਬੁੱਝ ਸਕਦਾ, ਨਾ ਮੁਸਲਮਾਨ ਬੁੱਝ ਸਕਦਾ। ਕਿਉਂ ਨਹੀਂ ਬੁੱਝ ਸਕਦੇ ਹੋ? ਹਿੰਦੂ ਨਾ ਤੁਰਕੂ ਕਾਣਾ ਦੋਹਾਂ ਤੋਂ ਗਿਆਨੀ ਸਿਆਣਾ। ਸਿਆਣਾ ਉਹ ਜਿਹੜਾ ਬੁੱਝ ਲੂ, ਜਿਹੜਾ ਨਹੀਂ ਬੁੱਝਦਾ ਉਹ ਕੌਣ ਹੈ? ਉਹ ਅਗਿਆਨੀ ਹੈ। ਅਗਿਆਨੀ ਮਤਹੀਣ ਹੁੰਦਾ, ਅਗਿਆਨੀ ਮਤਹੀਣ ਹੈ। ਅਗਿਆਨੀ ਹੁੰਦਾ ਹੀ ਮਤਹੀਣ ਹੈ। ਅਸਲ ਦੇ ਵਿੱਚ ਜਿਹੜੇ ਯੁੱਗ ਨੇ ਇਹਨਾਂ ਨੇ ਬਣਾਏ, ਇਹ ਯੁੱਗ ਹੁੰਦੇ ਹੀ ਨਹੀਂ। ਗੱਲ ਇਹ ਹੈ, ਯੁੱਗ ਕੀ ਹੁੰਦੇ ਨੇ? ਯੁੱਗ ਹੁੰਦੇ ਨੇ ਅੰਦਰ ਆਤਮਾ ਦੀ ਅਵਸਥਾ। ਆਤਮਕ ਅਵਸਥਾ ਕੀ ਹੈ? ਆਤਮਾ 3 ਲੋਕ 'ਚ ਰਹਿੰਦੀ ਹੈ। ਕਿਹੜੇ ਘਰ 'ਚ ਹੈ ਆਤਮਾ? ਸਤਿਯੁਗ ਕਦੇ ਵੀ ਸੰਸਾਰ 'ਚ ਨਹੀਂ ਹੋ ਸਕਦਾ। ਸਤਿਯੁਗ ਦੇ ਵਿੱਚ ਆਦਮੀ ਦੀ ਦੇਹ ਨਹੀਂ ਹੁੰਦੀ, ਹੋ ਸਕਦੀ। ਜੇ ਸਤਿਯੁਗ ਹੈ, ਸੱਚ ਦਾ ਹੀ ਯੁੱਗ ਹੈ, ਸੱਚ ਦਾ ਹੀ ਯੁੱਗ ਹੈ, ਤਾਂ ਉਹਦੇ ਵਿੱਚ ਝੂਠ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ। ਝੂਠ ਦਾ ਨਾਮੋ ਨਿਸ਼ਾਨ ਕੀ ਹੈ? ਉਹ 'ਚ ਮਾਇਆ ਨਹੀਂ ਹੋਣੀ ਚਾਹੀਦੀ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰੇ ਨਹੀਂ ਚਾਹੀਦਾ ਉਦੋਂ ਦਾ ਸਤਿਯੁਗ। ਜੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਹੈ, ਫਿਰ ਉਹ ਸਤਿਯੁਗ ਨਹੀਂ ਹੈ। ਜੋ ਉੱਥੇ ਵੀ ਝੂਠ ਦਾ ਹੀ ਪਹਿਰਾ ਹੈ, ਸਤਿਯੁਗ ਕਾਹਦਾ ਹੋਇਆ? ਇਹਨਾਂ ਦੇ ਸਤਿਯੁਗ ਦੇ ਵਿੱਚ ਵੱਡੇ ਵੱਡੇ ਰਾਖਸ਼ ਹੋਏ ਨੇ, ਬੜੇ ਬੜੇ ਸ਼ਕਤੀਸ਼ਾਲੀ ਰਾਖਸ਼ ਹੋਏ ਨੇ, ਭਗਤ ਵੀ ਹੋਏ ਨੇ। ਧਰੂ ਪ੍ਰਹਲਾਦ ਨੂੰ ਸਤਿਯੁਗ ਦੇ ਭਗਤ ਮੰਨਦੇ ਨੇ। ਧਰੂ ਪ੍ਰਹਲਾਦ ਦੇ ਜਿਹੜਾ ਬਾਪ ਹੈ ਪ੍ਰਹਲਾਦ ਦਾ, ਚਲੋ ਧਰੂ ਦਾ ਨਾਂ ਸਹੀ, ਉਹ ਤਾਂ ਬਹੁਤ ਵੱਡਾ ਰਾਖਸ਼ ਹੈ। ਤੇ ਸਤਿਯੁਗ ਕਿੱਥੇ? ਉੱਥੇ ਸਤਿਯੁਗ ਕਿੱਥੇ? ਉੱਥੇ ਸਤਿਯੁਗ ਹੈ। ਉਦੋਂ ਚੰਗਾ ਦਾ ਸਤਿਯੁਗ ਹੋਣਾ। ਉਹ ਦੁਆਪਰ ਨਾਲ ਚੰਗਾ ਯੁੱਗ ਤਾਂ ਹੋਣਾ। ਦੁਆਪਰ ਜਨਾਨੀ ਵੇਚਤੀ, ਉਹਨੇ ਜੂਏ 'ਚ ਹਾਰਤੀ, ਜੇਲ੍ਹ ਨਹੀਂ ਕੀਤੀ ਕਿਸੇ ਨੇ। ਹੁਣ ਤਾਂ ਸਰਕਾਰ ਫੜ ਕੇ ਮੁਕੱਦਮਾ ਚਲਾ ਦੇਵੇ। ਉਹ ਯੁੱਗ ਸੀ। ਇਹ ਸਭ ਪਖੰਡ ਹੈ ਇਹਨਾਂ ਦਾ, ਕੁਛ ਵੀ ਨਹੀਂ।
ਉਹ ਜੂਆ ਖੇਡਦੇ ਨੇ ਜੁਹਾਰੀ ਆਦਮੀ ਨੇ, ਤੁਸੀਂ ਇਹਨੂੰ ਧਰਮਰਾਜ ਕਹਿੰਦੇ ਹੋ। ਹੁਣ ਜੁਹਾਰੀ ਨੂੰ ਕੌਣ ਪੁੱਛਦਾ? ਉਹ ਜੁਹਾਰੀ ਖਾਤਰ ਜੇਲ੍ਹ ਹੈ ਜੂਆ ਖੇਡਦੇ ਖਾਤਰ। ਉਹ ਰਾਜੇ ਜੂਏ ਖੇਡਦੇ ਨੇ ਉਦੋਂ। ਤੁਸੀਂ ਕਹਿੰਦੇ ਵਧੀਆ ਯੁੱਗ ਆ। ਇਹਦਾ ਮਤਲਬ ਪਬਲਿਕ ਦਾ ਜਿਹੜਾ ਗਿਆਨ ਹੈ ਬਹੁਤ ਥੱਲੇ ਸੀ ਉਦੋਂ। ਨਿਰਾ ਹੀ ਝੂਠ ਮੰਨਣ ਵਾਲੀ ਪਬਲਿਕ ਸੀ, ਗਿਆਨਵਾਨ ਨਹੀਂ ਸੀ। ਜੋ ਕਹਿ ਦੋ ਮੰਨ ਲੈਂਦੇ ਸੀ। ਤੇ ਹੁਣ ਤਾਂ ਪਬਲਿਕ ਦਾ ਬਹੁਤ ਜ਼ਿਆਦਾ ਹੋ ਗਿਆ। ਜਦੋਂ ਪਬਲਿਕ ਗਿਆਨਵਾਨ ਹੁੰਦੀ ਹੈ ਉਦੋਂ ਸੱਚਯੁਗ ਹੁੰਦਾ ਨੇੜੇ। ਜਦੋਂ ਪਬਲਿਕ ਬੇਵਕੂਫ ਹੋਵੇ ਉਦੋਂ ਸੱਚ ਕਿੱਥੇ ਨੇੜੇ ਹੁੰਦਾ। ਸੱਚ ਦੀ ਤਾਂ ਪਛਾਣ ਹੀ ਨਹੀਂ ਹੁੰਦੀ ਪਬਲਿਕ ਨੂੰ। ਸੱਚਯੁਗ ਕਦ ਹੁੰਦਾ? ਜਦ ਰਚਨਾ ਨਹੀਂ ਹੁੰਦੀ ਉਦੋਂ ਸੱਚ ਹੁੰਦਾ, ਸੱਚਯੁਗ ਹੁੰਦਾ। ਰਚਨਾ ਨਹੀਂ ਹੁੰਦੀ, ਕੱਲਾ ਸੱਚ ਹੁੰਦਾ। ਜੇ ਸਤਯੁਗ ਵੀ ਮਾਇਆ 'ਚ ਮੰਨ ਲਈਏ ਫਿਰ ਯੁੱਗ 5 ਹੁੰਦੇ ਨੇ, 4 ਨਹੀਂ ਰਹਿਣੇ। ਫਿਰ ਬਸ ਆਈ ਪੁਆਇੰਟ ਡਿਸਕਸ ਹੋ ਇੰਨਾ ਹੀ ਅੱਜ। 5 ਕਿਵੇਂ ਹੁੰਦੇ ਨੇ? ਕੋਈ 4 ਯੁੱਗ ਤਾਂ ਮਾਇਆ 'ਚ ਹੋਏ ਗਏ ਇਹਨਾਂ ਮੁਤਾਬਕ। ਆਪਾਂ ਮੰਨ ਲੈਂਦੇ, ਆਪਾਂ ਇਹਨਾਂ ਦੀ ਗੱਲ ਸੱਚ ਮੰਨਾਂਗੇ। ਆਪਾਂ ਉਹ ਅੱਖਾਂ ਵਿੱਚ ਕਹਿੰਦੀ ਕੱਟਣੀ ਕੋਈ ਗੱਲ, ਦਲੀਲ ਨਾਲ ਕੱਟਣੀ ਹੈ। ਜਿਓਮੈਟਰੀ ਦੇ ਵਿੱਚ ਉਹਦਾ ਮੰਨ ਲਓ ਇਹਨਾਂ ਦੀ ਗੱਲ ਠੀਕ ਹੈ, ਮੰਨ ਲਈ। ਕੀ ਫਰਕ ਪੈਂਦਾ ਸਾਨੂੰ? ਕੀ ਪੋਸੀਬਲ ਹੈ? ਜੇ ਇਹਨਾਂ ਦੇ ਚਾਰੇ ਯੁੱਗ ਮਾਇਆ 'ਚ ਨੇ ਤਾਂ ਯੁੱਗ 5 ਬਣਨਗੇ। ਜਦੋਂ ਰਚਨਾ ਨਹੀਂ ਹੁੰਦੀ ਮਹਾਂਪਰਲੇ ਦੇ ਬਾਅਦ ਉਹ ਯੁੱਗ ਕਿਹੜਾ? ਫਿਰ ਉਹਦਾ ਨਾਮ ਦੱਸਣ ਕੀ ਹੈ? ਮਹਾਂਪਰਲੇ ਦੇ ਬਾਅਦ ਵੀ ਦੱਸੋ ਉਹ ਯੁੱਗ ਕਿਹੜਾ? ਫਿਰ ਉਹਦਾ ਨਾਮ ਕੀ ਹੈ? ਜਦ ਅਰਬਤ ਨਰਬਤ ਤੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਚੰਦ ਨਾ ਸੂਰਜ ਪੌਣ ਨਾ ਪਾਣੀ, ਸੁਨ ਸਮਾਧ ਲਗਾਇਆ ਦਾ, ਉਹ ਯੁੱਗ ਕਿਹੜਾ ਹੈ? ਉਹਦਾ ਨਾਮ ਦੱਸੋ ਫਿਰ ਕੀ? ਸੋ ਜੋਤ ਤਾਂ ਹੈਗੀ ਹੈ ਨਾ, ਜੋਤ ਤਾਂ ਹੈਗੀ ਹੈ ਨਾ। ਦਸਮ ਪਾਤਸ਼ਾਹ ਕਹਿੰਦੇ ਆਦ ਅੰਤ ਇੱਕ ਹੈ ਅਵਤਾਰਾ, ਆਦ ਅੰਤ ਹੈ ਸ੍ਰਿਸ਼ਟੀ ਦਾ। ਸੋਈ ਗੁਰੂ ਸਮਝਿਓ ਹਮਾਰਾ ਗੁਰੂ ਉਹਦਾ ਹੁੰਦਾ ਹੈ, ਆਦ ਅੰਤ ਨਹੀਂ, ਸ੍ਰਿਸ਼ਟੀ ਨਹੀਂ ਹੁੰਦੀ। या जब उद करख करा करतारा, प्रजा धरत ता देह अपारा, जब आ करख करत हो कबहू, तुम में मिलत देह धर सब हो। जब देह और धरतियां तेरे च मिल जांदियां ने, तू तां हुन्ना ना, हुक्म तां तू तां हुन्ना। उदों किहड़ा युग है? अरबां खरबां साल तक जदों रचना नहीं हुंदी, ਉਹ ਸਮੇਂ ਦਾ ਨਾਂ ਕੀ ਹੈ? ਉਹ ਨਾਂ ਦੱਸੋ। ਉਹ ਪੰਜਵਾਂ ਸਮਾਂ ਹੋ ਗਿਆ, 5 ਕਾਲ ਹੋ ਗਏ, ਫਿਰ 4 ਨਾ ਰਹੇ। ਕਾਲੇ 4 ਬੰਦੇ ਨੇ, 1 ਪੁਆਇੰਟ। ਦੂਜਾ ਪੁਆਇੰਟ, ਮਾਇਆ 'ਚ ਕਾਲ ਹਮੇਸ਼ਾ ਹੁੰਦੇ ਹੀ 3 ਨੇ, ਭੂਤ ਭਵਿੱਖਤ ਵਰਤਮਾਨ। 3 ਕਾਲ। ਚੌਥਾ ਕਾਲ ਕਿੱਥੇ ਹੁੰਦਾ? ਚੌਥਾ ਕਾਲ ਕਿਹੜਾ ਹੁੰਦਾ ਮਾਇਆ 'ਚ? ਮਾਇਆ 'ਚ ਕਾਲ ਹੀ 3 ਨੇ। ਯੁੱਗ ਦਾ ਮਤਲਬ ਕਾਲ ਹੀ ਹੁੰਦਾ ਨਾ, ਸਮਾਂ। 3 ਕਾਲ ਹੁੰਦੇ ਨੇ, ਭੂਤ ਭਵਿੱਖਤ ਵਰਤਮਾਨ। ਚੌਥਾ ਹੁੰਦਾ ਹੀ ਨਹੀਂ। ਚੌਥਾ ਯੁੱਗ ਕੀ ਹੈ? ਚੌਥਾ ਆਦ ਸੱਚ। ਉਹਦੇ ਨਾਲ ਯੁੱਗ ਹੀ ਨਹੀਂ ਲੱਗਿਆ। ਆਦ ਵਿੱਚ ਕੀ ਹੈ? ਸੱਚ। ਯੁੱਗ ਹੈ ਹੀ ਨਹੀਂ ਉੱਥੇ, ਯੁੱਗ ਤੇ ਬਾਹਰ ਹੈ। ਯੁੱਗ ਆਦ ਸੱਚ, ਯੁੱਗ ਸ਼ੁਰੂ ਹੋ ਗਿਆ, ਮਾਇਆ ਸ਼ੁਰੂ ਹੋ ਗਈ। ਯੁੱਗ ਤਾਂ ਦੂਏ ਨੰਬਰ ਤੇ ਸ਼ੁਰੂ ਹੁੰਦਾ। ਯੁੱਗ ਆਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਯੁੱਗ 3 ਨੇ, ਚੌਥਾ ਦਾ ਆਦ ਸੱਚ ਹੈ। ਯੁੱਗ ਦੇ 3 ਪਾਰਟ ਨੇ। ਯੁੱਗ ਆਦ ਸੱਚ ਹੈ ਵੀ ਸੱਚ, ਹੁਣ ਵੀ ਸੱਚ, ਨਾਨਕ ਹੋਸੀ ਵੀ ਸੱਚ। 3 ਕਾਲ ਨੇ ਮਾਇਆ ਦੇ ਵਿੱਚ। 3 ਉਹ ਲੋਕ ਨੇ, 3 ਭਵਨ ਨੇ। 3 ਭਵਨ, 1 ਜੋਤੀ। 1 ਜੋਤੀ। ਇਹ ਜੋਤੀ 3 ਭਵਨਾਂ 'ਚ ਰਹਿੰਦੀ ਹੈ। 3 ਭਵਨਾਂ ਜਿੰਨਾ ਚਿਰ ਰਹਿੰਦੀ ਆ, ਉਹ ਇਹਦੇ ਯੁੱਗ ਨੇ, ਸਮੇਂ ਨੇ। ਗਰਭ 'ਚ ਕਿੰਨਾ ਚਿਰ ਰਹਿੰਦੀ ਹੈ? ਵੱਖਰੇ ਵੱਖਰੇ ਦਾਣੇ ਨੇ। ਦਾਣਾ ਕਿੰਨਾ, ਜਿੰਨਾ ਜਿਹੜਾ ਬੀਜ ਹੈ, ਜਿਣਸ ਹੈ ਉਹ ਗਰਭ ਹੈ।
ਤ੍ਰੇਤੇ 'ਚ ਕਿੰਨਾ ਚੱਲ ਰਹਿੰਦੀ ਹੈ। ਤ੍ਰੇਤਾ ਕੀ ਹੈ? ਜਦੋਂ ਇਹਦੇ ਕੋਲ ਸਰੀਰ ਕੋਈ ਵੀ ਨਹੀਂ ਨਾ, ਉਹ ਤ੍ਰੇਤਾ ਹੈਗਾ। ਉਹ ਤ੍ਰੇਤਾ ਜਦੋਂ ਗਰਭ 'ਚ ਹੈ, ਉਦੋਂ ਦੁਆਪਰ ਹੈ। ਜਦੋਂ ਕਲਪਨਾ ਕਰਦਾ ਸ਼ੁਰੂ ਹੋ ਜਾਂਦੀ ਹੈ, ਜਨਮ ਹੁੰਦਾ ਕੋਲ ਜੋ। ਇਹ ਤਿੰਨ ਯੁੱਗ ਨੇ, ਇਹਦਾ ਵਿਸਤਾਰ ਕੱਲ੍ਹ ਨੂੰ ਕਰਾਂਗੇ। ਸਤਜੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹ। ਸਤਯੁਗ ਰਥ ਸੰਤੋਖ ਕਾ। ਸਤਯੁਗ ਦੇ ਵਿੱਚ ਸੰਤੋਖ ਦਾ ਰਥ ਹੁੰਦਾ ਹੈ। ਜਦੋਂ ਸੰਤੋਖੀ ਹੁੰਦਾ ਮਨ, ਉਦੋਂ ਮਾਇਆ ਦੀ ਭੁੱਖ ਨਹੀਂ ਹੁੰਦੀ। ਜੇ ਮਾਇਆ ਦੀ ਇਹ ਭੁੱਖ ਨਹੀਂ, ਫਿਰ ਇਹ ਮੁਕਤ ਹੈ। ਜੇ ਇਹ ਮੁਕਤ ਹੈ ਮਨ, ਫਿਰ ਮਾਇਆ ਹੋਵੇ ਨਾ ਹੋਵੇ ਇਹਦੇ ਤੇ ਕੋਈ ਅਸਰ ਨਹੀਂ। ਸਾਰਿਆਂ ਵਾਸਤੇ ਹੀ ਸਤਿਯੁਗ ਦੇ ਵਿੱਚ ਸਾਰੇ ਜੀਵਾਂ ਵਾਸਤੇ, ਸਾਰੇ ਜੀਵ ਸੰਤੋਖੀ ਹੁੰਦੇ ਨੇ। ਜੇ ਸਾਰੇ ਜੀਵ ਸੰਤੋਖੀ ਹੁੰਦੇ ਨੇ, ਰਚਨਾ ਹੁੰਦੀ ਹੋਈ ਨਹੀਂ, ਮਾਇਆ ਹੁੰਦੀ ਹੋਈ ਨਹੀਂ, ਸਾਰੇ ਮੁਕਤ ਨੇ। ਫਿਰ ਦਾ ਮਤਲਬ ਸਾਰੇ ਹੀ ਮੁਕਤ ਨੇ। ਫਿਰ ਰਥਵਾਹ ਕੌਣ ਹੈ ਕਿ ਯਾਨੀ ਚਲਦੀ ਕਿਹਦੀ ਹੈ, ਵਿਚਾਰਧਾਰਾ ਕਿਹਦੀ ਮਗਰ ਜਾਂਦੇ ਨੇ, ਡਰਾਈਵ ਕੌਣ ਕਰਦਾ ਹੈ? ਧਰਮਰਾਜ। ਧਰਮ ਕੀ ਹੁੰਦਾ? ਧਰਮ ਸੱਚ। ਬੋਲੀਏ ਸੱਚ ਧਰਮ। ਸੱਚ ਅਗਵਾਈ ਕਰਦਾ, ਮਨ ਸੰਤੋਖੀ ਹੈ। ਹੁਣ ਅਸੀਂ ਸਤ ਸੰਤੋਖ ਦੀ ਅਵਸਥਾ ਪ੍ਰਾਪਤ ਕਰਨੀ ਹੈ। ਸੰਤੋਖ ਟੁੱਟ ਗਿਆ ਸਾਡਾ। ਜਿਹੜਾ ਤਗ ਨਾ ਇੰਦਰੀ ਤਗ ਨਾ ਨਾਰੀ ਹੈ ਨਾ, ਉਹ ਸੰਤੋਖ ਟੁੱਟਿਆ ਹੋਇਆ। ਸੰਤੋਖ ਟੁੱਟ ਗਿਆ, ਰਚਨਾ ਹੈ। ਜੇ ਸੰਤੋਖ ਹੈਗਾ, ਰਚਨਾ ਖਤਮ। ਜਿਹੜਾ ਸੰਤੋਖੀ ਹੋ ਗਿਆ, ਉਹਦੇ ਵਾਸਤੇ ਸ੍ਰਿਸ਼ਟੀ ਹੈ ਨਹੀਂ, ਉਹ ਮੁਕਤ ਹੈ। ਜੇ ਸਾਰੇ ਜੀਵ ਸੰਤੋਖੀ ਨੇ, ਰਚਨਾ ਉਸ ਦਾ ਮਤਲਬ ਰਚਨਾ ਉਸ ਵੇਲੇ ਹੈ ਨਹੀਂ। ਸਾਰੇ ਹੀ ਸੱਚਖੰਡ ਦੇ ਵਾਸੀ ਨੇ। ਦੁਨੀਆ ਨਾਮ ਦੀ ਕੋਈ ਚੀਜ਼ ਨਹੀਂ ਹੈ, ਮਾਇਆ ਨਾਮ ਦੀ ਕੋਈ ਚੀਜ਼ ਨਹੀਂ ਹੈ, ਮੋਹ ਨਾਮ ਦੀ ਕੋਈ ਚੀਜ਼ ਨਹੀਂ ਹੈ, ਅਗਿਆਨਤਾ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ, ਕੁਛ ਨਹੀਂ। ਸੰਤੋਖ ਵੀ ਗਿਆਨ ਹੈ। ਗਿਆਨ ਕਾ ਬੱਧਾ ਗਿਆਨ ਹੈ। ਸੰਤੋਖ ਚਾਨਣ ਹੈ। ਚਾਨਣ ਦੇ ਬਿਨਾ ਮਾਇਆ ਤੋਂ ਮਨ ਮੁੜ ਨਹੀਂ ਸਕਦਾ। ਜਦ ਚਾਨਣ ਹੈ, ਅਗਿਆਨਤਾ ਹੈ ਹੀ ਨਹੀਂ, ਭਰਮ ਹੈ ਹੀ ਨਹੀਂ। ਭਰਮ ਦੇ ਵਿੱਚੋਂ ਹੀ ਵਿਕਾਰਾਂ ਦਾ ਜਨਮ ਹੁੰਦਾ। ਉਹਦੇ 50 ਵਿਕਾਰਾਂ ਦਾ ਜਨਮ ਭਰਮ ਚੋਂ ਪੈਦਾ ਹੁੰਦਾ। ਔਰ ਭਰਮੇ ਭੂਲਾ ਦੇ ਦਸਤਾਵੇ, ਭਰਮ ਕਰਕੇ ਹੀ ਵਾਰ-ਵਾਰ ਜਨਮ ਹੁੰਦਾ। ਨਾ ਕੋਈ ਜੰਮਦਾ, ਨਾ ਕੋਈ ਮਰਦਾ, ਭਰਮ ਹੈ ਨਹੀਂ। ਜਾਂ ਭਰਮ ਪੈਦਾ ਹੋਊ, ਦੇਖੀ ਜਾਊ। ਹੁਣ ਇਸ ਵਕਤ ਸਤਿਯੁਗ 'ਚ ਭਰਮ ਨਹੀਂ ਹੁੰਦਾ ਕਿਸੇ ਨੂੰ। ਸਤਿਯੁਗ ਦੇ ਵਿੱਚ ਸੱਤ ਕਹਿਣ ਦੀ ਸਮਰੱਥਾ ਸਾਰਿਆਂ 'ਚ ਹੁੰਦੀ ਹੈ। ਹੁਣ ਅਸੀਂ ਸੱਚ ਨਹੀਂ ਬੋਲ ਸਕਦੇ। ਸੰਸਾਰ ਸਭ ਝੂਠ ਬੋਲਦਾ। ਜਿਹੜੇ ਸੰਸਾਰੀ ਜੀਵ ਨੇ ਨਾ, ਅਸੀਂ ਸਾਰੇ ਸੰਸਾਰੀ ਹਾਂ। ਅਸੀਂ ਸੱਚ ਬੋਲਣਾ ਤਾਂ ਸਿੱਖਣਾ ਹੈ। ਗੁਰਬਾਣੀ ਸੱਚ ਬੋਲਣਾ ਹੀ ਸਿਖਾਉਂਦੀ ਹੈ। ਝੂਠ ਨਹੀਂ ਬੋਲਦੇ ਹਾਂ। ਸੰਸਾਰ ਝੂਠ ਬੋਲਿਆ ਜਾ ਸਕਦਾ, ਸੱਚ ਨਹੀਂ ਬੋਲਿਆ ਜਾ ਸਕਦਾ। ਸੱਚ ਤਾਂ ਜਦ ਬੋਲਦਾ, ਜਦ ਬੁਲਾਇਆ ਬੋਲਦਾ, ਫਿਰ ਸੱਚ ਬੋਲਦਾ। ਉਹ ਤੋਂ ਪਹਿਲਾਂ ਬੋਲ ਹੀ ਨਹੀਂ ਸਕਦਾ ਕੋਈ ਸੱਚ। ਖੋਜ ਚੱਲਦੀ ਰਹਿੰਦੀ ਹੈ ਸੱਚ ਦੀ ਸੰਸਾਰ 'ਚ, ਪਰ ਸੱਚ ਪੱਲੇ ਪੈਂਦਾ ਕਿਸੇ ਪੱਲੇ ਦੇ। ਸੰਤੋਖ ਦੇ ਬਿਨਾਂ ਸੱਚ ਪੱਲੇ ਹੀ ਨਹੀਂ ਪੈ ਸਕਦਾ। ਜਿੰਨਾ ਚਿਰ ਸੰਤੋਖ ਨਹੀਂ ਨਾ ਹੈ, ਸੱਚ ਨਹੀਂ ਪੱਲੇ ਪੈ ਸਕਦਾ। ਸੰਤੋਖ ਦੇ ਬਿਨਾਂ ਸੱਚ ਨਹੀਂ ਪੱਲੇ ਪੈ ਸਕਦਾ। ਸੱਚ ਮਿਲਿਆ, ਸੰਤੋਖੀ। ਜੇ ਸੰਤੋਖੀ ਹੈ, ਸੱਚ ਹੈਗਾ ਉਹਦੇ ਕੋਲ। ਜੇ ਸੰਤੋਖੀ ਹੈ ਨਹੀਂ, ਸੱਚ ਹੈ। ਜੇ ਸੰਤੋਖੀ ਹੈ ਨਹੀਂ, ਫਿਰ ਕੋਲ ਕੀ ਹੈ ਉਹਦੇ? ਕੋਲ ਨੇ ਉਹਦੇ ਵਿਕਾਰ। ਹੋਰ ਕੋਲ ਕੁਝ ਨਹੀਂ ਹੈ ਉਹਦੇ। ਮਾਇਆ ਨਹੀਂ ਉਹਦੇ ਕੋਲ ਹੈ, ਮਾਇਆ ਵੀ ਬਾਹਰ ਹੈ। ਕੋਲ ਕੁਝ ਨਹੀਂ, ਕੋਲ ਅਗਿਆਨਤਾ ਹੈ, ਕੋਲ ਭਰਮ ਹੈ।
ਕੋਲ ਮੋਹ ਹੈ, ਕੋਲ ਕ੍ਰੋਧ ਹੈ, ਕੋਲ ਲੋਭ ਹੈ, ਕੋਲ ਤ੍ਰਿਸ਼ਨਾ, ਕੋਲ ਆਸਾ, ਕੋਲ ਬੈਰ ਹੈ, ਕੋਲ ਵਿਰੋਧ। ਇਹ ਗੱਲਾਂ ਕੋਲ ਨੇ ਉਹਦੇ, ਹੋਰ ਕੁਛ ਨਹੀਂ ਉਹਦੇ ਕੋਲ ਹੈ। ਇਹ ਦੱਸੋ ਕੀ ਹੈ ਉਹਦੇ ਕੋਲ? ਇੱਥੇ ਹੀ ਮਰ ਜਵੇ ਨਾਲ ਲੈ ਕੇ ਜਾਂਦਾ ਕੁਛ। ਜੀਵਾਤਮਾ ਕੋਲ ਕੁਛ ਨਹੀਂ ਹੈ। ਬਾਹਰ ਜਿਹੜਾ ਪਿਆ ਉਹਨੂੰ ਮੰਨਦਾ ਵੀ ਮੇਰਾ, ਮੰਨੇ ਜੋ ਮਰਜੀ, ਕੋਲ ਕੁਛ ਨਹੀਂ ਹੈ ਉਹਦੇ। ਜਾਂ ਤਾਂ ਕੋਲ ਗੁਣ ਨੇ, ਜਾਂ ਕੋਲ ਔਗਣ ਨੇ। ਜੇ ਔਗਣ ਛੱਡਦੇ ਗੁਣ ਪੱਲੇ ਪੈ ਗਏ, ਜੇ ਗੁਣ ਛੱਡਦੇ ਔਗਣ ਪੱਲੇ ਪੈ ਗਏ। ਆਹੀ ਇਹਦੇ ਕੋਲ ਰਹਿੰਦਾ, ਬਾਕੀ ਇਹਦੇ ਕੋਲ ਕੁਛ ਨਹੀਂ ਰਹਿੰਦਾ। ਬਾਕੀ ਸਭ ਭਰਮ, ਬਾਕੀ ਕੋਲ ਹੋਣ ਦਾ ਭਰਮ। ਜੇ ਗੁਣ ਨੇ ਤਾਂ ਨਾਮ ਪੱਲੇ ਹੈ। ਨਾਮ ਕੀ ਪੱਲੇ ਹੈ? ਰੋਸ਼ਨੀ ਪੱਲੇ ਹੈ। ਨਾਮ ਦੀਵਾ ਹੀ ਹੈ। ਗਿਆਨ ਪੱਲੇ ਹੈ। ਭਰਮ ਦਾ ਨਾਸ਼ ਕਰਨ ਵਾਲਾ ਗਿਆਨ ਪੱਲੇ ਹੈ। ਗੁਰ ਪ੍ਰਸਾਦ ਭਰਮ ਕਾ ਨਾਸ਼। ਜੇ ਉਹ ਦੀਵਾ ਬੁਝ ਗਿਆ ਤਾਂ ਫਿਰ ਹਨੇਰਾ ਪੱਲੇ ਹੈ। ਦੀਵਾ ਬੜੇ ਅੰਧੇਰਾ ਜਾਏ, ਅੰਧੇਰਾ ਜਾਏ। ਜੇ ਦੀਵਾ ਬਲ ਪਿਆ ਹਨੇਰਾ ਚਲਾ ਗਿਆ, ਜੇ ਦੀਵਾ ਬੁਝਿਆ ਹੋਇਆ ਤਾਂ ਹਨੇਰਾ ਹੈਗਾ। ਦੋ ਹੀ ਚੀਜ਼ਾਂ ਪੱਲੇ ਨੇ, ਹੋਰ ਕੁਛ ਵੀ ਪੱਲੇ ਨਹੀਂ ਇਹਦੇ ਹੁੰਦਾ। ਕਦੇ ਵੀ ਨਹੀਂ ਹੁੰਦਾ ਇਹਦੇ ਪੱਲੇ ਕੁਛ ਵੀ। ਬਾਕੀ ਇਹਦੇ ਪੱਲੇ ਜੋ ਹੈ ਮੇਰਾ ਮੇਰਾ, ਉਹ ਭਰਮ। जब मेरी मेरी छुट जाए तब प्रभ काज सवारे। जो मेरी मेरी छड़ दिता है, ਇਹਦਾ मतलब ਇਹਨੂੰ समझ आ गई, ਇਹਨੂੰ अकल आ गई, ज्ञान हो गया। फिर गाहां ज्ञान ਵਧਣ ਲੱਗ ਜਾਂਦਾ। प्रभ काज सवारे आए, फिर ਅੱਗੇ ज्ञान ਲੈਣ ਲੱਗਦਾ। फिर काज सिमरता चला ਜਾਂਦਾ। ਸਤਿਯੁਗ ਦੇ ਵਿੱਚ ਮਨ ਜਿਹੜਾ ਸੰਤੋਖੀ ਹੁੰਦਾ। ਜੇ ਮਨ ਸੰਤੋਖੀ ਹੁੰਦਾ ਤਾਂ ਸੱਚ ਕਹਿਣ ਦੀ ਸਮਰੱਥਾ ਵੀ, ਸੱਚ ਨੂੰ ਪਛਾਣਨ ਦੀ, ਸੱਚ ਨੂੰ ਜਾਣਨ ਦੀ ਇਹ ਸਮਰੱਥਾ ਹੁੰਦੀ। ਝੂਠ ਛੱਡਦਾ ਹੀ ਜਾਂਦਾ ਹੈ ਜਾਂ ਸੱਚ ਨੂੰ ਜਾਣ ਲੈਂਦਾ ਹੈ। ਸੱਚ ਨੂੰ ਜਾਂ ਪਛਾਣ ਆ ਜਾਂਦੀ ਹੈ ਨਾ, ਫਿਰ ਝੂਠ ਛੱਡ ਦਿੰਦਾ। ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰ। ਹੀਰਾ ਕੀ ਸੀ? ਹੀਰਾ ਸੱਚ। ਹੀਰਾ ਸੱਚ ਸੀ ਨਾ। ਕਹਿੰਦਾ ਹੀਰਾ ਹੱਥ ਜਿਹੜੇ ਨਿਰਮੋਲਕ, ਜਦੋਂ ਮੇਰੇ ਅਮੋਲਕ ਹੀਰਾ ਸੱਚ ਹੱਥ ਲੱਗ ਗਿਆ, ਉੱਥੇ ਤੱਕ ਮੇਰਾ ਹੱਥ ਪਹੁੰਚ ਗਿਆ, ਮੇਰੀ ਸੁਰਤ ਪਹੁੰਚ ਗਈ। ਸ਼ਬਦ ਨਾਲ ਸੁਰਤ ਜਦ ਮਿਲ ਗਈ, ਸੰਸਾਰ ਛੁੱਟ ਗਿਆ। ਛੁੱਟ ਗਈ ਸੰਸਾਰ। ਸੰਸਾਰੀ ਤਾਂ ਛੁੱਟਦੀ ਹੈ ਜੇ ਸੰਸਾਰ ਤੋਂ ਜ਼ਿਆਦਾ ਕੀਮਤੀ ਕੋਈ ਚੀਜ਼ ਪ੍ਰਾਪਤ ਹੋ ਜਾਂਦੀ। ਜ਼ਿਆਦਾ ਕੋਈ ਹੁਣ ਕੋਈ ਆਦਮੀ ਜਾਂਦਾ ਖਜ਼ਾਨੇ 'ਚ, ਕਿਸੇ ਦੇ ਘਰ, ਕਿਸੇ ਰਾਜੇ ਦੇ ਮਹਿਲਾਂ 'ਚ ਵੜ ਜਾਂਦਾ ਜਾ ਕੇ, ਉਹ ਇੱਕ ਅਲਮਾਰੀ ਤੋੜਦਾ, ਉਹਦੇ 'ਚ ਮੋਹਰਾਂ ਨੇ, ਚਾਂਦੀ ਦੇ ਰੁਪਈਏ ਨੇ। ਜਾਂ ਕਮਰਾ ਖੋਲ੍ਹਦਾ, ਚਾਂਦੀ ਦੇ ਰੁਪਈਏ ਨੇ, ਥੈਲੀਆਂ ਭਰੀਆਂ ਹੋਈਆਂ। ਉਹ ਉਹਦੇ ਨਾਲ ਆਪਣਾ ਬੋਝ ਜਿੰਨਾ ਹੈਗਾ ਬੰਨ ਹੁੰਦਾ ਤੇ ਬੰਨ ਲੈਂਦਾ। ਮੈਂ ਇੰਨਾ ਚੱਕ ਲੂੰਗਾ। ਦੋ ਆਦਮੀ ਨੇ ਆਪਣੇ ਜੋਗਾ ਬੰਨ ਲੈਂਦੇ ਨੇ, ਪਰ ਇੱਕ ਹੋਰ ਖੋਲ੍ਹਦੇ ਨੇ, ਉਹ 'ਚ ਮੋਹਰਾਂ ਨੇ। ਫਿਰ ਉਹ ਡੋਲ ਕੇ ਉਹ ਮੋਹਰਾਂ ਚੱਕ ਲੈਂਦੇ ਨੇ, ਕਿਉਂਕਿ ਵੀ ਜ਼ਿਆਦਾ ਬਣ ਗਈ। ਕਹਿੰਦਾ ਹੁਣ ਛੱਡੋ ਇਹਨੂੰ, ਰੁਪਈਆਂ ਨੂੰ, ਚਾਂਦੀ ਦਾ ਕੀ ਕਰਨਾ ਆਪਾਂ ਨੇ, ਸੋਨੇ ਦੀਆਂ ਮੋਹਰਾਂ ਚੱਕਦੇ ਆ। ਫਿਰ ਉਹ ਤੀਆ ਕਮਰਾ ਖੋਲ੍ਹ ਲੈਂਦੇ ਨੇ, ਉਹ 'ਚ ਹੀਰੇ ਪਏ ਨੇ, ਫਿਰ ਮੋਹਰਾਂ ਵੀ ਡੋਲ ਲੈਂਦੇ ਨੇ। ਉਹ ਵੀ ਇਹਨਾਂ ਦਾ ਕੀ ਕਰਾਂਗੇ, ਆਹ ਹੀਰੇ ਚੱਕੋ। ਬਸ ਇਹੋ ਜਿਹੀ ਗੱਲ ਹੈ। ਜਦੋਂ ਕੋਈ ਕੀਮਤੀ ਚੀਜ਼ ਮਿਲਦੀ ਹੈ, ਫਿਰ ਘੱਟ ਕੀਮਤੀ ਆਪੇ ਹੀ ਛੱਡ ਦਿੰਦਾ। ਸਾਈਕਲ ਕਾਹਦੇ ਛੁੱਟ ਗਏ? ਸਕੂਟਰ ਮਿਲ ਗਏ, ਸਾਈਕਲ ਆਪੇ ਛੁੱਟ ਗਏ। ਨਵਾਂ ਸਾਈਕਲ ਮਿਲ ਗਿਆ, ਪੁਰਾਣੇ ਨੂੰ ਆਪੇ ਨਹੀਂ ਜੀ ਕਰਦਾ ਚਲਾਉਣ ਨੂੰ। ਕਹਿੰਦਾ ਹੁਣ ਪੁਰਾਣਾ ਹੱਥ ਨਹੀਂ ਲੱਗਦਾ, ਹੱਥ ਨਹੀਂ ਲੱਗਦਾ ਹੀ ਕਹਿੰਦਾ। ਐਂ ਨਹੀਂ ਕਹਿੰਦਾ ਵੀ ਜੇ ਨਵਾਂ ਵੀ ਸਾਈਕਲ ਹੋਵੇ, ਸਕੂਟਰ ਚੱਲਣ ਲੱਗ ਜਾਵੇ, ਕਹਿੰਦਾ ਮੋਟਰਸਾਈਕਲ ਤਾਂ ਚੱਲਦਾ ਹੀ ਨਹੀਂ। ਇਹ ਨਹੀਂ ਕਹਿੰਦਾ ਵੀ ਵੇਚਤੀ ਹੈ, ਸਾਈਕਲ 'ਤੇ ਬੈਠਣਾ ਬੇਇੱਜ਼ਤੀ ਮਹਿਸੂਸ ਕਰਦਾ ਨਹੀਂ ਜੀ। ਕਹਿੰਦਾ ਹੁਣ ਤਾਂ ਚੱਲਦਾ ਹੀ ਨਹੀਂ ਸਾਈਕਲ, ਹੈਂਡਲ ਹੀ ਨਹੀਂ ਸਾਂਭ ਹੁੰਦਾ। ਜਿਉਂ ਜਿਉਂ ਆਦਮੀ ਨੂੰ ਚੰਗਾ ਕੁਛ ਮਿਲਦਾ ਜਾਂਦਾ ਹੈ, ਤਿਉਂ ਤਿਉਂ ਮਾੜਾ ਜਿਹੜਾ ਉਹ ਸਮਝਦਾ ਜਿਹਨੂੰ ਮਾੜਾ ਛੱਡਦਾ ਚਲਾ ਜਾਂਦਾ। ਇਹ ਮੈਂ ਨਾਮ ਦੀ ਗੱਲ ਹੈ। ਜਿਹੜਾ ਸੰਸਾਰ ਦਾ ਗਿਆਨ ਹੈ, ਪੜ੍ਹਨ ਵਾਲਾ ਵੀ ਗਿਆਨ ਹੈ, ਸਿਮਰਤ ਸ਼ਾਸਤਰਾਂ ਵਾਲਾ ਵੀ ਗਿਆਨ ਹੈ। ਲੋਕ ਕਥਾਵਾਂ ਕਰਦੇ ਨੇ, ਪਰ ਜਦੋਂ ਇਹ ਗਿਆਨ ਮਿਲ ਜਾਂਦਾ ਨਾ,
ਦੇਖੋ ਕਬੀਰ ਕੋਲ ਗਿਆਨ ਹੈ, ਕਿੱਡਾ ਬੜਾ ਬੀਚਕ ਲਿਖਿਆ ਹੋਇਆ ਉਹਨੇ ਗ੍ਰੰਥ, ਹੁਣ ਵੀ ਲੋਕ ਪੜ੍ਹਦੇ ਨੇ ਉਹਨੂੰ। ਬਹੁਤ ਬੜਾ ਕਵੀ ਸੀ ਕਬੀਰ। ਪਰ ਜਦ ਉਹਨੂੰ ਇਹ ਗਿਆਨ ਮਿਲਿਆ ਦੂਜਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਰਜਾ ਹੈ, ਆਪਣੇ ਦਰਜਾ ਹੈ ਬਾਣੀ, ਉਹ ਛੱਡ ਦਿੱਤਾ। ਉਹ ਛੱਡੇ ਨਹੀਂ ਦਿੱਤਾ, ਪਛਤਾਵਾ ਵੀ ਕੀਤਾ। ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ। ਜਿਹੜਾ ਸ਼ਿਵਪੁਰੀ 'ਚ ਬੈਠ ਕੇ ਸ਼ਿਵਪੁਰੀ ਦੇ ਗਿਆਨ ਦੇ ਅਨੁਸਾਰ ਜਿਹੜੀ ਕਵਿਤਾ ਲਿਖੀ ਉਹਨੇ, ਉਹ ਕਹਿੰਦਾ ਮੈਂ ਤਾਂ ਜਨਮ ਹੀ ਖਰਾਬ ਕੀਤਾ ਉਹਨਾਂ ਚਿਰ। ਉਹ ਘਟੀਆ ਸੀ ਗਿਆਨ। ਤਾਂ ਉਹ ਕਹਿੰਦਾ ਹੀਰਾ ਹੱਥ, ਦੇਖੋ ਹੱਡ ਬੀਤੀ ਹੈ ਕਬੀਰ ਦੀ। ਇਹ ਗਿਆਨ ਸੀ ਉਹਦੇ ਕੋਲ ਪਹਿਲਾਂ ਵੀ, ਜਿਹੜੀ ਮਾਲਾ ਫੇਰਦਾ ਸੀ। ਹੀਰਾ ਹੱਥ ਜਿਹੜੇ ਉਹ ਨਿਰਮੋਲਕ ਹੱਡ ਬੀਤੀ ਸੁਣਾ ਰਿਹਾ। ਜਦੋਂ ਮੇਰੇ ਆਹ ਹੀਰਾ ਨਿਰਮੋਲਕ ਹੱਥ ਛੱਡ ਗਿਆ, ਉਹ ਸੰਸਾਰੀ ਗਿਆਨ ਛੱਡ ਦਿੱਤਾ, ਮੈਂ ਛੁੱਟ ਗਈ ਸੰਸਾਰੀ ਗਿਆਨ ਛੱਡ। ਸੱਚ ਬੋਲਣ ਦੀ ਸਮਰੱਥਾ ਸੰਸਾਰੀ ਆਦਮੀ ਵਿੱਚ ਨਹੀਂ ਹੁੰਦੀ। ਅਸੀਂ ਕਹਿੰਦੇ ਹਾਂ ਜਿਹਨੂੰ ਮਾਂ-ਬਾਪ, ਉਹ ਮਾਂ-ਬਾਪ ਨਹੀਂ ਹੈਗੇ। ਗੁਰਬਾਣੀ ਤਾਂ ਹੀ ਰੱਦ ਕਰਦੀ ਹੈ। ਸਾਡੀ ਭਾਸ਼ਾ ਹੀ ਝੂਠੀ ਹੈ, ਕਿਉਂਕਿ ਜੋ ਕੁਝ ਦੀਦਾ ਸਭ ਝੂਠ ਹੈ। ਪਿੱਛੇ ਅਸੀਂ ਪੜ੍ਹਿਆ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਜੋ ਅੱਖ ਨੂੰ ਦੀਦਾ ਸਭ ਝੂਠ ਹੈ। ਜੋ ਅੱਖ ਨੂੰ ਦੀਦਾ ਉਹਦੇ ਆਧਾਰ ਤੇ ਸਾਡੀ ਬੋਲੀ ਹੈ। ਬੋਲੀ ਵੀ ਸਾਡੀ ਕੀ ਹੈ? ਜਿਹੜਾ ਸਾਨੂੰ ਦੀਦਾ ਹੈ ਉਹ ਸਾਡਾ ਬਾਪ ਹੈ। ਹੁਣ ਨਾ ਤਾਂ ਆਤਮਾ ਕਰਕੇ ਉਹ ਬਾਪ ਹੈ, ਨਾ ਸਰੀਰ ਕਰਕੇ ਬਾਪ ਹੈ। ਕਿਹਦਾ? ਜਿਹੜਾ ਬੋਲਦਾ ਉਹਦਾ। ਬੋਲਦਾ ਕੁਝ ਹੋਰ ਹੈ, ਜਿਹੜਾ ਸਰੀਰ 'ਚ ਬੋਲਦਾ ਕੌਣ ਹੈ? ਉਹ ਆਤਮਾ ਹੈ। ਆਤਮਾ ਤੋਂ ਆਤਮਾ ਪੈਦਾ ਨਹੀਂ ਹੋ ਸਕਦੀ। ਇੱਕ ਆਤਮਾ ਤੋਂ ਦੋ ਹੀ ਆਤਮਾ ਨਹੀਂ ਪੈਦਾ ਹੋ ਸਕਦੀ। ਪ੍ਰਾਤਮਾ ਚੋਂ ਆਤਮਾ ਪੈਦਾ ਹੋ ਸਕਦੀ ਹੈ। ਪ੍ਰਾਤਮਾ ਸਭ ਦੀ ਅੰਦਰ ਹੈ, ਆਪਣੀ ਆਪਣੀ ਵੱਖਰੀ ਹੈ। ਜਿਹਨੂੰ ਗੁਰ ਕਿਹਾ ਹੋਇਆ, ਮੈਂ ਆਪਣਾ ਗੁਰ ਪੂਛ ਦੇਖਿਆ। ਆਪਣਾ ਗੁਰ, ਸਾਬਕਾ ਬਾਪ, ਸਾਬਕਾ ਬਾਪ, ਆਪਣਾ ਵੱਖਰਾ ਵੱਖਰਾ ਬਾਪ ਹੈ ਸਭ ਦਾ। ਜਿੱਥੋਂ ਮਨ ਦਾ ਜਨਮ ਹੁੰਦਾ ਹੈ, ਜਿਹੜਾ ਸਾਡਾ ਮੂਲ ਹੈ, ਮੂਲ ਆਪਣਾ ਮੂਲ ਪਛਾਣ। ਆਪਣਾ ਮੂਲ ਕਾਹਦੇ ਕਿਹਾ? ਮਨ ਤੂੰ ਜੋਤ ਸਰੂਪ ਹੈ ਆਪਣਾ, ਕਿਉਂਕਿ ਤੇਰਾ ਆਪਣਾ ਵੱਖਰਾ ਹੈ, ਸਾਰਿਆਂ ਦਾ ਆਪਣਾ ਆਪਣਾ ਵੱਖਰਾ ਮੂਲ। ਜਿਹੜਾ ਮੂਲ ਹੁੰਦਾ ਕਿਸੇ ਦਰਖਤ ਦਾ, ਉਸ ਤੋਂ ਬਾਅਦ ਇਹ ਦਰਖਤ ਉੱਤੇ ਫੁੱਟਦਾ ਨਾ, ਤੇ ਦਰਖਤ ਦਾ ਹਰੇਕ ਦਾ ਆਪਣਾ ਆਪਣਾ ਮੂਲ ਵੱਖਰਾ ਹੁੰਦਾ। ਆਪਣਾ ਮੂਲ ਪਛਾਣ। ਉਹੀ ਮੈਂ ਆਪਣਾ ਗੁਰ ਪੂਛ ਦੇਖਿਆ। ਗੁਰਬਾਣੀ ਦਾ ਜਿਹੜਾ ਹੈ ਨਾ ਨਿਸ਼ਾਨਾ, ਟਾਰਗੇਟ, ਉਹ ਸਿਰਫ ਜੋਤ ਤੇ ਟਿਕਿਆ ਹੋਇਆ। ਜਾਣੋ ਜੋਤ ਨਾ ਪੁੱਛੋ ਜਾਤੀ। ਗੁਰਬਾਣੀ ਨੇ ਜੋਤ ਕੀ ਹੈ ਇਹ ਪੜ੍ਹਾ ਰਹੀ ਹੈ। ਗੁਰਬਾਣੀ ਸਮਝਾ ਰਹੀ ਹੈ, ਕਹਿ ਲਓ। ਪੜ੍ਹਾਉਣਾ ਸਮਝਾਉਣਾ ਕੋਈ ਗੱਲ ਹੁੰਦੀ ਹੈ। ਗੁਰਬਾਣੀ ਦਾ ਵਿਸ਼ਾ ਜੋਤ ਕੀ ਹੈ? ਸੰਸਾਰ ਦਾ ਵਿਸ਼ਾ ਜੋਤ ਕੀ ਹੈ ਜੀ? ਸੰਸਾਰ ਦਾ ਵਿਸ਼ਾ ਜੋਤ ਕੀ ਹੈ ਜੀ? ਕਿਸੇ ਯੂਨੀਵਰਸਿਟੀ ਦਾ ਵਿਸ਼ਾ ਹੀ ਨਹੀਂ ਹੈ ਜੋਤ ਕੀ ਹੈ। ਸੰਸਾਰ ਦਾ, ਸੰਸਾਰੀ ਭਾਸ਼ਾਵਾਂ ਨੇ ਜਿਹੜੀਆਂ ਸੰਸਾਰ ਨੂੰ ਲੋੜ ਹੈ। ਜੋਤ ਕੀ ਹੈ? ਸੰਸਾਰ ਨੂੰ ਲੋੜ ਨਹੀਂ ਹੈ ਇਸ ਗੱਲ ਦੀ। ਰਾਜੇ ਨੂੰ ਲੋੜ ਨਹੀਂ ਹੈ ਇਸ ਗੱਲ ਦੀ। ਜੇ ਰਾਜੇ ਨੇ ਜੋਤ ਬਾਰੇ ਪੜ੍ਹਾਈ ਪੜ੍ਹਾਤੀ, ਫਿਰ ਤਾਂ ਰਾਜੇ ਦੀ ਜੋਤ ਔਰ ਚਪੜਾਸੀ ਦੀ ਜੋਤ ਇੱਕੋ ਹੀ ਹੈ। ਫਿਰ ਤਾਂ ਰਾਜੇ ਦਾ ਹੱਦ ਕਿ ਉਹਦੇ 'ਚ ਤਾਂ ਉਹਦਾ ਰਾਜੇ ਦਾ ਰਾਜ ਗਿਆ, ਉਹਦਾ ਸੁਪੀਰੀਅਰ ਬਣਿਆ ਬੈਠਾ, ਉਹਦਾ ਸਾਰਿਆਂ ਦਾ ਸੁਪੀਰੀਅਰ ਬਣਿਆ ਬੈਠਾ ਹੈ। ਤੇ ਇਹਨੇ ਸੁਪੀਰੀਅਰ ਰਹਿਣ ਨਹੀਂ ਦੇਣਾ, ਇਹਨੇ ਬਰਾਬਰ ਕਰ ਦੇਣਾ। ਬਲਕਿ ਜੇ ਕੋਈ ਸਚਿਆਰਾ ਹੈਗਾ, ਭਗਤ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੂੰ ਕੋਈ ਨਹੀਂ ਪੁੱਛਦਾ ਸਾਰੇ ਰਾਜ 'ਚ, ਉਹਨੂੰ ਇਹਨੇ ਕਹਿ ਦੇਣਾ ਰਾਜੇ ਨਾਲੋਂ ਵੱਡਾ। ਰਾਜੇ ਨੂੰ ਬਰਦਾਸ਼ਤ ਕਿਵੇਂ ਹੋ ਜੂ ਇਹ ਗੱਲ? ਵਿੱਚੋਂ ਕੋਈ ਵੱਡਾ ਰਾਜਾ ਬਰਦਾਸ਼ਤ ਕਰੂਗਾ? ਆਪਣੇ ਬਾਪ ਤੋਂ ਸਵਾਲ ਨਹੀਂ ਕਿਸੇ ਨੂੰ ਕਰਦਾ। ਆਪਣੇ ਬਾਪ ਨੂੰ ਤਾਂ ਭਾਵੇਂ ਵੱਡਾ ਮੰਨ ਲਵੇ ਰਾਜਾ, ਆਪਣੀ ਮਾਂ ਨੂੰ ਵੱਡਾ ਮੰਨ ਲਵੇ, ਦਾਦੇ ਬਾਬੇ ਨੂੰ ਵੱਡਾ ਮੰਨ ਲਵੇ,
ਉੱਦਾਂ ਨਹੀਂ ਮੰਨਦਾ ਕਿਸੇ ਨੂੰ ਵੱਡਾ। ਹੁਣ ਇਹ ਕਹਿੰਦੇ ਗੁਰਬਾਣੀ ਕਹਿੰਦੀ ਹੈ ਇਹ ਆਪਣੇ ਗੁਰੂ ਨੂੰ ਵੱਡਾ ਮੰਨ ਲਵੇ, ਉਹ ਵੀ ਬਾਪ ਦੇ ਸੋਏ ਹੁੰਦਾ ਕਿ ਭਗਤ ਬਰਾਬਰ ਔਰ ਨਾ ਹੋਏ। ਪੰਡਤ ਸੂਰ ਛਤਰਪਤੀ ਰਾਜਾ, ਪੰਡਤ ਤਾਂ ਹੈ, ਪੰਡਤ ਉਹ ਰਾਜੇ ਦਾ ਗੁਰੂ ਮੰਨਿਆ ਹੋਇਆ। ਪੰਡਤ ਤਾਂ ਕਿ ਪੰਡਤ ਨੂੰ ਰਾਜੇ ਨੇ ਗੁਰੂ ਮੰਨਿਆ ਹੋਇਆ। ਸੂਰਮੇ ਜਿਹੜੇ ਹੁੰਦੇ ਨੇ ਰਾਜੇ ਆਪ ਵੀ ਹੁੰਦੇ ਨੇ, ਸੂਰਮਿਆਂ ਨੂੰ ਰਾਜੇ ਸੈਨਾਪਤੀ ਵੀ ਬਣਾਉਂਦੇ ਨੇ। ਤਿੰਨੇ ਗਣਲੇ ਪੰਡਤ ਸੂਰ ਛਤਰਪਤੀ ਰਾਜਾ, ਇਹੀ ਕਚਹਿਰੀ ਦੇ ਹੁੰਦੇ ਨੇ ਮਾਲਕ। ਇਹਨਾਂ ਦੇ ਸਿਰ 'ਤੇ ਹੀ ਰਾਜ ਟਿਕਿਆ ਹੋਇਆ, ਰਾਜ ਇਹਨਾਂ ਦੇ ਸਿਰ 'ਤੇ ਟਿਕਿਆ ਹੋਇਆ। ਪੰਡਤ ਕੌਣ ਹੈ? ਵਜ਼ੀਰ ਹੈ ਉਹਦਾ। ਸੂਰਮਾ ਉਹਦਾ ਸੈਨਾਪਤੀ ਹੈ, ਛਤਰਪਤੀ ਰਾਜਾ ਆਪੇ, ਤਿੰਨਾਂ ਦੇ ਸਿਰ 'ਤੇ ਰਾਜ ਟਿਕਿਆ ਹੋਇਆ। ਭਗਤ ਦੇ ਬਰਾਬਰ ਤਿੰਨੇ ਨਹੀਂ ਹਨ। ਰਾਜੇ ਨੂੰ ਕਿੱਥੋਂ ਬਰਦਾਸ਼ਤ ਹਜਮ ਕਰ ਲੂ ਰਾਜਾ ਇਹ ਗੱਲ? ਨਾ ਪੰਡਤ ਹਜਮ ਕਰੇ ਗੱਲ ਨੂੰ, ਨਾ ਉਹਦਾ ਸੈਨਾਪਤੀ ਹਜਮ ਕਰੇ ਗੱਲ ਨੂੰ, ਨਾ ਰਾਜਾ ਹਜਮ ਕਰੇ ਗੱਲ ਨੂੰ। ਉਹਨੇ ਪੜ੍ਹਾਈ ਪੜ੍ਹਾ ਕੇ ਪੱਟੀ ਮੇਸ ਕਰਾਉਣੀ ਆਪਣੀ, ਉਹ ਕਹਿੰਦੇ ਪੜਾਊਗਾ। ਇਸ ਕਰਕੇ ਜਿੰਨੀਆਂ ਸਰਕਾਰਾਂ ਨੇ ਅੱਜ ਤੱਕ ਦੀਆਂ ਇਸ ਪੜ੍ਹਾਈ ਤੋਂ ਖਿਲਾਫ ਰਹੀਆਂ ਨੇ, ਰਹਿਣਗੀਆਂ ਵੀ, ਰਹਿਣਗੀਆਂ। ਔਰ ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਤੇ ਕਿਵੇਂ ਮੇਲ ਖਾਂਦੇ ਨੇ ਜਾ ਕੇ, ਤਾਂ ਹੀ ਛੱਡ ਕੇ ਗੁਰਮਤ। ਇਹ ਗੁਰਮਤ ਛਡਾ ਦਿੰਦੀ ਹੁੰਦੀ ਹੈ, ਆਪੇ ਛਡਾ ਦੇਣੀ ਹੈ। ਤਾਂ ਰਾਜਾ ਤਾਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ, ਰਾਜੇ ਤੋਂ ਖਿਲਾਫ ਹੈ, ਸਾਰੀ ਉਹ ਗੱਲੇ ਖਿਲਾਫ ਹੈ। ਰਾਜੇ ਨਾਲ ਹੀ ਮੇਲ ਖਾਂਦੀ ਹੈ ਗੱਲ। ਇਹ ਪਰਮੇਸ਼ਰ ਨੂੰ ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਹੁਣ ਆਹ ਕਹਿ ਕੇ ਕਚਹਿਰੀ ਦੇ ਵਿੱਚ ਜੇ ਕੋਈ ਇਹ ਪੜ੍ਹੇ ਤਾਂ ਰਾਜੇ ਦੀ ਤਾਂ ਹੋ ਗਈ ਸੁਆਹ, ਉਦੋਂ ਤਾਂ ਹੋ ਗਏ ਸਾਰੇ ਬਾਗੀ। ਰਾਜਾ ਨਹੀਂ ਇਹਨੂੰ ਪੜ੍ਹਨ ਦਿੰਦੇ ਹੁੰਦੇ। ਇਸ ਕਰਕੇ ਰਾਜ ਭਾਸ਼ਾ ਕਦੇ ਨਹੀਂ ਬਣ ਸਕਦੀ। ਇਹ ਸੱਚੀ ਭਾਸ਼ਾ ਜਿਹੜੀ ਹੈ ਸੰਸਾਰ ਦੇ ਮਤਲਬ ਦੀ ਨਹੀਂ ਹੈ। ਇੱਥੇ ਦੀ ਭਾਸ਼ਾ ਹੀ ਨਹੀਂ ਹੈ। ਇਹ ਸੱਚੀ ਬਾਣੀ ਤਾਂ ਸੱਚਖੰਡ ਦੀ ਬਾਣੀ ਆ, ਇਹ ਉੱਥੇ ਦੀ ਬੋਲੀ ਹੈ। ਜਿਹਨੇ ਜਾਣਾ ਸੱਚਖੰਡ ਉਹਨੂੰ ਇਹ ਬੋਲੀ ਸਿੱਖਣੀ ਪੈਣੀ। ਜਿਹਨੇ ਇੱਥੇ ਰਹਿਣਾ ਉਹਨੂੰ ਕੋਈ ਲੋੜ ਨਹੀਂ, ਵਿਦਵਾਨਾਂ ਨੂੰ ਕੋਈ ਲੋੜ ਨਹੀਂ ਇਹਦੀ। ਕੋਈ ਕਿਸੇ ਨੇ ਜਿਹੜੇ ਦੇਸ਼ 'ਚ ਜਾ ਕੇ ਬਸਣਾ, ਪਹਿਲਾਂ ਉੱਥੇ ਦੀ ਬੋਲੀ ਸਿੱਖੂ ਤਾਂ ਹੀ ਜਾ ਕੇ ਬਸੂ ਨਾ। ਉੱਥੇ ਬੋਲਣਾ ਕੀ ਹੈ, ਜਾ ਕੇ ਕਿਵੇਂ ਬੋਲਣਾ? ਜੇ ਉੱਥੇ ਦੀ ਬੋਲੀ ਉਹ ਨਹੀਂ ਜਾਣਦਾ, ਉਹ ਜਾਊਗਾ। ਸੱਚ ਨੂੰ ਜਾਣਨਾ, ਸੱਚ ਨੂੰ ਪਛਾਣਨਾ, ਇਹ ਤੋਂ ਪਹਿਲਾਂ ਸੱਚ ਨਹੀਂ ਬੋਲਿਆ ਜਾ ਸਕਦਾ। ਇਹ ਸੱਚੀ ਬਾਣੀ ਹੈ। ਸੱਚੀ ਬਾਣੀ ਸਾਡੀ ਬੋਲੀ ਝੂਠੀ ਬੋਲੀ ਹੈ। ਸਾਡੀ ਬੋਲੀ ਤਾਂ ਹੀ ਬਹੁਤ ਸਭ ਕੁਝ ਰੱਦ ਕਰਤਾ। ਸਾਡਾ ਜੰਮਣ ਮਰਨਾ ਵੀ ਰੱਦ ਕਰਤਾ। ਨਾ ਕਿਛ ਜਨਮ ਹੈ, ਨਾ ਕਿਛ ਮਰੈ, ਲੈ ਲਓ। ਕੌਣ ਮੰਨੂ ਇਹਨੂੰ? ਵਿਦਵਾਨ ਮੰਨ ਲੈਣਗੇ। ਛੱਡਿਆ ਹੀ ਕੱਖ ਨਹੀਂ ਸੰਸਾਰੀ ਬੋਲੀ ਦਾ ਇਹਨੇ। ਤੇ ਯੂਨੀਵਰਸਿਟੀ ਵਾਲੇ ਗੁਰਬਾਣੀ ਦੀ ਸਟੱਡੀ ਕਰਦੇ ਨੇ। ਤੁਸੀਂ ਕਿਵੇਂ ਕਰ ਲਓਗੇ ਸਟੱਡੀ? ਪਹਿਲਾਂ ਜਿਹੜਾ ਪਹਿਲਾਂ ਪੜ੍ਹਿਆ ਹੋਇਆ ਨਾ, ਇਹਨੂੰ ਅਨਪੜ੍ਹਿਆ ਕਰ ਲਓ। ਜਿਹੜੀ ਉਹ ਪੰਕਤੀ ਹੈ ਨਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇੱਥੇ ਆਪ ਸਮਝ ਆ ਸਕਦੀ ਹੈ ਕੀ ਗੱਲ ਹੈ। ਜੋ ਪੜ੍ਹਿਆ ਸੰਸਾਰ ਦਾ, ਰਾਜੇ ਦਾ, ਜੋ ਸੰਸਾਰੀ ਪੜ੍ਹਾਈ ਪੜ੍ਹੀ ਹੈ, ਜਿੰਨਾ ਚਿਰ ਇਹਨੂੰ ਅਨਪੜ੍ਹਿਆ ਨਹੀਂ ਨਾ ਕਰਦੇ, ਗੁਰਬਾਣੀ ਨਹੀਂ ਸਮਝ ਆ ਸਕਦੀ। ਇਹ ਪਰਮਗਤੀ ਹੈ। ਪਰਮਗਤੀ ਕਿਹਨੂੰ ਕਹਿੰਦੇ ਨੇ? ਸਵਾਲ ਹੁਣ ਇਹ ਹੈ, ਪਰਮਗਤੀ ਕੀ ਹੁੰਦੀ? ਇੱਕ ਹੁੰਦੀ ਹੈ ਗਤੀ। ਗਤੀ ਹੁੰਦੀ ਹੈ ਉਹਦੇ ਨਾਲ ਬੁੱਧੀ ਦਾ ਵਿਕਾਸ ਹੁੰਦਾ, ਕਿਸੇ ਹੱਦ ਤੱਕ ਬੁੱਧੀ ਵੱਧਦੀ ਹੈ। ਬੁੱਧੀ ਦੇ ਵਿੱਚ ਗਿਆਨ ਵਧੀ ਜਾਂਦਾ, ਪਰ ਮਾਇਆ ਦੇ ਅੰਦਰ ਇਹ ਰਹਿੰਦਾ, ਗਿਆਨ ਬਾਹਰ ਨਹੀਂ ਜਾ ਸਕਦਾ। ਪਰਮਗਤੀ ਉਹ ਗਿਆਨ ਹੈ ਜਿਹੜਾ ਮਾਇਆ ਟਪਾ ਦਿੰਦਾ, ਹੱਦਾਂ ਮਾਇਆ ਦੇ ਪਾਰ ਲੈ ਜਾਂਦਾ। ਪਰਮਗਤੀ ਰੁਕਦਾ ਹੀ ਨਹੀਂ, ਮਾਇਆ ਇਹਨੂੰ ਰੋਕ ਹੀ ਨਹੀਂ ਸਕਦੀ। ਤਿੰਨਾਂ ਹੀ ਲੋਕਾਂ ਤੋਂ ਬਾਹਰ ਚਲਾ ਜਾਂਦਾ ਹੈ ਗਿਆਨ। ਕਿਵੇਂ ਚਲਾ ਜਾਂਦਾ? ਜਬ ਤਨ ਤੇਰੇ ਪਾ, ਕਬੀਰ ਕੀ ਕਹਿੰਦੇ, ਤਨ ਤੇਰੇ ਪਾ ਬਣਵੇਂ ਰਹਿਆ ਸਮਾਏ। ਪਹਿਲਾਂ ਮੇਰਾ ਜਿਹੜਾ ਮਨ ਅੰਦਰਲਾ ਸਰੀਰ ਹੈ, ਤਿੰਨਾਂ ਭਵਨਾਂ ਦੇ ਵਿੱਚ ਰਹਿੰਦਾ ਸੀ।
ਮਰ ਜਾਂਦਾ ਸੀ, ਤ੍ਰੇਤੇ ਚਲੇ ਜਾਂਦਾ ਸੀ। ਉਹ ਤ੍ਰੇਤਾ ਉਹ ਦੁਤੇੜਾ ਹੈ ਉੱਥੇ, ਤੇ ਉਹਦੇ ਬਾਅਦ ਗਰਭ ਚ ਆ ਗਿਆ, ਦੁਆਪਰ ਜਾ ਜਾਂਦਾ ਸੀ। ਹੁਣ ਕਲਯੁਗ ਹੈਗਾ ਹੀ ਹੈਗਾ। ਚੌਥੇ ਯੁੱਗ ਤਾਂ ਜਾਂਦਾ ਹੀ ਨਹੀਂ, ਸਤਯੁਗ ਤਾਂ ਜਾ ਹੀ ਨਹੀਂ ਸਕਦਾ। ਸਤਯੁਗ ਦਾ ਜਦ ਜਾਊਗਾ ਜਾਂ ਸੱਚੀ ਬਾਣੀ ਨੂੰ ਸਮਝ ਆ ਜੂਗੀ, ਇਹਨੂੰ ਸੱਚ ਦੀ ਸਮਝ ਆ ਜੂ। ਤਨ ਤ੍ਰਿਭਵਨ ਮੇ ਰਿਹਾ ਸਮਾਏ, ਬਸ ਉਹੀ ਚੱਲੀ ਜਾਂਦਾ ਸੀ ਤਿੰਨਾਂ ਗੁਣਾਂ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ। ਜਬ ਤ੍ਰਿਭਵਨ ਤਨ ਮਾਹੇ ਸਮਾਵਾ, ਜਦ ਤਿੰਨਾਂ ਹੀ ਲੋਕਾਂ ਦਾ ਗਿਆਨ ਮੇਰੇ ਅੰਦਰ ਹੀ ਹੋ ਗਿਆ, ਤਿੰਨੇ ਲੋਕ ਮੈਂ ਸਮਝ ਲਏ ਕਿ ਇਹ ਤਾਂ ਝੂਠ ਹੈ ਸਾਰਾ ਹੀ, ਯਾਨੀ ਝੂਠ ਸਾਰਾ ਹੀ ਸਮਝ ਲਿਆ, ਕਹਿਣ ਦਾ ਮਤਲਬ ਹੈ। ਜਿੱਦਣ ਸਾਰਾ ਹੀ ਝੂਠ ਸਮਝ ਲਿਆ, ਉਦੋਂ ਸੱਚ ਦਾ ਵੀ ਪਤਾ ਲੱਗ ਜਾਣਾ। ਬਾਕੀ ਜੋ ਬਚ ਗਿਆ ਉਹ ਸੱਚ ਹੈ। ਚੌਲਾਂ ਦੇ ਵਿੱਚ ਬਰੀਕ ਦਾ ਉਹ ਪੱਥਰ ਮਿਲਿਆ ਹੋਇਆ, ਚਿੱਟਾ ਚਿੱਟਾ ਪੱਥਰ ਬਣਾ ਦਿੰਦੇ ਨੇ ਚੌਲਾਂ 'ਚ ਵੀ ਦਿਖੇ ਨਾ। ਜਦ ਸਾਰਾ ਹੀ ਪੱਥਰ ਇੱਕ ਪਾਸੇ ਕੱਢਦਾ ਹੈ, ਆਹ ਚੌਲ ਚੁੱਕ ਕੇ ਇੱਕ ਪਾਸੇ ਕੱਢ ਲਏ, ਇੱਕ ਚੀਜ਼ ਚੁਗ ਲਈ ਪਰ ਸਾਰੀ ਉਹ, ਬਾਕੀ ਜੋ ਬਚਿਆ, ਜਦੋਂ ਚੌਲ ਪਾਸੇ ਕੱਢ ਲਏ ਤਾਂ ਬਾਕੀ ਪੱਥਰ ਬਚ ਗਿਆ, ਜੇ ਪੱਥਰ ਪਾਸੇ ਕੱਢਦੇ ਤਾਂ ਬਾਕੀ ਚੌਲ ਬਚ ਗਏ। ਇਹ ਝੂਠ ਚੁੱਕ ਕੇ ਇੱਕ ਪਾਸੇ ਕੱਢ ਦਿੱਤਾ ਤਾਂ ਬਾਕੀ ਜੋ ਬਚਿਆ ਉਹ ਸੱਚ ਬਚ ਗਿਆ। ਜਬ ਤ੍ਰਿਭਵਨ ਤਨ ਮਾਹੇ ਸਮਾਵਾ, ਤਬ ਭਉ ਭਾਨ ਭਰੋਸੋ ਆਵਾ। ਫਿਰ ਪਤਾ ਲੱਗਿਆ ਵੀ ਸੂਰਜ ਜਿਹੜਾ ਹੈ ਨਾ, ਗਿਆਨ ਹੈ ਜਿਹੜਾ, ਆਤਮ ਗਿਆਨ ਹੈ, ਬ੍ਰਹਮ ਗਿਆਨ ਹੈ, ਉਹ ਕੀ ਚੀਜ਼ ਹੈ। ਭਉ ਭਾਨ, ਭਾਨ ਸੂਰਜ ਨੂੰ ਕਹਿੰਦੇ ਨੇ। ਉਸ ਭਾਨ ਸੂਰਜ ਵਰਗੇ ਚਾਨਣ ਦਾ ਫਿਰ ਪਤਾ ਲੱਗਿਆ ਵੀ ਹਾਂ ਹੁੰਦਾ ਹੈ ਸੂਰਜ ਵੀ। ਪਹਿਲਾਂ ਤਾਂ ਐਸੇ ਸੂਰਜ ਦੀ ਪੂਜਾ ਕਰੀ ਜਾਂਦੇ ਨੇ, ਐਸੇ ਸੂਰਜ ਦੀ ਪੂਜਾ ਕਰੀ ਜਾਂਦੇ ਨੇ। ਫਿਰ ਪਤਾ ਲੱਗਿਆ ਅਸਲੀ ਸੂਰਜ ਕੌਣ ਹੈ। ਉਸ ਸੂਰਜ ਦੇ ਤਾਂ ਚਰਨਾਂ 'ਚ ਨਿਵਾਸ ਕਰਨਾ, ਇਹਦੇ ਨਾਲ ਨੂੰ ਤਾਂ ਜਾ ਕੇ ਦੇਖੋ ਚਰਨਾਂ 'ਚ ਨੂੰ, ਇਹ ਤਾਂ ਦੂਰੋਂ ਹੀ ਔਖਾ ਕਰ ਦਿੰਦਾ। ਹੁਣ ਕਹਿੰਦੇ ਜੇ ਥੋੜ੍ਹੀ ਜਿਹੀ ਟੈਂਪਰੇਚਰ ਵੱਧ ਗਈ ਗਏ, ਉਹਦੇ ਨੇੜੇ ਨੂੰ ਤਾਂ ਹੋ ਕੇ ਦੇਖੋ, ਉਹ ਤਾਂ ਸੂਰਜ ਠੰਡਾ ਹੈ ਜਿਹਦੀ ਇਹ ਗੱਲ ਕਰਦੇ ਨੇ, ਜਿਹਦੀ ਗੱਲ ਗੁਰਬਾਣੀ ਕਰਦੀ ਹੈ। ਉਹ ਤਾਂ ਸ਼ੀਤਲ ਹੈ ਸੂਰਜ, ਲਾਈਟ ਜ਼ਰੂਰ ਹੈ ਸੂਰਜ ਵਰਗੀ, ਪਰ ਕਰੋੜਾਂ ਸੂਰਜਾਂ ਨਾਲੋਂ ਵੀ ਜ਼ਿਆਦਾ ਲਾਈਟ ਹੁੰਦਾ। ਜੇ 100 ਚੰਦਾ ਉਗਵੇ, ਸੂਰਜ ਚੜ੍ਹੇ 1000 ਤੇ ਇੱਕ ਸੂਰਜ। ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਆਧਾਰ, ਪਰ ਇੱਥੇ ਜੇ 2 ਸੂਰਜ ਚੜ੍ਹ ਜਾਣ ਰਹਿਣਾ ਕੁਛ ਵੀ ਨਹੀਂ, ਇੱਕ ਹੀ ਤੋਬਾ ਤੋਬਾ ਕਹਾ ਦਿੰਦਾ। ਅਜੇ 10 ਕੁ ਦਿਨ ਹੋਰ ਨਾ ਬਾਰਿਸ਼ ਪੈਂਦੀ ਕਿ ਕੁਛ ਹਾਲ ਸੀ। ਜੇ ਬਿਜਲੀ ਨਾ ਹੁੰਦੀ, ਬਿਜਲੀ ਸਹੂਲਤ ਹੈਗੀ ਹੈ, ਚਲੋ ਉਹ ਹਾਲ ਹੈ। ਇਸ ਕਰਕੇ ਜਿਹੜਾ ਹੈ ਨਾ ਸੰਸਾਰ, ਇਹ ਝੂਠ ਹੈ। ਜਿਹਨੇ ਝੂਠ ਚੋਂ ਬਾਹਰ ਨਿਕਲਣਾ, ਸੰਸਾਰ ਦੀ ਬੋਲੀ ਵੀ ਝੂਠੀ ਹੈ ਭਾਸ਼ਾ। ਇਹ ਜਿਹੜੀ ਬੋਲੀ ਹੈ, ਇਹ ਵਿਦਿਆ ਹੀ ਹੋਰ ਹੈ ਅਸਲ 'ਚ। ਇਹਦਾ ਨਾਮ ਬ੍ਰਹਮ ਵਿਦਿਆ। ਬ੍ਰਹਮ ਵਿਦਿਆ, ਬ੍ਰਹਮ ਵਿਦਿਆ ਉਸ ਵਿਦਿਆ ਦਾ ਨਾਮ ਹੈ ਜਿਹਦੇ ਨਾਲ ਬ੍ਰਹਮ ਜਿਹੜਾ ਨਿਰਾਕਾਰ ਹੈ ਉਹਨੂੰ ਜਾਣਿਆ ਜਾਂਦਾ ਹੈ। ਜਿਹੜੀ ਵਿਦਿਆ 'ਚ ਬ੍ਰਹਮ ਪੜ੍ਹਾਇਆ ਜਾਂਦਾ ਹੈ, ਬ੍ਰਹਮ ਦੀ ਤਾਲੀਮ ਦਿੱਤੀ ਜਾਂਦੀ ਹੈ, ਬ੍ਰਹਮ ਦਾ ਗਿਆਨ ਕਰਾਇਆ ਜਾਂਦਾ, ਉਹਨੂੰ ਬ੍ਰਹਮ ਵਿਦਿਆ ਕਹਿੰਦੇ ਨੇ। ਬ੍ਰਹਮ ਵਿਦਿਆ ਦੇ ਬਿਨਾਂ ਇਹ ਗਿਆਨ ਹੋ ਹੀ ਨਹੀਂ ਸਕਦਾ। ਜਿਹੜੀ ਬ੍ਰਹਮ ਵਿਦਿਆ ਤੋਂ ਦੂਜੀ ਸੰਸਾਰੀ ਵਿਦਿਆ, ਉਹਨੂੰ ਅਵਿਦਿਆ ਕਹਿੰਦੀ ਹੈ ਬਾਣੀ। ਅਸੀਂ ਉਹਨੂੰ ਵਿਦਿਆ ਕਹਿੰਦੇ ਹਾਂ। ਇਹ ਬ੍ਰਹਮ ਵਿਦਿਆ ਨੂੰ ਤਾਂ ਵਿਦਿਆ ਮੰਨਦੀ ਹੈ ਬਾਣੀ। ਬ੍ਰਹਮ ਵਿਦਿਆ ਤੋਂ ਜਿਹੜੀ ਦੂਸਰੀ ਵਿਦਿਆ ਉਹਨੂੰ ਅਵਿਦਿਆ ਮੰਨਦੀ ਹੈ ਗੁਰਬਾਣੀ। ਅਸੀਂ ਉਹਨੂੰ ਵਿਦਿਆ ਮੰਨਦੇ ਹਾਂ ਆਪਣੇ। ਔਰ ਇੱਕ ਹੋਰ ਗਲਤੀ ਅਸੀਂ ਕੀਤੀ ਹੈ ਵਿਦਵਾਨਾਂ ਨੇ, ਸੰਸਾਰੀ ਲੋਕਾਂ ਨੇ, ਕਿ ਅਸੀਂ ਵਿਦਿਆ ਨੂੰ ਤੀਸਰਾ ਨੇਤਰ ਮੰਨਦੇ। ਵਿਦਿਆ ਤਾਂ ਕਾਗਜ਼ਾਂ 'ਚ ਲਿਖੀ ਹੁੰਦੀ ਹੈ, ਅੱਖਰਾਂ 'ਚ ਲਿਖੀ ਹੋਈ ਵਿਦਿਆ ਹੁੰਦੀ ਹੈ ਨਾ, ਉੱਥੇ ਨੇਤਰ ਕਿੱਥੇ ਹੁੰਦਾ ਅੱਖਾਂ 'ਚ? ਔਰ ਤੀਸਰਾ ਨੇਤਰ ਦਾ ਬੁੱਧੀ ਹੈ, ਅਕਲ ਹੈ। ਪਰ ਬੇਅਕਲਾਂ ਦੀ ਤੀਸਰਾ ਨੇਤਰ ਵਿਦਿਆ। ਵਿਦਿਆ ਸੁਰਮਾ ਹੈ, ਅੰਜਨ ਹੈ,
ਸੁਰਮਾ ਪਾਈਦਾ ਨਾ ਅੱਖਾਂ 'ਚ, ਦਵਾਈ ਹੈ ਅੱਖ ਦੇ ਵਿੱਚ ਰੋਸ਼ਨੀ ਵਧਾਉਣ ਦੀ। ਇਹ ਤਾਂ ਗੱਲ ਠੀਕ ਹੈ। ਵਿਦਿਆ ਦੇ ਵਿੱਚ ਗਿਆਨ ਹੁੰਦਾ ਨਾ, ਗਿਆਨ ਨੂੰ ਗੁਰਬਾਣੀ ਅੰਜਨ ਮੰਨਦੀ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਉਹ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੀਜੀ ਅੱਖ ਹੁੰਦੀ ਕੀ ਹੈ। ਵਿਦਿਆ ਨੂੰ ਕਹੀ ਜਾਂਦੇ ਨੇ ਵਿਦਿਆ ਤਾਂ ਇਹ ਅੱਖ ਦੇ ਬਿਨਾਂ ਪੜ੍ਹੇ ਨਹੀਂ ਹੁੰਦੀ। ਆ ਨਕਲੀ ਅੱਖ ਦੇ ਬਿਨਾਂ ਵਿਦਿਆ ਦਾ ਪੜ੍ਹ ਨਹੀਂ ਹੁੰਦੀ। ਜੇ ਉਹ ਅਸਲੀ ਅੱਖ ਵਿਦਿਆ ਹੀ ਹੋਵੇ ਤਾਂ ਇਹ ਅੱਖ ਦੀ ਲੋੜ ਹੀ ਨਹੀਂ ਪੜ੍ਹਨ ਵਾਸਤੇ। ਇੱਥੋਂ ਪਤਾ ਲੱਗਦਾ ਕਿੰਨੀ ਮੋਟੀ ਬੁੱਧੀ ਹੈ ਵਿਦਵਾਨਾਂ ਦੀ। ਇਹ ਜਿਹੜੇ ਸੰਤ ਨੇ ਨਾ ਤੀਜੀ ਅੱਖ ਵਿਦਿਆ ਨੂੰ ਮੰਨਦੇ ਨੇ, ਬਹੁਤ ਮੋਟੀ ਬੁੱਧੀ ਵਾਲੇ ਨੇ। ਬੁੱਧੀ ਹੈ ਤੀਸਰੀ ਅੱਖ ਤੇ ਲੰਬੀ ਨਜ਼ਰ ਨੇ। ਹਾਲੀ ਆਖਰਾ ਕਹਿੰਦਾ ਵੀ ਬੜਾ ਦੂਰ ਦਰਸ਼ੀ ਹੈ, ਬੜਾ ਦੂਰਦਰਸ਼ੀ ਹੈ, ਦੂਰਦ੍ਰਿਸ਼ਟੀ ਵਾਲਾ ਬੁੱਧੀਮਾਨ ਆਦਮੀ ਹੈ। ਦੂਰ ਦੀ ਸੋਚਦਾ, ਜਿਹੜਾ ਦੂਰ ਦੀ ਸੋਚਣਾ ਬੁੱਧੀ ਦਾ ਵਿਸ਼ਾ ਹੈ, ਅਕਲ ਦਾ ਵਿਸ਼ਾ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਪੜ੍ਹ ਕੇ ਬੁੱਝੀਏ। ਆਪਾਂ ਪੜ੍ਹੀ ਦਾ ਕੀ ਹੈ? ਪੜ੍ਹੀ ਦੀ ਵਿਦਿਆ। ਪੜ੍ਹੀ ਦੀ ਕਾਹਦੇ ਨਾਲ? ਅਕਲ ਨਾਲ। ਪੜ੍ਹਿਆ ਹੈ ਵਿੱਚ ਕੀ ਹੈ? ਬੁੱਝਣਾ ਵੀ ਹੈ। ਤੇ ਫਿਰ ਵਿਦਿਆ ਰਹਿ ਗਈ ਤੀਜੀ ਅੱਖ, ਕਬੁੱਧੀ ਹੋ ਗਈ ਤੀਜੀ ਅੱਖ। ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਜੈ ਦਾਨ, ਅਕਲੀ ਪਾਈਏ ਮਾਣ। ਸਾਰੀ ਨਾਨਕ ਆਖੇ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਇੱਥੇ ਵੀ ਫਰਕ ਪੈ ਗਿਆ। ਉਹ ਵਿਦਿਆ ਨੂੰ ਕਹਿੰਦੇ ਨੇ ਤੀਜੀ ਅੱਖ, ਗੁਰਬਾਣੀ ਬੁੱਧੀ ਨੂੰ ਕਹਿੰਦੀ ਹੈ ਤੀਜੀ ਅੱਖ। ਫਰਕ ਪੈ ਨਾ ਵਿਦਵਾਨਾਂ ਦਾ, ਗੁਰਮੁਖਾਂ ਦਾ ਕਿੱਥੇ ਕਿੱਥੇ ਫਰਕ ਹੈ। ਹੁਣ ਇਹਨੂੰ ਅਵਿਦਿਆ ਕਹਿੰਦੇ ਨੇ। ਮਾਧੋ ਅਵਿਦਿਆ ਹੈ। ਕਹਿੰਦਾ ਕੌਣ ਹੈ? ਬਹੁਤ ਇਹਨਾਂ ਦੇ ਹਿਸਾਬ ਨਾਲ ਬਹੁਤ ਫੋਰਥ ਕਲਾਸ ਆਦਮੀ ਹੈ ਜਿਹੜਾ ਭਗਤ ਰਵਿਦਾਸ। ਫੋਰਥ ਕਲਾਸ ਬਿਲਕੁਲ ਹੈ, ਜਿਹਨੂੰ ਗਿਆਨ ਇਹ ਕਹਿੰਦੇ। ਇਹਨਾਂ ਦੇ ਹਿਸਾਬ ਨਾਲ ਗਿਆਨ ਹੋ ਹੀ ਨਹੀਂ ਸਕਦਾ। ਉਹ ਕੀ ਕਹਿੰਦੇ ਨੇ? ਉਹ ਕਹਿੰਦਾ ਮਾਧੋ ਅਵਿਦਿਆ ਹੈ ਤਕੀਨ, ਵਿਵੇਕ ਦੀਪ ਮਲੀਨ। ਇਹਨਾਂ ਦੀ ਜਿਹੜੀ ਵਿਵੇਕ ਬੁੱਧੀ ਹੈ ਨਾ ਅੱਖ, ਉਹਨੂੰ ਸੂਤਕ ਕਿਉਂ ਲੱਗ ਗਿਆ? ਸੂਤਕ ਮਲੀਨ ਕਿਉਂ ਹੋ ਗਈ? ਜਿਵੇਂ ਅੱਖਾਂ ਦੁਖਦੀਆਂ ਨੇ ਨਾ, ਅੱਖਾਂ ਬੰਦ ਹੋ ਜਾਂਦੀਆਂ ਨੇ, ਗਿੱਡ ਆ ਜਾਂਦੀ ਹੈ ਆ ਦੀਨਾ ਨਹੀਂ। ਇਹਨਾਂ ਦੀ ਅੱਖ ਦੁਖਣੀ ਕਿਉਂ ਆ ਗਈ? ਖਰਾਬ ਕਿਉਂ ਹੋ ਗਈ? ਇਹ ਅਵਿਦਿਆ ਨਾਲ ਇਹਨਾਂ ਨੇ ਹਿਤ ਕਰ, ਅਵਿਦਿਆ ਨੂੰ ਹਿਤਕਾਰੀ ਮੰਨ ਲਿਆ। ਇਹ ਜਿਹੜੀ ਵਿਦਿਆ ਹੈ ਨਾ, ਸੰਸਾਰੀ ਵਿਦਿਆ ਅਵਿਦਿਆ, ਇਹਨੂੰ ਮੰਨ ਲਿਆ ਵੀ ਇਹਦੇ ਨਾਲ ਸਾਡਾ ਹਿੱਤ ਹੋ ਜਾਊਗਾ, ਭਲਾ ਹੋ ਜਾਊਗਾ। ਕਬੀਰ ਨੇ ਵੀ ਇਹ ਗੱਲ ਮੰਨ ਲਈ ਸੀ। ਇਸ ਗੱਲ ਦਾ ਪ੍ਰਚਾਰ ਸੀ, ਕਬੀਰ ਨੇ ਇਹ ਗੱਲ ਮੰਨ ਲਈ ਸੀ। ਕਾਸ਼ੀ ਵਿੱਚ ਇਸ ਗੱਲ ਦਾ ਪ੍ਰਚਾਰ ਸੀ। ਕਬੀਰ ਨੇ ਇਸ ਗੱਲ ਤੇ ਵਿਸ਼ਵਾਸ ਕਰ ਲਿਆ। ਇਸ ਗੱਲ ਦੇ ਵਿਸ਼ਵਾਸ ਦਾ ਖਮਿਆਜ਼ਾ ਜਦ ਭੁਗਤਿਆ, ਜਦ ਬਾਅਦ 'ਚ ਪਤਾ ਲੱਗਿਆ, ਤਾਂ ਕਬੀਰ ਨੇ ਸ਼ਲੋਕਾਂ 'ਚ ਫਿਰ ਇਹ ਗੱਲ ਲਿਖੀ ਵੀ ਮੈਂ ਵੀ ਠੱਗੀ ਜਾ ਗਿਆ ਸੀ ਭਾਈ। ਮੈਂ ਜਾਣਿਓ ਪੜ੍ਹਵੋ ਭਲਾ, ਮੈਂ ਜਾਣਿਓ ਪੜ੍ਹਵੋ ਭਲੋ। ਮੈਂ ਤਾਂ ਜਾਣਿਆ ਸੀ ਵੀ ਵਿਦਿਆ ਪੜ੍ਹਨ ਨਾਲ ਭਲਾ ਹੋ ਜੂ, ਗੱਲ ਬਣ ਜੂਗੀ। ਇਹੀ ਪ੍ਰਚਾਰ ਸੀਗਾ, ਇਹੀ ਮੈਂ ਮੰਨ ਲਿਆ ਵੀ ਵਿਦਿਆ ਤੀਸਰੀ ਅੱਖ ਹੈ। ਵਿਦਿਆ ਪੜ੍ਹੀ, ਤੀਸਰੀ ਅੱਖ ਖੁੱਲ੍ਹੀ, ਗੱਲ ਬਣ ਗਈ। ਪਰ ਕਹਿੰਦੇ ਪੜ੍ਹਵੋ ਸੇ ਭਲੋ ਜੋਗ। ਫਿਰ ਜਦ ਗਾਹਾਂ ਗਿਆ, ਪਤਾ ਇਹ ਲੱਗਿਆ ਵਿਦਿਆ ਨੇ ਤਾਂ ਇਹ ਦੱਸਿਆ ਵੀ ਤੇਰਾ ਜੋਗ ਹੋਣਾ। ਜਿੰਨਾ ਤੇ ਤੂੰ ਆਪਣੇ ਮੂਲ ਨਾਲ ਨਹੀਂ ਜੁੜਦਾ, ਉਹ ਮੂਲ ਦੀ ਗੱਲ ਨਹੀਂ ਪਹਿਲਾਂ ਕਰਦੇ। ਜੋਗ ਇਹ ਕਹਿੰਦਾ ਜੋ ਕਿਹਦੇ ਨਾਲ ਕਰਨਾ, ਉਦੋਂ ਜੋ ਗਲਤ ਦੱਸਿਆ ਹੈ। ਆਤਮਾ ਦਾ ਪਰਮਾਤਮਾ ਨਾਲ ਜੋਗ ਕਹਿੰਦੇ ਨੇ, ਸਿੱਧਾ ਪਰਮੇਸ਼ਰ ਨਾਲ, ਜਿਹੜਾ ਕਿ ਪੋਸੀਬਲ ਹੀ ਨਹੀਂ ਹੈ। ਉਹ ਜਾ ਕੇ ਇਹਨੂੰ ਫਿਰ ਗਾਹਾਂ ਪਤਾ ਲੱਗਿਆ, ਇਹ ਮਗਰ ਜਾ ਕੇ ਪਤਾ ਲੱਗਿਆ। ਉਦੋਂ ਉਸ ਸਟੇਜ ਦੇ ਵਿੱਚ ਨਹੀਂ ਪਤਾ ਲੱਗਿਆ। ਪਰ ਪੜ੍ਹਵੋ ਸੇ ਭਲੋ ਜੋਗ, ਪੜ੍ਹ ਕੇ ਹੀ ਤਾਂ ਜੋਗ ਹੋਣਾ। ਪੜ੍ਹ ਕੇ ਕੋਈ ਸਿੱਖਣਾ ਨਾ। ਪੜ੍ਹਵੋ ਸੇ ਭਲੋ ਜੋਗ,
ਹੁਣ ਉਦੋਂ ਜੋਗ ਦਾ ਪਤਾ ਲੱਗ ਗਿਆ। ਫਿਰ ਕਹਿੰਦਾ ਭਗਤ ਨਾ ਛੋਡੂ ਰਾਮ ਕੀ ਭਾਵੇਂ ਨੰਦੋ ਲੋਗ। ਹੁਣ ਜਿਹੜੀ ਮੈਂ ਜੋਗ ਹੋ ਗਿਆ ਨਾ, ਮੈਂ ਆਪਣੇ ਅੰਦਰ ਜੁੜ ਗਿਆ, ਆਪਣੀ ਆਤਮਾ ਨਾਲ, ਆਪਣੇ ਮੂਲ ਨਾਲ ਇੱਕ ਹੋ ਗਿਆ। ਹੁਣ ਇਹ ਮੈਂ ਨਹੀਂ ਭਗਤੀ ਛੱਡਣੀ, ਰਾਮ ਕੀ ਭਗਤ ਹੈ। ਭਗਤਨ ਛੱਡੂ ਰਾਮ ਕੀ। ਰਾਮ ਕੌਣ ਹੈ? ਆਪਣਾ ਜਿਹੜਾ ਮੂਲ ਹੈ, ਸਭਾ ਘੱਟ ਰਾਮ ਮੂਲ ਹੈ। ਇਹਨਾਂ ਦਾ ਰਾਮ ਕੋਈ ਹੋਰ ਹੋਊਗਾ, ਸਾਡਾ ਰਾਮ ਆਪਣਾ ਵੱਖਰਾ ਵੱਖਰਾ। ਮਨ ਕ੍ਰਿਸ਼ਨ ਹੈ। ਕੱਲ ਗੱਲ ਸ਼ਾਇਦ ਕੱਲੇ ਆ ਪਰਸੋਂ ਸੀ, ਇਹ ਕ੍ਰਿਸ਼ਨ ਸਰਬਦੇਵਾ ਦੇਵ ਦੇਵ ਆਤਮਾ, ਮਨ ਕ੍ਰਿਸ਼ਨ ਹੈ, ਚਿੱਤ ਰਾਮ ਹੈ, ਦੋਹਾਂ ਨੇ ਕੋਣ। ਇਹ ਦੋਹਾਂ ਦੀ ਇੱਕੋ ਜਗ੍ਹਾ ਇਕੱਠੀ ਭਗਤੀ ਹੈ। ਮਨ ਖੇਲਦਾ ਹੈ ਯਮਨਾ ਦੇ ਕਿਨਾਰੇ ਤੇ, ਜਮ ਕੇ ਮਾਰਗ ਮਨ ਮਰਜੀ। ਜਮ ਕਾ ਮਾਰਗ ਕੀ ਹੈ? ਆਪਣਾ ਬਾਣਾ, ਆਪਣੇ ਪਹਾੜੇ 'ਚ ਚੱਲੇ ਪਾਈ ਵਿਛੜ ਚੋਟਾ ਖਾਏ। ਗੁਰ ਕਾ ਬਾਣਾ ਕੀ ਹੈ? ਉਹ ਗੰਗਾ ਗਿਆਨ ਦੀ। ਤੇ ਮਨ ਦੀ ਜਿਹੜੀ ਹੈ ਵਿਚਾਰਧਾਰਾ, ਉਹਨੂੰ ਤਿਆਗ ਕੇ ਗੁਰੂ ਦੀ ਵਿਚਾਰਧਾਰਾ ਅਪਣਾਉਣੀ ਹੈ। ਗੰਗਾ ਨੂੰ, ਗੰਗਾ ਵਿੱਚ ਜਮਨਾ ਨੂੰ ਮਿਲਾ ਦੇਣਾ, ਅਗਾਂਹ ਗੰਗਾ ਹੀ ਰਹਿ ਜਾਣੀ ਹੈ। ਗੁਰਮਤਿ ਧਾਰ ਮੰਨ ਲੈਣੀ ਹੈ, ਮਨਮਤ ਛੱਡ ਦੇਣੀ ਹੈ, ਬਸ। ਦੂਸਰੇ ਲਫ਼ਜ਼ਾਂ 'ਚ ਗੁਰਮਤਿ ਅਪਣਾ ਲੈਣੀ ਹੈ, ਮਨਮਤ ਤਿਆਗ ਦੇਣੀ ਹੈ। ਜੇ ਤਾਂ ਇਹ ਕਰ ਲਿਆ ਫਿਰ ਤਾਂ ਸਿੱਖ ਹੈ। ਜੇ ਇਹ ਨਾ ਕੀਤਾ, ਮੱਥਾ ਟੇਕ ਕੇ ਆ ਗਏ ਗੁਰਬਾਣੀ ਨੂੰ ਵੀ ਕਰਾਂਗੇ ਤਾਂ ਅਸੀਂ ਆਪਣੀ ਮਰਜ਼ੀ ਨੂੰ ਮੱਥਾ ਤੈਨੂੰ ਟੇਕ ਦਿੰਦੇ, ਵੀ ਤੂੰ ਬਹੁਤਾ ਖੜਾ ਨਾ ਕਰੀ ਵੀ ਸਾਨੂੰ ਜ਼ਰੂਰ ਮੰਨੋ। ਫਿਰ ਜਿਹੇ ਜਿਹੇ ਸਿੱਖ ਹੈਗੇ ਅਸੀਂ ਇਹੋ ਜਿਹੇ ਹੀ ਰਹਾਂਗੇ। ਸਿੱਖ ਤਾਂ ਨਹੀਂ ਹੈਗੇ, ਦਰਗਾਹ ਦੇ ਵਿੱਚ ਪ੍ਰਮਾਣ ਤਾਂ ਸਿੱਖ ਹੈ ਨਹੀਂ। ਉਹ ਆਪਣੇ ਆਪ ਨੂੰ ਅਸੀਂ ਸਿੱਖ ਮੰਨੀ ਜਾਈਏ, ਉਹ ਲੱਗ। ਮੁਸਲਮਾਨ ਵੀ ਆਪਣੇ ਆਪ ਨੂੰ ਮੁਸਲਮਾਨ ਮੰਨਦੇ ਨੇ, ਮੰਨੀ ਜਾਂਦੇ ਸੀ, ਮੁਸਲਮਾਨ ਹੈ ਨਹੀਂ ਸੀ। ਇਹ ਜਿਹੀ ਗੱਲ ਸਾਰੇ ਹੁੰਦੀ ਹੈ। ਸਾਰੇ ਸਿੱਖ ਬਣ ਜਾਣੇ ਪੋਸੀਬਲ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਸਿੱਖੀ ਤਾਂ ਬਹੁਤ ਔਖੀ ਗੱਲ ਹੈ, ਉਹ ਤਾਂ ਕੋਈ ਬਿਰਲੇ ਦੀ ਗੱਲ ਬਣਦੀ ਹੈ। ਜਿੰਨੀ ਕੁ ਮਨ ਹੁੰਦੀ ਹੈ ਉਨੀ ਕੁ ਤਾਂ ਮੰਨੇ। ਚਲੋ ਇਹ ਲੈ ਲਓ, ਇਹ ਜਨਮ 'ਚ ਨਹੀਂ, ਅਗਲੇ ਜਨਮ 'ਚ ਸਹੀ। ਜਿਹੜਾ ਤੁਰ ਪਿਆ ਆਦਮੀ, ਚੱਲ 2 ਰਾਤਾਂ ਕੱਟ ਕੇ ਚਲੇ ਜਾਓ, ਜੇ ਇੱਕੋ ਵਾਰ ਨਹੀਂ ਪਹੁੰਚਦਾ, ਰਾਹ ਦੇ 'ਚ ਇੱਕ ਅੱਧਾ ਪੜਾ ਕਰ ਲੂਗਾ, ਫਿਰ ਵੀ ਮੰਨਣਾ ਹੀ ਚਾਹੀਦਾ। ਮੰਨਣ ਵਾਲੇ ਪਾਸੇ ਤੁਰਨਾ ਚਾਹੀਦਾ। ਹਾਂ, ਸੁਣ ਕੇ ਜਿਹੜਾ ਉਲਟੇ ਪਾਸੇ ਜਾਂਦਾ ਨਾ, ਬਾਣੀ ਨੂੰ ਸੁਣ ਕੇ ਸਮਝ ਕੇ ਫਿਰ ਉਲਟੇ ਪਾਸੇ ਜਾਂਦਾ, ਉਹ ਖਤਰੇ 'ਚ ਜ਼ਿਆਦਾ ਹੈ। ਉਹ ਫਿਰ ਪੜ੍ਹਿਆ ਹੋਵੇ ਉਹ ਪਾਸੇ ਚਲੇ ਜਾਊਗਾ। ਸਤਿਯੁਗ ਰਥ ਸੰਤੋਖ ਕਾ। ਸਤਿਯੁਗ ਰਥ ਸੰਤੋਖ। ਸਤਿਯੁਗ ਦੇ ਵਿੱਚ ਜੀਵ ਸਾਰੇ ਸੰਤੋਖੀ ਹੁੰਦੇ ਨੇ। ਇਹਦੇ ਵਿੱਚ 12-13 ਸ਼ਬਦ ਨੇ। 12-13 ਸ਼ਬਦਾਂ ਦੇ ਵਿੱਚ ਸਿਰਫ ਯੁੱਗ ਸਮਝਾਏ ਹੋਏ ਨੇ। ਜਿਹੜੇ ਯੁੱਗ ਸਾਨੂੰ ਦੱਸੇ ਨੇ ਪੰਡਤ ਨੇ, ਉਹ ਸਾਰੇ ਯੁੱਗ ਗਲਤ ਦੱਸੇ ਨੇ, ਉਹ ਹੈ ਹੀ ਨਹੀਂ। ਇਸੇ ਕਰਕੇ ਗੁਰਬਾਣੀ ਨੇ ਸਿਮਰਤ ਸ਼ਾਸਤਰ ਸੋਧੇ ਨੇ। ਗੁਰਮੁਖਾਂ ਨੇ ਯੁੱਗ ਦੱਸੇ ਨੇ, ਗੁਰਮੁਖੀ ਬੂਝੇ ਯੁੱਗ ਚਤੁਆਰੇ। ਯੁੱਗ 4 ਜ਼ਰੂਰ ਨੇ, ਪਰ ਗੁਰਮੁਖਾਂ ਨੇ ਬੁੱਝੇ ਨੇ, ਕਿਉਂਕਿ ਜੋ ਦੱਸੇ ਗਏ ਨੇ ਉਹ ਗਲਤ ਨੇ। ਜਾਂ ਸਾਨੂੰ ਦੱਸੀ ਹੋਈ ਚੀਜ਼ ਗਲਤ ਹੋਵੇ ਤਾਂ ਬੁੱਝਣੀ ਪਊਗੀ, ਹੋਰ ਕੀ ਕਰਨਾ ਪਊਗਾ। ਜੋ ਪ੍ਰਚਾਰ ਹੋ ਰਿਹਾ ਉਹ ਤਾਂ ਗਲਤ ਹੋ ਗਿਆ, ਜਾਣ ਬੁੱਝ ਕੇ ਗਲਤ ਕੀਤਾ ਹੋਇਆ। ਪੰਡਤ ਦਾ ਪੰਡਤ ਪਹਾੜੀ ਬਾਟ ਕਿਹਾ ਹੋਇਆ। ਕੋਈ ਜਦ ਪਬਲਿਕ ਦੇ ਵਿੱਚ ਕੋਈ ਗੱਲ ਗਲਤਫਹਿਮੀ ਫੈਲਾ ਦਿੱਤੀ ਹੋਵੇ, ਗ੍ਰੰਥਾਂ ਜੋ ਕਦੋਂ ਮਿਲੇ ਹੀ ਨਾ ਤੁਹਾਨੂੰ, ਤੇ ਫਿਰ ਤਾਂ ਬੁੱਝਣਾ ਹੀ ਪਊ। ਗੁਰਬਾਣੀ ਦੇ ਵਿੱਚ ਜਿਹੜੀ ਚੀਜ਼ ਹੈ ਨਾ, ਜੋ ਵੀ ਗੱਲ ਹੈ, ਇਹ ਬੁੱਝਣ ਵਾਲੀ ਉਹ ਹੈ। ਗੁਰਮੁਖ ਬੂਝੇ ਯੁੱਗ ਚਤੁਆਰੇ, ਘਟ ਘਟ ਵਰਤੇ ਉਧਰ ਬੁਝਾਰੇ। ਬਾਹਰ ਨਹੀਂ ਯੁੱਗ ਹੁੰਦਾ, ਕਿਸੇ ਯੁੱਗ ਦਾ ਪ੍ਰਭਾਵ ਬਾਹਰ ਨਹੀਂ ਹੁੰਦਾ। ਬਾਹਰ ਤਾਂ ਉਹੀ ਚੰਦ, ਉਹੀ ਤਾਰੇ, ਉਹੀ ਸੂਰਜ, ਉਹੀ ਹਵਾ, ਸਭ ਕੁਝ ਉਹੀ ਰਹਿੰਦਾ। ਬਾਹਰ ਨਹੀਂ ਯੁੱਗ ਬਦਲਦਾ। ਯੁੱਗ ਬਦਲਦਾ ਅੰਦਰ ਆਦਮੀ ਦੇ, ਉਹਦਾ ਸੁਭਾਅ ਬਦਲਦਾ, ਯੁੱਗ ਬਦਲਦਾ।
ਜੇ ਆਦਮੀ ਪਾਪੀ ਅਪਰਾਧੀ ਹੋ ਗਿਆ, ਕਲਯੁਗੀ ਜੀਵ ਹੈ ਉਹ। ਜੋ ਭਗਤ ਹੋ ਗਿਆ, ਸਤਜੁਗੀ ਜੀਵ ਹੈ। ਉਹਦੇ ਅੰਦਰ ਸਤਜੁਗ ਵਰਤਦਾ ਹੈ, ਉਹਦੇ ਅੰਦਰ ਕਲਯੁਗ ਵਰਤਦਾ। ਇੱਥੇ ਦੋਏ ਯੁੱਗ ਵਰਤਣਗੇ ਸੰਸਾਰ 'ਚ। ਜਿਹੜਾ ਜੀਵਨ ਹੈ ਨਾ ਮਨੁੱਖਾ ਜੀਵਨ, ਇਹਦੇ ਵਿੱਚ ਦੋ ਯੁੱਗ ਵਰਤ ਸਕਦੇ ਨੇ ਸਿਰਫ, ਜਿੰਨਾ ਚਿਰ ਸਾਡੇ ਕੋਲ ਸਰੀਰ ਹੈ। ਤੀਜਾ ਨਹੀਂ ਵਰਤ ਸਕਦਾ। ਇਹ ਸਮਝਣ ਵਾਲੀ ਗੱਲ ਹੈ। ਹੁਣ ਦੋ ਹੀ ਯੁੱਗ ਵਰਤਣਗੇ, ਤੀਜਾ ਨਹੀਂ ਵਰਤ ਸਕਦਾ। ਇੱਕ ਯੁੱਗ ਗਰਭ 'ਚ ਹੁੰਦਾ, ਉਹ ਅਲੱਗ ਹੈ, ਉਹ ਸਮਾਂ ਹੀ ਅਲੱਗ ਹੈ ਗਰਭ ਦਾ। ਪਹਿਲਾਂ ਇੱਥੇ ਵਾਲੇ ਸਮਝ ਲਈਏ ਦੋ ਕਿਹੜੇ ਕਿਹੜੇ ਨੇ। ਇੱਥੇ ਕਲਯੁਗ ਤਾਂ ਹੈ। ਉਹ ਕਲਯੁਗ ਦਾ ਮਤਲਬ ਅਸੀਂ ਕਲਪਨਾ ਜਿਹੜੀ ਕਰਦੇ ਹਾਂ ਨਾ, ਹੁਕਮ ਦਾ ਵਿਰੋਧ ਕਰਦੇ ਹਾਂ। ਇੱਕ ਤਾਂ ਹੁਕਮ ਦਾ ਵਿਰੋਧ ਕਰਨਾ, ਇਹ ਹੁਕਮ ਦਾ ਵਿਰੋਧ ਛੱਡ ਕੇ ਭਾਣੇ ਚੱਲਣਾ। ਜਿਹੜੇ ਭਾਣੇ ਚੱਲਦੇ ਨੇ ਸਤਜੁਗੀ ਜੀਵ ਨੇ, ਜਿਹੜੇ ਭਾਣੇ ਦਾ ਵਿਰੋਧ ਕਰਦੇ ਨੇ ਕਲਯੁਗੀ। ਬਸ ਇਹ ਤਾਂ ਦੋ ਹੋ ਗਏ। ਕਾਟਾ ਕਰੀਏ ਇੱਥੇ ਭਾਣੇ 'ਚ ਚੱਲਣ ਵਾਲੇ ਸੱਚਖੰਡ ਦੇ ਵਾਸੀ ਹੁਣ ਵੀ ਸੱਚਖੰਡ ਦੇ ਵਾਸੀ ਉਹਨੇ, ਚਾਹੇ ਇੱਥੇ ਰਹਿਣ। ਸਰੀਰ ਛੱਡਣ ਦੇ ਬਾਅਦ ਤਾਂ ਪੱਕੇ ਹੀ ਚਲੇ ਜਾਣਗੇ ਉਹ। ਹੁਣ ਉਹਨਾਂ ਦਾ ਨਿਸ਼ਾਨ ਹੈਗਾ ਸਰੀਰ ਕਰਕੇ, ਸਰੀਰ ਕਰਕੇ ਹੈਗਾ ਉਹਨਾਂ ਦਾ। ਹੁਣ ਚਾਹੇ ਅਮਰੀਕਾ 'ਚ ਬੈਠਾ ਸਾਡਾ ਅੰਬੈਸਡਰ, ਪਰ ਜਿੰਨਾ ਚਿਰ ਉਹ ਉੱਥੇ ਔਨ ਡਿਊਟੀ ਹੈ ਉਹਨਾਂ ਚਿਰ, ਨਹੀਂ ਤਾਂ ਫਿਰ ਹਿੰਦੁਸਤਾਨ 'ਚ ਆਏ ਜਾਣ ਉੱਥੋਂ। ਅਗਲੇ ਨੇ ਹਿੰਦੁਸਤਾਨ ਵਾਲੇ ਨੇ ਕਹਿਤਾ ਭਾਈ ਤੇਰਾ ਸਮਾਂ ਖਤਮ, ਆਪਣੇ ਵਾਪਸ ਆ ਜੂ, ਦੇਸ਼ 'ਚ ਆ ਜੂ, ਜਾਂ ਬੁਲਾ ਲੈਣਗੇ। ਉਹ ਤਾਂ ਇੱਕ ਏਜੰਟ ਹੈ ਇੱਥੇ ਬੈਠਾ, ਹੁਕਮੀ ਬੰਦਾ ਤਾਂ ਇੱਥੇ ਇੱਕ ਉਹਨਾਂ ਦਾ ਏਜੰਟ ਵਾਂਗੂ ਹੀ ਬੈਠਾ। ਜੋ ਬੁਲਾਉਂਦੇ ਨੇ ਬੋਲ ਦਿੰਦਾ, ਜੋ ਕਰਾਉਂਦੇ ਨੇ ਕਰ ਲੈਂਦਾ। ਉਹ ਇੱਥੇ ਹੁੰਦਾ ਹੋਇਆ ਵੀ ਇੱਥੇ ਹੈ ਨਹੀਂ। ਉਹਦੇ ਵਾਸਤੇ ਗੁਰਬਾਣੀ ਇਹ ਕਹਿੰਦੀ ਹੈ, ਭੇਦ ਨਾ ਜਾਣੋ ਮਾਨਸ ਦੇਹਾ, ਹਰ ਕਾ ਸੇਵਕ ਸੋ। ਦੇਖੋ ਹਰ ਕਾ ਸੇਵਕ ਆ, ਗੁਰੂ ਨਹੀਂ ਹੈ ਕਿਸੇ ਦਾ। ਉਹ ਕਿਸੇ ਦਾ ਗੁਰੂ ਨਹੀਂ ਹੈ। ਰਾਜਾ ਕੌਣ ਹੈ? ਰਾਜਾ ਹਰ ਹੈ। ਰਾਜਾ ਹਿੰਦੁਸਤਾਨ 'ਚ ਉਹ ਜਿਹੜਾ ਉੱਥੇ ਅੰਬੈਸਡਰ, ਉਹ ਥੋੜ੍ਹੀ ਰਾਜਾ, ਉਹਦਾ ਸੇਵਕ ਹੈ ਦੇਸ਼ ਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜੇ ਗੁਰਬਾਣੀ ਨੂੰ ਠੀਕ ਠੀਕ ਸਮਝੀਏ, ਕੋਈ ਭਰਮ ਨਹੀਂ ਰਹਿ ਜਾਂਦਾ। ਭਰਮ ਤਾਂ ਮੂਰਖਾਂ ਨੇ ਪਾਏ ਹੋਏ ਨੇ। ਉਹਨਾਂ ਲੋਕਾਂ ਨੇ ਭਰਮ ਪਾਏ ਨੇ ਜਿਨ੍ਹਾਂ ਨੇ ਗੁਰੂ ਆਪ ਬਣਨਾ ਸੀ, ਸੰਤ ਆਪ ਬਣਨਾ ਸੀ, ਗੱਦੀਆਂ ਆਪ ਲਾਉਣੀਆਂ ਸੀਆਂ, ਗੱਦੀਆਂ ਗਾਹਾਂ ਦੇਣੀਆਂ ਸੀਆਂ, ਡੇਰੇ ਬਣਾਉਣੇ ਸੀ। ਉਹਨਾਂ ਨੇ ਸਾਰਾ ਕੁਝ ਨਸ਼ਟ ਕਰਨਾ ਸੀ। ਨਸ਼ਟ ਜੋ ਥਿਊਰੀ, ਜੋ ਪ੍ਰਭਾਵ, ਜੋ ਮਤ, ਗੁਰਮਤ ਪਰਿਵਰਤਨ ਕਰਦੀ ਹੈ ਨਾ, ਪਰਿਵਰਤਨ ਲਿਆਉਂਦੀ ਹੈ, ਤਬਦੀਲੀ ਲਿਆਉਂਦੀ ਹੈ, ਉਹ ਤਬਦੀਲੀ ਨੂੰ ਨਸ਼ਟ ਕਰਨ ਵਾਲੇ ਏਜੰਟ ਹੈ ਸਾਰੇ ਸੰਤ ਨੇ। ਸੰਤਾਂ ਦੇ ਖਿਲਾਫ ਹੈ ਨਾ ਬਾਣੀ। ਗੁਰਬਾਣੀ ਇਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਗੱਦੀਆਂ ਲਾਉਂਦੇ ਨੇ, ਸੰਤ ਕਹਾਉਂਦੇ ਨੇ, ਸਾਧ ਕਹਾਉਂਦੇ ਨੇ, ਆਪ ਉੱਚੇ ਬੜੇ ਬਣਦੇ ਨੇ, ਲੋਕਾਂ ਨੂੰ ਨੀਵਾਂ ਸਮਝਦੇ ਨੇ, ਪੈਰੀਂ ਹੱਥ ਲਵਾਉਂਦੇ ਨੇ। ਸਮਝੇ? ਇਹਨਾਂ ਸਾਰਿਆਂ ਦੇ ਖਿਲਾਫ ਹੈ ਗੁਰਬਾਣੀ। ਗੁਰਬਾਣੀ ਦੀਆਂ ਨਿਵੇਂ ਸੋ ਗੌਰਾ ਹੋਏ, ਸਾਰਿਆਂ ਨੂੰ ਨੀਵਾਂ ਹੋਵੇ, ਗਰੀਬ ਹੋਵੇ, ਗਰੀਬੀ ਗਦਾ ਹਮਾਰੀ। ਇਹ ਹੰਕਾਰੀ ਉੱਚੇ ਬਣਨਾ ਚਾਹੁੰਦੇ ਨੇ। ਉਹ ਜਿਹੜੇ ਉੱਚੇ ਬਣਨ ਦੀ ਇੱਛਾ ਰੱਖਦੇ ਨੇ, ਉਹਨਾਂ ਦਾ ਗੁਰਬਾਣੀ ਖਿਲਾਫ ਹੈ। ਉਹ ਕਹਿੰਦੇ ਨੇ ਇਹਨੂੰ ਖਰਾਬ ਕਰੀਏ। ਫਿਰ ਇਹ ਤਾਂ ਸਾਡਾ ਉਹਨੇ ਖਰਾਬ ਕਰਤਾ। ਪਿੱਛੇ ਤਾਂ ਅਸੀਂ ਗੱਦੀਆਂ ਲਾਉਂਦੇ ਆਏ ਹਾਂ, ਕਿਉਂਕਿ ਰਾਜਾ ਇਹਦਾ ਸੁਭਾਅ ਇੱਕੋ ਜਿਹਾ ਹੁੰਦਾ ਸੰਤਾਂ ਦਾ। ਇਹਨਾਂ ਦਾ ਜਿਹੜੇ ਰਾਜੇ ਨੇ ਨਾ, ਉਹਨਾਂ ਨਾਲ ਬੜੀ ਦਾਲ ਗਲਦੀ ਹੈ। ਇਹਨਾਂ ਦੀ ਦਾਲ ਗਲਦੀ ਹੈ, ਗੁਰਮੁਖਾਂ ਦੀ ਦਾਲ ਗਲਦੀ ਰਾਜੇ ਨਾਲ। ਉਹ ਇਹਨਾਂ ਦਾ ਫੜ ਮਾਰਦੀਆਂ ਸੱਚ ਮੂੰਹ ਤੇ ਕੱਢ ਕੇ। ਹੁਣ ਇਹਨਾਂ ਨੂੰ ਕੌਣ, ਨਾ ਇਹਨਾਂ ਨੇ ਕਿਸੇ ਦੇ ਮਨਾਏ ਮੰਨਣਾ, ਨਾ ਰਿਸ਼ਵਤ ਨਾ ਮੰਨਣਾ, ਨਾ ਲਿਹਾਜ਼ ਕਰਨੀ ਹੈ, ਨਾ ਕਿਸੇ ਰਿਸ਼ਤੇਦਾਰ ਦੇ ਕਹਿਣ 'ਤੇ ਮੰਨਣਾ। ਰਿਸ਼ਤੇਦਾਰ ਵੀ ਸਾਥ ਛੱਡ ਦਿੰਦੇ ਨੇ। ਨਾਨਕ ਨੂੰ ਬਥੇਰਾ ਸਮਝਾਇਆ ਉਹ ਘਰਦਿਆਂ ਨੇ ਵੀ ਤੂੰ ਨਾ ਬੋਲ ਏਦਾਂ, ਨਹੀਂ ਜਦ ਹਟਿਆ ਉਹ ਸਾਥ ਛੱਡ ਕੇ। ਉਹ ਸਮਾਂ ਮੁੰਡੇ ਨੂੰ ਸੰਤ ਬਣਾ, ਜੋਗੀ ਉਹਦਾ ਚੇਲਾ ਬਣਾ ਤਾ, ਕੰਨ ਪੜਵਾ ਤੇ ਵਿਰੋਧ ਕਰਕੇ ਹੀ ਵੀ ਸਾਡੀ ਇਹ ਨਹੀਂ ਮੰਨਦਾ, ਅਸੀਂ ਇਹਦੀ ਨਹੀਂ ਮੰਨਦੇ, ਨਾ ਮੰਨੋ। ਇਹ ਕਿਸੇ ਦਾ ਨਹੀਂ ਹੁੰਦਾ। ਭਗਤ ਪਰਮੇਸ਼ਰ ਦਾ ਹੈ, ਹੋਰ ਕਿਸੇ ਦਾ ਨਹੀਂ ਹੈ। ਆਪਾਂ ਕਹਿੰਦੇ ਬੰਦਾ ਕਿਸੇ ਦਾ ਨਹੀਂ, ਜਿਹੜਾ ਭਗਤ ਉਹ ਦੁਨੀਆ 'ਚ ਕਿਸੇ ਦਾ ਨਹੀਂ ਹੈ। ਉਹ ਨਹੀਂ ਕਿਸੇ ਦਾ। ਕਹਿੰਦਾ ਤੁਮ ਸੰਗ ਜੋੜ ਔਰ ਸੰਗ ਤੋੜੀ, ਉਹ ਤਾਂ ਆਪੇ ਕਹਿੰਦਾ। ਉਹ ਨਹੀਂ ਕਿਸੇ ਦਾ ਹੈਗਾ।
ਜਿਹੜਾ ਕਿਸੇ ਦਾ ਉਹ ਪਰਮੇਸ਼ਰ ਦਾ ਨਹੀਂ ਹੈ, ਜਿਹੜਾ ਹੋਰ ਕਿਸੇ ਦਾ ਪਰਮੇਸ਼ਰ ਦਾ ਨਹੀਂ ਹੈ, ਜਿਹੜਾ ਪਰਮੇਸ਼ਰ ਦਾ ਕਿਸੇ ਦਾ ਨਹੀਂ ਹੈ ਸੰਸਾਰ 'ਚ। ਜੇ ਕਿਸੇ ਦਾ ਬਣ ਗਿਆ ਉਹ ਰਾਹ ਛਡਾ ਦੂ, ਉਹ ਰਾਹ ਛਡਾ ਦੂਗਾ, ਉਹਦਾ ਪ੍ਰੈਸ਼ਰ ਪਾ ਦੂਗਾ ਕੱਲ ਨੂੰ। ਤਾਂ ਹੀ ਉਹ ਕਹਿੰਦਾ ਸਾਧੂ ਕੋ ਮਿਲਣੇ ਜਾਈਏ ਸੰਗ ਨਾ ਲੀਜੇ ਕੋਈ, ਨਾਲੇ ਨਾ ਲੈ ਕੇ ਜਾਓ ਕਿਸੇ ਨੂੰ। ਮੈਂ ਕਹਾ ਮੈਂ ਸੰਤ ਦੀ ਗੱਲ ਮੰਨਣੀ ਆ, ਨਾਲ ਦਾ ਮੰਨਣ ਨਾ ਦਵੇ। ਮੈਂ ਖਾਮ ਖਾ ਕਲੇਸ਼ ਖੜਾ ਕਰ ਲਾ ਨਾਲ ਜਾ ਕੇ, ਦੂਏ ਆਦਮੀ ਨੂੰ ਉਹਦੀ ਰਾਏ ਲੈਣੀ ਪਵੇ। ਲੈ ਕੇ ਨਾ ਜਾਇਓ ਕਿਸੇ ਨੂੰ ਨਾਲ, ਕਿਸੇ ਦੇ ਨਾਲ ਬਣ ਕੇ ਜਾਇਓ, ਨਾ ਕਿਸੇ ਨੂੰ ਬਣਾਇਓ ਆਪਣਾ ਪਰਮੇਸ਼ਰ ਦੇ ਬਿਨਾਂ, ਨਾ ਕਿਸੇ ਦੇ ਬਣਿਓ। ਜੇ ਸੁਖੀ ਰਹਿਣ, ਜੇ ਸਭ ਦੇ ਬਣਾਓਗੇ, ਸਭ ਨੂੰ ਨਾਲ ਲੈ ਕੇ ਚੱਲੋਗੇ, ਫਿਰ ਇੱਥੇ ਹੀ ਰਹੋਗੇ ਆਨੰਦ 'ਚ। ਇੱਥੇ ਜਿਹੋ ਜਿਹਾ ਆਨੰਦ ਹੈਗਾ ਪਤਾ ਹੀ ਹੈ, ਇੱਥੇ ਰਹੋ, ਇੱਥੇ ਮੇਲਾ ਬੜਾ। ਸਤਿਯੁਗ ਦੇ ਵਿੱਚ ਸੰਤੋਖੀ ਹੁੰਦੇ ਨੇ ਸਾਰੇ। ਸਤਿਯੁਗ ਸਤ ਕਹੇ ਸਭ ਕੋਈ, ਘਰ ਘਰ ਗੁਰਮੁਖੀ ਭਗਤੀ ਹੋਈ। ਹਰ ਹਿਰਦੇ ਵਿੱਚ ਗੁਰਮੁਖੀ ਭਗਤੀ ਪ੍ਰਗਟ ਹੁੰਦੀ ਹੈ, ਸ਼ਬਦ ਗੁਰੂ ਪ੍ਰਗਟ ਹੁੰਦਾ। ਜੇ ਸਾਰਿਆਂ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ, ਗੁਰਮੁਖੀ ਭਗਤੀ ਹੁੰਦੀ ਹੈ, ਫਿਰ ਰਚਨਾ ਕਿੱਥੇ ਉੱਥੇ? ਸਾਰੇ ਮੁਕਤ ਨੇ। ਇਹ ਇੱਕ ਸ਼ਬਦ ਇਹ ਹੋ ਗਿਆ। ਦੂਜਾ ਆਪਾਂ ਹੋਰ ਕਰ ਲੈਂਦੇ। ਪ੍ਰਥਮੇ ਵਸਿਆ ਸੱਤ ਕਾ ਖੇੜਾ। ਸਭ ਤੋਂ ਪਹਿਲਾਂ ਕੀ ਹੈ? ਸਾਰੇ ਲੋਕ ਵਸੇ ਨੇ, ਸਾਰਿਆਂ ਦੇ ਅੰਦਰ ਸੱਚ ਹੈ, ਸਾਰਿਆਂ ਦੇ ਜਿਹੜੇ ਖੜੇ ਹੋਏ ਨੇ। ਸੱਤ ਕਾ ਖੇੜਾ, ਇਹ ਤਾਂ ਰਚਨਾ ਹੈ ਨਹੀਂ। फिर आ गया तृतीय, त्रेता। तृतीय में कछ पिया दुतेड़ा, माना चित तेड़ पैगी। रचना आजो भी नहीं है, माया आजो भी नहीं है, ये अब्बल लो नूर पाया। तृतीय में कछ पिया दुतेड़ा, बुझे हुए ने ਜਿਹੜੇ दसे ने। द्वितीय अर्धो अर्ध समाना। द्वापर च की होया, अद्धा है जो ਜਿਹੜੇ ਤੇੜ ਪੈਂਦੀ, अद्धा मन, उधरों माया अद्धी, दो एक हो गए। ਹੁਣ अद्धी ਦਾ माया, शरीर ਤਾਂ माया ਦਾ। चेतना, चेतना सच है, शरीर झूठ है। सच और झूठ का मेल करके मूर्ति खड़ी करती। माटी का पुतरा कैसे नचता, नचन लग गया। माया और चेतन और जड़ दो इकट्ठे करके ऐसा जोड़ लाया है, पैदा करता। इसका मतलब माया द्वापर जाके पैदा हुई है। द्वितीय द्वापर, अर्धो अर्ध समान। अद्धा हिस्सा सी जिहड़ा मन माया च समा गया शरीर च। जिहड़ा अद्धा दूआ हिस्सा रह गया वो नहीं समाया, वो साह लैंदा मूल। जोत समाई है, चाप नहीं समाया, तत्त नहीं समाया, जोत समाई है। वो तत्त, ये जोत है, जोत समाई है। जिमें और बिजली का चालन जिहड़ा अपने कोल आ रहा होर चीज़ है, तो बिजली नूं उंगल लावांगे होर चीज़ है। जे उंगल बिजली नूं ला दोगे ना तार च, फिर गल होर है। ये करंट नहीं मार दो, करंट मारूगी। है ਉਹਦਾ ही रूप है जो आ रहा है अपना चन्न, बस ਉਹਦਾ रूप है। मन तू जोत स्वरूप है। स्वरूप तां कह वखरा नहीं, स्वयं का रूप है ਉਹਦਾ, स्वयं का रूप। ਜਿਵੇਂ ਕਿਸੇ ਚੀਜ਼ ਦੇ ਵਿੱਚ ਲਾਲ ਇੱਥੇ ਰੱਖਿਆ ਹੈ, ਲਾਲ ਚੋਂ ਜਿਹੜੀ ਬਾਹਰ ਲਾਈਟ ਗਈ ਹੈ, ਉਹ ਲਾਲ ਦਾ ਹੀ रूप है, स्वयं लाल का रूप है। लाल नहीं है ਉਹਦਾ रूप है, लाल नहीं है। ਚਾਨਣ ਉਹਦਾ रूप है बिजली का, बिजली ਦੀ। ਆਪਾਂ ਮਿਸਾਲ ਇਹ ਦੇ ਸਕਦੇ ਹਾਂ, ਹੋਰ ਕੀ ਕਰ ਸਕਦੇ। ਮਿਸਾਲ 100% ਦੀ ਤਾਂ ਠੀਕ ਹੁੰਦੀ ਨਹੀਂ, 100% ਦੀ ਠੀਕ ਨਹੀਂ ਹੁੰਦੀ ਮਿਸਾਲ ਕੋਈ ਵੀ ਮਾਇਆ 'ਚ। ਇਸ ਕਰਕੇ ਗੱਲ ਬੁੱਝਣ ਵਾਲੀ ਫੇਰ ਰਹਿ ਜਾਂਦੀ ਹੈ ਉੱਥੇ।
ਸਾਡੇ ਕੋਲ ਵੀ ਪ੍ਰਮਾਣ ਨੇ, ਉਹਨਾਂ ਨੇ ਜਾਣੀ ਜ਼ਿਆਦਾ ਸਾਡੇ ਨੂੰ ਸਟੀਕ ਪ੍ਰਮਾਣ ਦੇ ਦਿੱਤੇ ਗੁਰੂਆਂ ਨੇ। ਸਾਡੀ ਬੁੱਧੀ ਜਰਾ ਘੱਟ ਆਇਆ, ਅਸੀਂ ਘੱਟ ਦੇ ਦਿੰਦੇ। ਜਿੰਨੀ ਕਿਸੇ ਦੀ ਬੁੱਧੀ ਹੁੰਦੀ ਉਹ ਜਿਹੇ ਪ੍ਰਮਾਣ ਦੇ ਸਕਦਾ। ਹਾਂਜੀ, ਸਤਿਗੁਰ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਧਰਮ ਅੱਗੇ ਰਥਵਾ, ਅੱਗੇ ਕੀ ਹੈ? ਧਰਮ। ਧਰਮ ਸੱਚ, ਇਹਦਾ ਮਤਲਬ ਸੱਚਖੰਡ ਵੱਲ ਜਾ ਰਿਹਾ ਉਹ। ਜੇ ਧਰਮ ਰਥਵਾ ਹੈ ਤਾਂ ਸਫ਼ਰ ਕਿੱਧਰ ਨੂੰ ਹੋ ਰਿਹਾ? ਸੱਚਖੰਡ ਵੱਲ ਨੂੰ। ਜੇ ਅਧਰਮ ਰਥਵਾ ਹੈ ਫਿਰ ਕਿੱਧਰ ਨੂੰ? ਫਿਰ ਨਰਕ ਵੱਲ ਨੂੰ, ਝੂਠਖੰਡ ਵੱਲ ਨੂੰ। ਪੰਜਵੇਂ ਪਾਤਸ਼ਾਹ ਵੀ ਇਹ ਕਹਿੰਦੇ ਨੇ, ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਕਲਯੁਗ ਨਹੀਂ ਸੀ ਫਿਰ ਕੀ ਸੀ? ਫਿਰ ਸਤਿਯੁਗ ਸੀ। ਕਿਹਦੇ ਨਾਲ ਨਹੀਂ ਮਿਲਤੇ? ਇੱਕ ਘੜੀ ਨਾ ਮਿਲਤੇ ਆਪਣੇ ਮੂਲ ਨਾਲ। ਜੇ ਆਪਣੇ ਮੂਲ ਨਾਲ, ਸਤ ਸਰੂਪ ਨਾਲ ਨਹੀਂ ਜੁੜੇ ਹੋਏ, ਸੱਚ ਨਾਲ ਨਹੀਂ ਜੁੜੇ ਹੋਏ, ਤਾਂ ਕਲਪਨਾ ਸ਼ੁਰੂ ਹੋ ਜਾਂਦੀ ਹੈ, ਕਲਯੁਗ ਹੋ ਜਾਂਦਾ ਅੰਦਰ। ਯਾਨੀ ਜਦੋਂ ਆਦਮੀ ਕਲਪਨਾ ਕਰਦਾ ਮਾਇਆ ਦੀ, ਕਲਯੁਗ ਹੁੰਦਾ ਉਦੋਂ। ਹੋਰ ਕਲਯੁਗ ਕੁਛ ਨਹੀਂ ਹੈਗਾ। ਕਲਯੁਗ ਕੁਛ ਨਹੀਂ ਹੈ। ਕਲਯੁਗ ਚਾਹੇ ਇਹਨਾਂ ਦਾ ਕੁਛ ਵੀ ਬਣਾਇਆ ਹੋਵੇ। ਗੁਰਬਾਣੀ ਦਾ ਕਲਯੁਗ ਕੀ ਹੈ? ਹੁਕਮ ਦਾ ਵਿਰੋਧ ਕਰਨਾ। ਸਾਡੇ ਅੰਦਰ ਜਿਹੜੀ ਸਾਡੀ ਆਪਣੀ ਸੋਚ ਪੈਦਾ ਹੁੰਦੀ ਹੈ, ਮਨ ਦੀਆਂ ਭੁੱਖਾਂ ਨੇ, ਕਲਪਨਾ ਪੈਦਾ ਹੁੰਦੀ ਹੈ, ਇੱਛਾਵਾਂ ਪੈਦਾ ਹੁੰਦੀਆਂ ਨੇ, ਇਹਨੂੰ ਕਲਯੁਗ ਕਹਿੰਦੇ ਨੇ। ਜੇ ਕੋਈ ਇੱਛਾ ਸਾਡੀ ਹੈ ਹੀ ਨਹੀਂ, ਜੋ ਪਰਮੇਸ਼ਰ ਨੂੰ ਚਾਹੂਗਾ ਉਹ ਦੇਊਗਾ, ਅਸੀਂ ਸੰਤੋਖ ਹੋ ਕੇ ਬਹਿ ਗਏ, ਫਿਰ ਸਤਿਯੁਗ ਹੈ। ਜੇ ਤਾਂ ਸੰਤੋਖੀ ਹੈ ਫਿਰ ਸਤਿਯੁਗ ਹੈ। ਸਤਿਯੁਗ ਰਥ ਸੰਤੋਖ। ਜੇ ਤਾਂ ਸੰਤੋਖੀ ਹੈ ਫਿਰ ਤਾਂ ਅੰਦਰ ਸਤਿਯੁਗ ਹੈ। ਜੇ ਸੰਤੋਖੀ ਨਹੀਂ ਹੈਗਾ, ਇੱਛਾਵਾਂ ਪੈਦਾ ਮਾਇਆ ਦੀਆਂ, ਉਹ ਵਿਗੜ ਨਾ ਜਾਵੇ, ਉਹ ਨਾ ਵਿਗੜ ਜਾਵੇ, ਆਹ ਮਿਲਣਾ ਚਾਹੀਦਾ, ਉਹ ਮਿਲਣਾ, ਫਿਰ ਉਹ ਕਲਯੁਗ ਹੈ। ਦੋ ਹੀ ਅਵਸਥਾ ਹੁੰਦੀਆਂ ਨੇ, ਤੀਜੀ ਅਵਸਥਾ ਇਹ ਜੀਵਨ 'ਚ ਨਹੀਂ ਹੁੰਦੀ। ਬਾਕੀ ਦੀਆਂ ਦੋ ਅਵਸਥਾਵਾਂ ਕਿਹੜੀਆਂ ਨੇ? ਇੱਕ ਗਰਭ ਦੀ ਅਵਸਥਾ, ਦੁਆਪਰ ਕਹਿੰਦੇ ਨੇ ਉਹਨੂੰ, ਦੁਤੀਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਦੁਆਪਰ ਇੱਥੇ ਹੀ ਹੋਊ। ਉੱਥੇ ਕ੍ਰਿਸ਼ਨ ਮੁਰਾਰ ਹੈ। ਆ ਜਿਹੜਾ ਕ੍ਰਿਸ਼ਨ ਕਾਲਾ ਹੈ ਨਾ ਮਨ, ਇਹ ਜੋੜਤਾ ਮਾਇਆ 'ਚ। ਇਹ ਮਾਇਆ 'ਚ ਜੋੜਿਆ, ਕਰਤਾਰਥ ਵਾਸਤੇ ਜੋੜਿਆ, ਉਹ ਭਲਾ ਕਰਨ ਵਾਸਤੇ ਜੋੜਿਆ। ਮਾਇਆ 'ਚ ਤਾਂ ਜੋੜਿਆ, ਇਹਦੇ ਭਲੇ ਵਾਸਤੇ ਜੋੜਿਆ ਉਹ ਤਾਂ। ਬੁਰਾ ਕਰਨ ਵਾਸਤੇ ਨਹੀਂ ਜੋੜਿਆ ਹੈ ਇਹਨੂੰ। ਇਹਨੇ ਤਪ ਕਰਕੇ ਸਰੀਰ ਲਿਆ ਹੈ, ਆਪਣੇ ਭਲੇ ਵਾਸਤੇ ਹੀ ਲਿਆ। ਇਹ ਦੁਆਪਰ ਹੈ, ਸਮਝਿਆ ਨਹੀਂ? ਉਹ ਤ੍ਰੇਤਾ ਉਦੋਂ ਹੈ ਜਦੋਂ ਇਹ ਸਰੀਰ ਛੱਡੂਗਾ। ਤ੍ਰੇਤੇ ਵਿੱਚ ਇਹਦਾ ਕੋਈ ਇੱਕ ਸੂਖਮ ਸਰੀਰ ਹੁੰਦਾ, ਸਿਰਫ ਸੂਖਮ ਦੇਹ ਹੁੰਦੀ ਹੈ, ਦੂਜਾ ਨਹੀਂ ਹੁੰਦਾ। ਦੁਆਪਰ 'ਚ ਦੋ ਹੋ ਜਾਂਦੇ ਨੇ, ਦੋ ਦੀ ਬਜਾਏ ਵੀ ਤਿੰਨ ਹੋ ਜਾਂਦੇ ਨੇ। ਇੱਕ ਤਾਂ ਮਾਇਆ ਦਾ, ਮਾਤਾ ਦਾ ਗਰਭ, ਪਹਿਲੀ ਤਾਂ ਇਹ ਗੱਲ। ਫਿਰ ਦੂਆ ਇੱਕ ਮਾਇਆ ਰੇ ਸੂਖਮਰ, ਜਿਹੜਾ ਦੂਆ ਮਾਇਆ ਦਾ ਸਰੀਰ, ਦੋ ਇਕੱਠੇ ਹੋ ਰਹੇ ਨੇ। ਇਕੱਠਾ ਵੀ ਹੋ ਗਿਆ। ਇੱਕ ਇਹਦਾ ਆਪਣਾ ਸਰੀਰ ਆ ਮਾਇਆ ਵਾਲਾ, ਇੱਕ ਇਹਦਾ ਸੂਖਮ ਸਰੀਰ, ਇੱਕ ਮਾਇਆ ਦਾ ਮਾਤਾ ਦਾ ਗਰਭ। ਉੱਥੇ ਤਿੰਨ ਨੇ ਇਕੱਠੇ। ਉਹ ਦੁਨੀਆ ਅੱਡ ਹੋ ਗਈ। ਫਿਰ ਇੱਕ ਹੋਰ ਹੈ, ਉੱਥੇ ਤਾਂ ਕੋਈ ਸਰੀਰ ਹੈਗਾ, ਸਾਹ ਨਹੀਂ ਆਉਂਦਾ, ਸਾਹ ਨਹੀਂ ਆਉਂਦਾ ਉੱਥੇ। ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖਿਆ, ਉੱਥੇ ਬਿਨ ਸਾਸ ਤੇ ਰੱਖਿਆ। ਦੁਆਪਰ ਹੈ। ਦੁਆਪਰ 'ਚ ਸਾਸ ਨਹੀਂ ਆਉਂਦਾ ਹੁੰਦਾ ਕਦੇ ਵੀ, ਉੱਥੇ ਸਾਸ ਨਹੀਂ ਹੁੰਦਾ ਹੈ। ਤਾਂ ਹੀ ਉਹ ਕਹਿੰਦੇ ਨੇ ਤਪ ਲਾ ਕੇ ਬਹਿ ਜਾਂਦੇ ਨੇ, ਉੱਥੇ ਕਰਦੇ ਨੇ, ਉੱਥੇ ਨਹੀਂ ਸਾਹ ਆਉਂਦਾ। ਕਲਯੁਗ 'ਚ ਸਾਹ ਆਉਂਦਾ, ਤ੍ਰੇਤੇ ਸਾਹ ਨਹੀਂ ਆਉਂਦਾ। ਦੇਖੋ, ਸਾਹ ਸਿਰਫ ਕਲਯੁਗ 'ਚ ਆਉਂਦਾ, ਨਾ ਤ੍ਰੇਤੇ 'ਚ ਆਉਂਦਾ, ਨਾ ਦੁਆਪਰ 'ਚ ਆਉਂਦਾ। ਦੁਆਪਰ 'ਚ ਮਾਇਆ ਦਾ ਸਰੀਰ ਹੁੰਦੇ ਹੋਏ ਵੀ ਸਾਹ ਨਹੀਂ ਆਉਂਦਾ।
ਤ੍ਰੇਤੇ 'ਚ ਮਾਇਆ ਵਾਲਾ ਸਰੀਰ ਹੁੰਦਾ ਹੀ ਨਹੀਂ, ਸਾਹ ਦੀ ਲੋੜ ਹੀ ਨਹੀਂ। ਕਲਯੁਗ ਦੇ ਵਿੱਚ ਸਰੀਰ ਹੈਗਾ, ਸਾਹ ਆਉਂਦਾ, ਜਿਉਂਦਾ ਹੀ ਸਾਹ ਦੇ ਆਸਰੇ, ਪ੍ਰਾਣ ਵਾਯੂ ਦੇ ਆਸਰੇ। ਇਹ ਅੱਡ ਅੱਡ ਤਿੰਨ ਸਟੇਜਾਂ ਨੇ, ਇਹ ਤਿੰਨ ਸਮੇਂ ਅੱਡ ਅੱਡ ਨੇ, ਤਿੰਨ ਸਮੇਂ ਅੱਡੇ ਅੱਡ ਨੇ। ਇਹ ਤਿੰਨ ਸਮਿਆਂ ਦੇ ਵਿੱਚ ਜੋਤ ਉਹੀ ਹੈ। ਤੀਨ ਭਵਨ ਇੱਕ ਜੋਤੀ। ਜੋਤੀ ਗੁਰਮੁਖੀ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ। ਸਮਝੈ ਬੂਝੈ, ਸਮਝੈ ਸੂਝੈ, ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ। ਬਿਨ ਸਾਚੇ ਜਗ ਕਾਚਾ। ਸਾਚੇ ਦੇ ਬਿਨਾਂ ਸਾਰਾ ਜਗ ਕੀ ਹੈ? ਝੂਠਾ, ਕੱਚਾ। ਇਹ ਨੇ ਯੁੱਗਾਂ ਦਾ ਵਿਸ਼ਲੇਸ਼ਣ। ਤਿੰਨ ਯੁੱਗ, ਤਿੰਨ ਯੁੱਗ ਨੇ ਮਾਇਆ ਦੇ ਵਿੱਚ, ਚੌਥਾ ਨਹੀਂ ਹੈ। ਚੌਥਾ ਤਾਂ ਮਾਇਆ ਤੋਂ ਪਰੇ। ਜੇ ਮਾਇਆ ਤੋਂ ਪਰੇ ਚੌਥਾ, ਜਿਵੇਂ ਇਹਨਾਂ ਨੇ ਮੰਨੇ ਨੇ ਸਤਿਯੁਗ ਮਾਇਆ ਦੇ ਵਿੱਚ ਹੈ, ਫਿਰ ਯੁੱਗ ਚਾਰ ਨਹੀਂ ਰਹਿਣੇ, ਪੰਜ ਹੋ ਜਾਣਗੇ। ਇੱਕ ਐਸਾ ਵੀ ਸਮਾਂ ਜਿਹਨੂੰ ਹਿੰਦੂ ਵੀ ਮੰਨਦੇ ਨੇ, ਸ਼ਾਸਤਰ ਵੀ ਮੰਨਦੇ ਨੇ, ਉਦੋਂ ਰਚਨਾ ਨਹੀਂ ਹੁੰਦੀ, ਆ ਬਿਲਕੁਲ ਨਹੀਂ ਹੁੰਦੀ। ਮਹਾਪਰਲੇ ਦਾ ਸਮਾਂ ਹੁੰਦਾ। ਕਈ ਵਾਰ ਪਸਰਿਓ ਪਾਸਾਰਾ, ਸਦਾ ਸਦਾ ਇੱਕ ਏਕੰਕਾਰ। ਉਹ ਤਾਂ ਰਹਿੰਦਾ ਹਮੇਸ਼ਾ। ਪਸਾਰਾ ਕਈ ਵਾਰ ਪਸਰਿਆ ਮਾਇਆ ਦਾ, ਕਈ ਵਾਰ ਮਾਇਆ ਨਹੀਂ ਹੁੰਦੀ, ਕਈ ਵਾਰ ਹੁੰਦੀ ਹੈ। ਇਹ ਹਿੰਦੂ ਮੰਨਦੇ, ਗ੍ਰੰਥ ਵੀ ਮੰਨਦੇ ਨੇ ਇਸ ਗੱਲ ਨੂੰ। ਫਿਰ ਜਦੋਂ ਪਾਸਾਰਾ ਨਹੀਂ ਹੁੰਦਾ, ਉਦੋਂ ਕਿਹੜਾ ਯੁੱਗ ਹੁੰਦਾ? ਜਿਹੜਾ ਸਤਿਯੁਗ ਆ ਹਮੇਸ਼ਾ ਰਹਿੰਦਾ, ਹੁਣ ਵੀ ਹੈਗਾ, ਹੁਣ ਵੀ ਹੈ। ਸੱਚਖੰਡ 'ਚ ਸਤਿਯੁਗ ਰਹਿੰਦਾ ਹੈ ਹਰ ਵਕਤ। ਆ ਜਿਹੜਾ ਝੂਠਖੰਡ ਹੈ, ਇੱਥੇ ਤਿੰਨ ਯੁੱਗ ਹੁੰਦੇ ਨੇ, ਚੌਥਾ ਨਹੀਂ ਹੁੰਦਾ ਇੱਥੇ। ਜਿਹੜਾ ਤਾਂ ਬਾਹਰ ਜਾਂਦਾ ਉਹ ਸਤਿਯੁਗ ਚਲਿਆ ਜਾਂਦਾ। ਸਤਿਯੁਗ ਹਮੇਸ਼ਾ ਹੀ ਰਹਿੰਦਾ ਹੈ। ਇਹ ਸਤਿਯੁਗ ਦੇ ਵਿੱਚੋਂ ਹੀ ਤਿੰਨ ਯੁੱਗ ਪੈਦਾ ਹੋਏ ਨੇ। ਸਤਿਯੁਗ ਕੀ ਹੈ? ਜਿਹਨੂੰ ਸੁਖ ਸਾਗਰ ਕਹਿੰਦੇ ਨੇ, ਉਹ ਸਤਿਯੁਗ ਹੈ। ਸੁਖ ਸਾਗਰ ਹੈ, ਉਹ ਸਤਿਯੁਗ ਹੈ। ਸਤਿਯੁਗ ਦੇ ਵਿੱਚ ਜਿਹੜਾ ਜੀਵ ਰਹਿੰਦਾ, ਉਹ ਸੁਖ 'ਚ ਰਹਿੰਦਾ, ਪਰਮ ਆਨੰਦ 'ਚ ਰਹਿੰਦਾ। ਸੁਖ ਸਾਗਰ ਹੈ ਉਹਦਾ ਨਾਮ ਤਾਂ ਕਰਕੇ। ਆ ਜਿਹੜਾ ਦੁੱਖ ਸਾਗਰ ਹੈ, ਸੰਸਾਰ, ਇਹ ਉਹਦੇ ਵਿੱਚ ਹੀ ਹੈ। ਇਹਦਾ ਮਤਲਬ ਹੈ ਸੁਖ ਸਾਗਰ ਹੁਣ ਵੀ ਹੈਗਾ, ਸਤਿਯੁਗ ਹੁਣ ਵੀ ਹੈਗਾ। ਆ ਤਾਂ ਉਹਦੇ ਵਿੱਚ ਹੀ ਘੁੰਮਦਾ। ਜਿਵੇਂ ਇੱਕ ਬਹੁਤ ਬੜਾ ਖੇਤ ਹੈ, ਉਹਦੇ ਵਿੱਚ ਇੱਕ ਖੂਹ ਹੈ, ਖੂਹ ਦੇ ਵਿੱਚ ਮਾਲ ਘੁੰਮਦੀ ਹੈ, ਘੁੰਮੀ ਜਾਂਦੀ ਹੈ। ਬਸ ਇਹਦਾ ਇੱਕ ਖੂਹ ਹੈ ਸਿਰਫ। ਆ ਜਿਹੜਾ ਸਾਰਾ ਨਾ ਸੰਸਾਰ, ਇਹਨੂੰ ਝੇਰਾ ਕਹਿੰਦਾ ਨਾ ਕਬੀਰ। ਚਿੱਤਰ ਵਿਚਿੱਤਰ ਇਹ ਅਵਝੇਰਾ। ਜਿਹੜਾ ਕੱਚਾ ਖੂਹ ਹੁੰਦਾ, ਇਹਨੂੰ ਝੇਰਾ ਕਹਿੰਦੇ ਨੇ ਉਧਰ ਯੂਪੀ 'ਚ। ਕੱਚਾ ਆਪਾਂ ਪਾੜ ਪੱਟਣਾ ਕਹਿੰਦੇ ਨਾ, ਪਾੜ, ਉਹ ਝੇਰਾ ਕਹਿੰਦੇ ਨੇ। ਝੇਰਾ ਖੋਦ ਲਿਆ, ਕੱਚਾ। ਪੱਕਾ ਜਿਹੜਾ ਹੁੰਦਾ ਹੋਰ ਖੂਹ ਹੋ ਜਾਂਦਾ। ਫਿਰ ਚਿੱਤਰ ਵਿਚਿੱਤਰ ਇਹ ਅਵਝੇਰਾ। ਬੜਾ ਕਹਿੰਦਾ ਕਸੂਤਾ ਜਿਹਾ ਚਿਹਰਾ ਹੈ, ਢਿਆ ਆ। ਪਤਾ ਨਹੀਂ ਕਦੋਂ ਇਹਦੇ ਉੱਤੇ ਛੱਪ ਡੇ ਪੈਂਦੀ ਹੈ। ਕੱਚੇ ਦੀਆਂ ਡਿੱਗ ਪੈਂਦੀਆਂ ਛੱਪਾਂ। ਕੱਚੇ ਨੂੰ ਫੜ ਕੇ ਵੀ ਨਹੀਂ ਚੜ੍ਹ ਸਕਦੇ ਤੁਸੀਂ। ਤਜ ਚਿੱਤਰ ਹੈ ਚਿਤਰਾਖ ਚ ਤੇਰਾ। ਚਿੱਤਰ ਵਿਚਿੱਤਰ ਜਿਹੜਾ ਸੰਸਾਰ ਦੀ ਰਚਨਾ ਇੱਕ ਚਿੱਤਰ ਹੈ। ਵਿਚਿੱਤਰ ਹੈ ਚਿੱਤਰ, ਅਜੀਬ ਕਿਸਮ ਦਾ ਚਿੱਤਰ। ਤਾਂ ਜਿਹੋ ਜਿਹਾ ਤੁਸੀਂ ਬਣਾਤਾ ਉਹ ਜਿਹਾ ਹੀ ਰਹਿੰਦਾ, ਤਾਂ ਰੋਜ਼ ਬਦਲੀ ਜਾਂਦਾ। ਛੋਟਾ ਜਿਹਾ ਪੌਦਾ ਬੜਾ ਹੋ ਜਾਂਦਾ, ਛੋਟਾ ਜਿਹਾ ਜਵਾਕ ਵੱਡਾ ਹੋ ਜਾਂਦਾ। ਕੋਈ ਜੰਮਦਾ, ਕੋਈ ਮਰਦਾ। ਪੱਤੇ ਹਿਲਦੇ ਨੇ, ਨਵੇਂ ਪੱਤੇ ਫੁੱਟਦੇ ਨੇ। ਉਹ ਹੁਣ ਜੇ ਆਪਾਂ ਫੋਟੋ ਬਣਾ ਦਈਏ, ਜਿਹੋ ਜਿਹਾ ਪੱਤਾ ਬਣਾਤਾ ਉਦੋਂ ਉਹ ਜਿਹਾ ਹੀ ਰਹਿਣਾ। ਉਹ ਤਾਂ ਹਿਲਦਾ ਵੀ ਨਹੀਂ। ਪੱਤੇ ਹਿਲਦੇ ਨੇ, ਨਵੇਂ ਫੁੱਟਦੇ ਨੇ। ਵਿਚਿੱਤਰ ਚਿੱਤਰ ਹੈ ਇਹ। ਜਿਉਂਦਾ ਜਾਗਦਾ ਚਿੱਤਰ ਹੈ। ਇਹਦੇ ਵਿੱਚ ਚਿੱਤਰ 'ਚ ਜੀਵਨ ਹੈ।
ਚਿੱਤਰ ਵਿਚਿੱਤਰ ਇਹ ਅਵਚੇਰਾ ਤਜ ਚਿੱਤਰ ਹੈ। ਇਹ ਚਿੱਤਰ ਨੂੰ ਨਾ ਦੇਖ ਤੂੰ, ਇਹ ਚਿੱਤਰ ਨੂੰ ਦੇਖਾਂਗਾ ਫਸ ਜਾਏਗਾ, ਨਹੀਂ ਮੁੱਕਣਾ ਦੇਖਦਾ ਦੇਖਦਾ। ਅੱਖੀ ਵੇਖ ਨਾ ਰਜੀਆਂ ਬਹੁਤ ਰੰਗ ਤਮਾਸੇ, ਇਹ ਨਹੀਂ ਰੰਗਾ। ਜੇ ਦੇਖਣ ਲੱਗ ਗਿਆ ਫਿਰ ਰਜਣਾ ਨਹੀਂ, ਰਾਤ ਪੈ ਜਾਣੀ ਆ, ਦੂਆ ਦਿਨ ਫੇਰ ਜੋ ਵਿਚਾਲੇ ਰਹਿ ਜਾਣਾ। ਤਜ ਚਿੱਤਰੇ ਚਿਤਰਾਖ ਚਤੇਰਾ, ਜਿਹਨੇ ਬਣਾਇਆ ਨਾ ਚਿੱਤਰ ਇਹ, ਉਹਦੇ ਧਿਆਨ ਰੱਖ, ਉਹਨੂੰ ਖੋਜੇ ਚੋ। ਜੇ ਖੋਜਣਾ ਹੈ ਚਿੱਤਰ ਵਿੱਚੋਂ, ਕੁਦਰਤ ਤੋਂ ਕਾਦਰ ਨੂੰ ਖੋਜੋ। ਕਹਿਣ ਦਾ ਮਤਲਬ ਇਹ ਹੈ ਵਿੱਚ ਕੁਦਰਤ ਹਰ ਪ੍ਰਭ ਵਸੈ ਜੀ। ਜੇ ਕੁਦਰਤ ਵਿੱਚੋਂ ਖੋਜਣਾ ਤਾਂ ਕਾਦਰ ਨੂੰ ਖੋਜੋ, ਹੁਕਮ ਨੂੰ ਖੋਜੋ। ਕਾਦਰ ਕੌਣ ਹੈ? ਕਾਦਰ ਹੁਕਮ। ਜੋ ਵਰਤੇ ਸੋ ਤੇਰਾ ਕੌਣ? ਜੋ ਦਿਸੇ ਸੋ ਤੇਰਾ ਰੂਪ। ਕਿਹਦਾ ਰੂਪ ਹੈ? ਤੇਰਾ ਕੌਣ? ਤੇਰਾ ਹੁਕਮ ਨੂੰ ਸੰਬੋਧਨ ਕੀਤਾ। ਆ ਕਹਿੰਦੇ ਜੋ ਵਰਤ ਗਿਆ, ਸੋਕਾ ਪੈ ਗਿਆ, ਵੀ ਤੇਰਾ ਰੂਪ ਹੈ। ਜੇ ਕਦੇ ਬਾੜ ਆ ਗਈ, ਉਹ ਵੀ ਤੇਰਾ ਰੂਪ ਹੈ। ਇਹ ਤੇਰਾ ਹੀ ਰੂਪ ਹੈ। ਤੂੰ ਚਾਹੁੰਦਾ ਸੀ ਬਾੜ ਆ ਗਈ, ਤੂੰ ਚਾਹੁੰਦਾ ਸੀ ਸੋਕਾ ਪੈ ਗਿਆ, ਇਹੀ ਤਾਂ ਤੇਰੀ ਇੱਛਾ। ਦੋਹਾਂ 'ਚ ਤੇਰੀ ਇੱਛਾ ਦੇਖ ਰਿਹਾ ਮੈਂ, ਦੋਹਾਂ 'ਚ ਮੈਨੂੰ ਤੇਰਾ ਭਾਣਾ ਦਿਸ ਰਿਹਾ ਸਾਫ਼। ਜੋ ਵਰਤੇ ਸੋ ਤੇਰਾ, ਜੋ ਦਿਖ ਰਿਹਾ ਰੂਪ ਹੈ ਉਹਦਾ, ਦਿਖਦਾ ਰੂਪ ਰਿਹਾ ਨਾ ਭਾਣੇ ਦਾ। ਸੋਕਾ ਤੇਰੀ ਇੱਛਾ ਸੀ, ਸੋਕਾ ਪੈ ਗਿਆ। ਸੋਕਾ ਪਿਆ ਹੋਇਆ ਦੀਦਾ ਹੈ, ਭਾਣਾ ਨਹੀਂ ਦੀਦਾ। ਭਾਣਾ ਪਿੱਛੇ ਹੈ ਨਾ। ਭਾਣਾ ਸਮਝਣ ਵਾਲੀ ਗੱਲ ਹੈ, ਜੋ ਵਰਤਿਆ ਹੈ ਉਹ ਦੇਖਣ ਵਾਲੀ ਚੀਜ਼ ਹੈ। ਜੋ ਦੀਦਾ ਹੈ ਉਹ ਚਿੱਤਰ ਹੈ, ਚਤੇਰਾ ਵਿੱਚ ਉਹਦੇ ਹੁਕਮ ਹੈਗਾ। ਜੋ ਵਰਤੇ ਸੋ ਤੇਰਾ ਭਾਣਾ। ਸੁਨਾਮੀ ਲਹਿਰਾਂ ਆ ਗਈਆਂ, ਉਹ ਵੀ ਤੇਰਾ ਭਾਣਾ ਹੈ। ਅੰਦਾਜ਼ਾ ਸੀਗਾ 10 ਕੁਇੰਟਲ ਦੀ ਕਣਕ, ਉਹ ਹੋ ਗਈ 20 ਕੁਇੰਟਲ ਦੀ, ਝਾੜ ਆ ਗਿਆ। ਕਦੇ ਵੀ ਪਤਾ ਨਹੀਂ ਹੈ ਕਿ ਕਿੱਥੋਂ ਝਾੜ ਜ਼ਿਆਦਾ ਆ ਗਿਆ, ਕਿਉਂ ਜ਼ਿਆਦਾ ਹੋ ਗਿਆ, ਉਹ ਵੀ ਤੇਰਾ ਭਾਣਾ। ਕਦੇ ਵੱਧ ਤੇ ਘੱਟ ਕਰ ਦਿੰਦਾ, ਕਦੇ ਘੱਟ ਤੇ ਵੱਧ ਕਰ ਦਿੰਦਾ, ਕਦੇ ਸਾਰਾ ਮੀਂਹ ਨਾਲੇ ਪਕਾ ਦਿੰਦਾ, ਲੋੜ ਹੀ ਨਹੀਂ ਪੈਂਦੀ। ਇਹ ਸਭ ਉਹਦਾ ਭਾਣਾ। ਬਸ ਉਹਦਾ ਭਾਣੇ ਤਾਂ ਦੀਦਾ ਤਾਂ ਹੈ ਨਹੀਂ, ਸਮਝਣ ਵਾਲੀ ਗੱਲ ਹੈ। ਭਾਣਾ ਹੀ ਤੀਸਰੀ ਅੱਖ ਨਾਲ ਦੇਖਣ ਵਾਲੀ ਗੱਲ ਹੈ। ਸਮਝਣਾ ਕੰਮ ਕਿਹਦਾ? ਅਕਲ ਦਾ, ਬੁੱਧੀ ਦਾ। ਬਾ ਉਹ ਬੁੱਧੀ ਤੀਸਰੀ ਅੱਖ ਹੈ, ਉਹ ਤੀਸਰੀ ਅੱਖ ਨਾਲ ਦੀਦਾ ਹੈ। ਉਹ ਤੀਸਰੀ ਅੱਖ ਅਕਲ ਹੈ। ਅਕਲ ਨਾਲ ਸਮਝਣ ਵਾਲਾ ਵਿਸ਼ਾ ਭਾਣਾ, ਦੇਖਣ ਵਾਲਾ ਵਿਸ਼ਾ ਜੋ ਸਾਹਮਣੇ ਵਰਤ ਰਿਹਾ ਹੈ। ਵਰਤਾਰਾ ਜੋ ਹੈ ਉਹ ਸਾਨੂੰ ਦੀਦਾ। ਜੋ ਵਰਤਾਰੇ ਦੇ ਪਿੱਛੇ ਸ਼ਕਤੀ ਕੰਮ ਕਰਦੀ ਹੈ, ਉਹ ਸਮਝਣ ਵਾਲਾ ਵਿਸ਼ਾ। ਇਹ ਚਾਰ ਯੁੱਗ ਨੇ, ਇਹ ਗੁਰਮੁਖਾਂ ਨੇ ਬੁੱਝੇ ਨੇ। ਇਹ ਜਿਹੜੇ ਦੱਸੇ ਨੇ ਗੁਰਮੁਖ ਦੇ ਦੱਸੇ ਹੋਏ ਨੇ। ਗੁਰਮੁਖ ਬੁੱਝੇ ਜੁਗ ਚਤੁਆਰੇ, ਘਟ ਘਟ ਵਰਤੇ ਉਧਰ ਬੁਝਾਰੇ। ਇਹ ਤਾਂ ਅੰਦਰ ਵਰਤਦੇ ਨੇ। ਕੋਈ ਸਜੁਗੀ ਜੀਵ ਹੈ, ਭਾਣੇ ਚੱਲਦਾ, ਸੰਤੋਖੀ ਹੈ। ਕੋਈ ਨਹੀਂ ਸੰਤੋਖੀ। ਜਿਹੜਾ ਨਹੀਂ ਸੰਤੋਖੀ ਉਹ ਕਲਯੁਗੀ ਹੈ, ਜਿਹੜਾ ਸੰਤੋਖੀ ਹੈ ਸਜੁਗੀ ਹੈ। ਬਾਕੀ ਦੁਆਪਰ ਤ੍ਰੇਤਾ ਦੋ ਹੈਗੇ ਹੀ ਨੇ, ਉਹ ਬਾਹਰ ਨੇ, ਜਿਹੜੇ ਗਰਭ ਦੇ ਵਿੱਚ ਨੇ। ਜਿੰਨਾ ਚਿਰ ਬੀਜ ਵਿੱਚ ਦਾਣੇ ਦੇ ਵਿੱਚ ਜੀਵ ਪਿਆ ਹੈ, ਜੇਤੇ ਦਾਣੇ ਅੰਨ ਕੇ ਜੀਵਾਜ ਨੂੰ, ਉਹ ਗਰਭ 'ਚ। ਉਹ ਜਿਹੜੀ ਇਹਨਾਂ ਨੇ ਉਮਰ ਗਿਣੀ ਹੈ, ਜਿਹੜੀ ਹੈ ਨਾ ਦੁਆਪਰ ਦੀ ਉਮਰ ਇੰਨੀ, ਉਹ ਇਹ ਤੋਂ ਅੰਦਾਜ਼ੇ ਲਾਏ ਨੇ ਦਾਣੇ ਦੇ ਵਿੱਚ ਜੀਵ ਹੈ। ਉਹ ਆਹੀ ਅੰਦਾਜ਼ੇ ਲਿਖਦੇ ਰਹੇ ਨੇ ਬੈਠੇ ਵਿਹਲੇ ਰਿਸ਼ੀ ਮੁਨੀ। ਇੱਧਰ ਉਹਦਾ ਨਹੀਂ ਆਹ ਖੋਜ ਤਾਂ ਮਿਲੀ ਨਹੀਂ, ਇੱਧਰੋਂ ਗਏ ਨਹੀਂ, ਵਿਹਲੇ ਸੀਗੇ, ਇਹੋ ਜਿਹਾ ਕੁਛ ਕਰੀ ਗਏ ਨੇ ਊਟ ਪਟਾਂਗ। ਜਾਂ ਤਾਂ ਪੱਤੇ ਤੋੜ ਲਏ, ਬਨਸਪਤੀ 18 ਭਾਰ ਉਹ ਕਰ ਲਏ, ਕਿਸੇ ਨੇ ਕੁਛ ਕਰ ਲਿਆ ਕਿ ਜਿਵੇਂ ਹੁਣ ਲੱਗੇ ਹੋਏ ਨੇ ਵਿਦਵਾਨ, ਇਹੋ ਜਿਹਾ ਕੁਛ ਕਰਦੇ ਰਹੇ ਨੇ ਵਿਹਲੇ। ਗੁਰਬਾਣੀ ਇਹਨਾਂ ਗੱਲਾਂ ਵੱਲ ਨੂੰ ਜਾਂਦੀ ਹੋਈ ਨਹੀਂ। ਗੁਰਬਾਣੀ ਸਿੱਧੀ ਸੱਚ ਦੀ ਖੋਜ ਕਰਦੀ। ਇੰਨਾ ਟਾਈਮ ਹੀ ਨਹੀਂ ਸਾਡੇ ਕੋਲ ਹੈ, ਅਸੀਂ ਵਿਹਲੇ ਨਹੀਂ ਨਾ ਹੈਗੇ। ਸਾਡੇ ਕੋਲ ਤਾਂ ਇੱਕ ਸਕਿੰਟ ਦਾ ਵਿਹਲ ਨਹੀਂ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਇੱਕ ਸਾਡਾ ਸਾਡੇ ਕੋਲ ਵਿਹਲਾ ਨਹੀਂ ਹੈ। ਉਹਦਾ ਵਿਹਲਿਆਂ ਦੇ ਕੰਮ ਨੇ। ਉਹਦੇ 'ਚ ਉਹ ਹੈ ਪਾਣੀ ਰੜਕਿਆ ਹੋਇਆ ਛੱਪੜ ਦਾ, ਕੱਢਿਆ ਕੀ ਉਹਨਾਂ ਨੇ, ਕੁਛ ਨਿਕਲਿਆ ਵੀ ਕੁਛ।
ਦੱਧ ਕੇ ਭੋਲੇ ਬੁਲੋਵੇ ਨੀਰ। ਕਹਿੰਦਾ ਦੁੱਧ ਦੇ ਭਲੇ ਦਹੀਂ ਦੇ ਭਲੇਖੇ ਪਾਣੀ ਰਿੜਕੀ ਗਏ। ਪਾਣੀ ਮਾਲ ਵਾਲੇ ਕੀ ਕਰਦੇ ਨੇ? ਪਾਣੀ ਰਿੜਕਦੇ ਨੇ। ਕੱਢ ਕੇ ਦਿਖਾਉਣ ਕੋਈ ਕੀ ਨਿਕਲਿਆ। ਕਬੀਰ ਦੇ ਵਿਚਾਰੇ ਦੇ 80 ਸਾਲ ਤੱਕ ਨਹੀਂ ਕੋਈ ਨਿਕਲਿਆ। ਉਹਦਾ ਸੱਚਾ ਆਦਮੀ ਦੀ ਸੱਚ ਬੋਲਤਾ, ਉਹਨੇ ਕੋਈ ਨਹੀਂ ਨਿਕਲਿਆ। ਸਗਲ ਜਨਮ ਸ਼ਿਵਪੁਰੀ ਗਵਾਇਆ ਕਹਿ ਕੇ। ਉਹ ਜਿਹੜੇ ਨੇ ਸੱਚ ਨਹੀਂ ਬੋਲਣਾ ਉਹਨਾਂ ਨੂੰ ਮਿਲਣਾ ਵੀ ਕੁਛ ਨਹੀਂ। ਹਾਂਜੀ। ਤ੍ਰੇਤੇ ਰਥ ਜਤੈ ਕਾ ਜੋਰ ਅੱਗੇ ਰਥਵਾ। ਤ੍ਰੇਤੇ ਰਥ ਸਤਯੁਗ ਰਥ ਸੰਤੋਖ। ਸਤਯੁਗ ਦੇ ਵਿੱਚ ਸਾਰੇ ਸੱਚਖੰਡ ਦੇ ਵਾਸੀ ਨੇ, ਕੋਈ ਰਚਨਾ ਨਹੀਂ। ਹੁਣ ਰਚਨਾ ਸ਼ੁਰੂ ਹੋਣ ਲੱਗੀ ਹੈ। ਤ੍ਰੇਤਾ ਆ ਗਿਆ। ਤ੍ਰੇਤਾ ਆਇਆ ਕਿਵੇਂ ਸੀ? ਕੁਛ ਮਨ ਭੰਗ ਹੋ ਗਏ। ਕੁਛ ਨਾਨਕ ਜਨ ਮਨ ਭੰਗ। ਜਿਨ੍ਹਾਂ ਦੇ ਮਨ ਭੰਗ ਹੋ ਗਏ ਉਹ ਤਿੜ ਗਏ, ਲਾਲ ਤਿੜ ਗਏ। ਤਿੜ ਗਏ ਨਾ, ਤੇੜ ਆ ਗਈ ਵਿੱਚ, ਆਪਸ ਵਿੱਚ ਹੀ ਅੰਦਰ ਤੇੜ ਆ ਗਈ। ਤ੍ਰਿਤੀਏ ਮੈਂ ਕੁਛ ਪ੍ਰਥਮੇ ਬਸਿਆ ਸਤ ਕਾ ਖੇੜਾ। ਤ੍ਰਿਤੀਏ ਮੈਂ ਕੁਛ ਪਿਆ ਤੇੜਾ। ਦੋਹਾਂ ਦੇ ਵਿੱਚ ਤੇੜ ਆ ਗਈ। ਚਿੱਤਰ ਮਨ ਚ ਤੇੜ ਕਿਵੇਂ ਆ ਗਈ ਬਈ? ਬਹੁਤ ਬੜਾ ਸਵਾਲ ਹੈ। ਹੁਣ ਤੇੜ ਕਦ ਆਉਂਦੀ ਹੈ? ਅਸਲ 'ਚ ਹੁਕਮ ਅਪਾਰਾ ਹੈ ਨਹੀਂ ਸੀ ਉਦੋਂ। ਜਿੰਨਾ ਚਿਰ ਹੁਕਮ ਅਪਾਰਾ ਹੁੰਦਾ ਉਹਨਾਂ ਚਿਰ ਬਿਰਛ ਨੇ ਸਾਰੇ ਫਿਰ ਬੀਜ ਬਣ ਜਾਂਦੇ ਨੇ ਸਾਰੇ। ਜਿੰਨਾ ਚਿਰ ਰਚਨਾ ਉਹਨਾਂ ਚਿਰ ਹੁਕਮ ਚੱਲਦਾ। ਸ਼ਬਦ ਹੈਗਾ ਪ੍ਰਗਟ। ਜਦ ਸ਼ਬਦ ਬੰਦ ਹੋ ਗਿਆ ਨਾ ਸਾਰੇ ਬੀਜ ਰੂਪੇ ਰਹਿ ਗਏ। ਫਿਰ ਬਸ ਬੀਜ 'ਚ ਤੇੜ ਪੈ ਸਕਦੀ ਹੈ। ਇਹ ਬਹੁਤ ਬੜਾ ਨੁਕਤਾ ਹੈ ਇਹਦੇ ਵਿੱਚ। ਜਿੰਨਾ ਚਿਰ ਰਚਨਾ ਤੇੜ ਨਹੀਂ ਪਊਗੀ, ਸੱਚਖੰਡ 'ਚ ਕਿਸੇ ਤੇੜ ਨਹੀਂ ਪਊਗੀ। ਜਿਹੜਾ ਇੱਥੋਂ ਵੀ ਚੱਲਿਆ ਗਿਆ ਨਾ ਮੁਕਤ ਹੋ ਕੇ, ਉਹ 'ਚ ਵੀ ਨਹੀਂ ਤੇੜ ਪਊਗੀ ਜਿੰਨਾ ਚਿਰ ਰਚਨਾ ਨਹੀਂ ਤੇੜ ਪਊਗੀ। ਕਾ ਤੇੜ ਵਾਲੇ ਦੀਂਦੇ ਨੇ ਜਲਦੇ, ਕੜਾਹੇ 'ਚ ਭੁੱਜਦੇ ਦੀਂਦੇ ਨੇ ਨਾ। ਇਹ ਤਲ ਹੁੰਦੇ ਨੇ ਜਿਹੜੇ ਪਕੌੜੇ ਤਲ ਹੁੰਦੇ ਨੇ, ਦੂਏ ਦੇਖਦੇ ਨੇ ਇਹਨਾਂ ਨੂੰ, ਤਾਂ ਨਹੀਂ ਤੇੜ ਪੈਂਦੀ। ਸੱਚਖੰਡ ਵਾਲੇ ਦੇਖ ਰਹੇ, ਸੱਚਖੰਡ ਵਾਲੇ ਦੇਖ ਰਹੇ ਨੇ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ। ਸਾਨੂੰ ਨਹੀਂ ਦੀਂਦੇ, ਅਲੱਗ ਗੱਲ ਹੈ। ਜਿਹੜੇ ਤਲ ਹੁੰਦੇ ਨੇ ਉਹ ਦੂਏ ਦੇਖਦੇ ਹੀ ਡਰਦੇ ਨੇ। ਆ ਜਿਹੜੇ ਇੱਥੋਂ ਗਏ ਨੇ ਨਿਕਲ ਕੇ ਤਾਂ ਤੋਬਾ ਤੋਬਾ ਕਰਕੇ ਗਏ ਨੇ ਪਹਿਲਾਂ ਹੀ। ਉਹਨਾਂ ਚਿਰ ਨਹੀਂ ਤੇੜ ਪੈਂਦੀ ਹੁੰਦੀ। ਜਦ ਅਰਬਾਂ ਖਰਬਾਂ ਸਾਲ ਤੱਕ ਸੱਚਖੰਡ ਦੇ ਵਿੱਚ ਸ਼ਬਦ ਗੁਪਤ ਹੋ ਜਾਂਦਾ, ਲੁਪਤ ਹੋ ਜਾਂਦਾ। ਕਿ ਸ਼ਬਦ ਦੀ ਫਿਰ ਕੀ ਲੋੜ ਹੈ ਜਾਂ ਰਚਨਾ ਹੀ ਨਹੀਂ? ਰਚਨਾ ਨਹੀਂ ਹੈ ਤਾਂ ਧਰਨ ਨਾ ਗਗਨਾ ਹੁਕਮ ਅਪਾਰਾ। ਹੁਕਮ ਅਪਾਰਾ ਵੀ ਨਹੀਂ ਹੈ ਉਦੋਂ। ਹੁਕਮ ਵੀ ਜਦੇ ਹੁੰਦਾ ਜਾਂ ਰਚਨਾ ਹੁੰਦੀ। ਹੁਕਮ ਉਦੋਂ ਲੋੜ ਕੀ ਹੁਕਮ ਦੀ? ਚਲਾਉਣਾ ਕਿਹਦੇ ਤੇ ਹੁਕਮ? ਚੰਦ ਸੂਰਜ ਨਹੀਂ ਹੈ, ਧਰਤੀ ਖਾਕ ਨਹੀਂ ਹੈ, ਪੌਣ ਪਾਣੀ ਨਹੀਂ ਹੈ, ਕੋਈ ਜੀਵ ਅਲੱਗ ਨਹੀਂ ਹੈ। ਹੁਕਮ ਤੇ ਕਰਾਉਣਾ ਕੀ ਉਦੋਂ? ਸਾਰੇ ਹੀ ਹਾਕਮ ਨੇ, ਸਾਰੇ ਜ਼ਿੰਮੇਵਾਰ ਨੇ। ਉਦੋਂ ਫਿਰ ਤੇੜ ਪੈਦਾ ਹੋ ਜਾਂਦੀ ਹੈ, ਮਤਭੇਦ ਅੰਦਰ ਪੈਦਾ ਹੋ ਜਾਂਦੇ ਨੇ। ਬਸ ਜਿਹੜੇ ਮਨ ਉਦੋਂ ਵਾਗੀ ਹੋ ਜਾਂਦੇ ਨੇ ਉਹਨਾਂ 'ਚ ਤੇੜ ਪੈਦਾ ਹੋ ਜਾਂਦੀ। ਅੱਕ ਜਾਂਦੇ ਨੇ ਬੈਠੇ ਬੈਠੇ। ਜਿਵੇਂ ਆਦਮੀ ਬੈਠਾ ਬੈਠਾ ਅੱਕ ਜਾਂਦਾ ਨਾ, ਕਈ ਵਾਰ ਮਨ ਵੀ ਅੱਕ ਜਾਂਦਾ। ਤ੍ਰਿਤੀਏ ਮੈਂ ਕੁਛ ਪਿਆ ਦੋ ਤੇੜਾ। ਉਹਨਾਂ ਵਾਸਤੇ ਤ੍ਰਿਤੀਆ ਹੈ ਜਿਨ੍ਹਾਂ ਦੇ ਤੇੜ ਪੈ ਗਈ। ਦੂਜਿਆਂ ਵਾਸਤੇ ਤ੍ਰਿਤੀਆ ਨਹੀਂ ਹੈ। ਜਿਨ੍ਹਾਂ ਦੋਹਾਂ ਦੇ ਵਿੱਚ ਦੋ ਤੇੜਾਂ ਦਾ, ਦੋਹਾਂ 'ਚ ਤੇੜ ਪਈ ਹੈ, ਦੋਹਾਂ ਦੇ ਵਿੱਚ ਚਿੱਤਰ ਮਨ 'ਚ ਤੇੜ ਪਈ ਹੈ। ਕਿਉਂਕਿ ਸਵੈ ਭੰਗ ਵਾਲੀ ਸ਼ਕਤੀ ਹੈ ਜਿਹੜੀ ਉਹ ਮਨ ਨੇ ਇਸਤੇਮਾਲ ਕਰ ਲਈ। ਸਵੈ ਭੰਗ ਹੈ ਨਾ, ਸਵੈਮ ਨੂੰ ਭੰਗ ਕਰਨ ਦੀ ਪਾਵਰ ਹੈ ਜਿਹੜੀ ਉਹ ਇਸਤੇਮਾਲ ਕਰ ਲਈ। ਉਹਨੇ ਪਾਵਰ ਇਸਤੇਮਾਲ ਕਰ ਲਈ ਆਪਣੀ। ਕਦੇ ਕਰ ਸਕਦਾ ਕੋਈ? ਸਵੈ ਭੰਗ ਦੀ ਸ਼ਕਤੀ ਮਨ ਕੋਲ ਹੈ। ਜਿੰਨਾ ਚਿਰ ਮਰਜ਼ੀ ਉਹ ਆਪਣੇ ਹੁਕਮ 'ਚ ਰਹੇ, ਜਿੰਨਾ ਚਿਰ ਮਰਜ਼ੀ, ਜਦ ਮਰਜ਼ੀ ਬਾਗੀ ਹੋ ਜਾਵੇ। ਉਹਦੀ ਹੋ ਗਈ ਮਰਜ਼ੀ ਬਾਗੀ ਹੋਣ ਦੀ। ਮਨ ਦੀ ਮਰਜ਼ੀ ਬਾਗੀ ਹੋਣ ਦੀ ਹੋ ਗਈ, ਮਨ ਬਾਗੀ ਹੋ ਗਿਆ, ਤੇੜ ਪੈ ਗਈ। ਬਸ ਉਹ ਤੇੜ ਵਾਲਿਆਂ ਦਾ ਇਲਾਜ ਹੋ ਰਿਹਾ ਇੱਥੇ। ਜਿਹੜਾ ਤੇੜ ਪਈ ਨਾ ਉਹਨਾਂ ਦਾ ਇਲਾਜ ਆ
ਸ੍ਰਿਸ਼ਟੀ ਉਹਨਾਂ ਵਾਸਤੇ। ਤ੍ਰਿਤੀਏ ਮੈਂ ਕੁਛ ਪਿਆ ਦੋ ਤੇੜਾ। ਫਿਰ ਗੱਲ ਹੋ ਗਈ ਇਲਾਜ ਦੀ, ਇਹਨਾਂ ਦਾ ਹੁਣ ਬਈ ਇਲਾਜ ਕਰੀਏ। ਆ ਰਚਨਾ ਰਚੀ, ਫਿਰ ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਈ। ਹੁਣ ਜੋਤ ਫਿਰ ਸਮੋਈ ਗਈ ਅੱਧੀ। ਉਹ ਤ੍ਰੇਤੇ ਦੇ ਵਿੱਚ ਜਿਹੜੇ ਤੇੜ ਪਈ ਤੀ, ਤੇੜ ਦਾ ਇਲਾਜ ਹੋ ਰਿਹਾ। ਜਿਹੜੀ ਭਰਮ ਦੀ ਲਕੀਰ ਹੈ ਨਾ ਵਿੱਚ, ਉਹੀ ਮਿਟਾਉਣ ਦਾ ਇਲਾਜ ਹੈ ਸਾਰਾ ਸੰਸਾਰ। ਇਹ ਦੁਆਪਰ ਦੇ ਵਿੱਚ ਤਾਂ ਸਿਰਫ ਇਹਨੂੰ ਸਰੀਰ ਮਿਲਿਆ। ਦੁਆਪਰ ਤਾਂ ਸਰੀਰ ਹੀ ਮਿਲਿਆ ਇਹਨੂੰ, ਤੇੜ ਮਿਟਾਉਣ ਵਾਸਤੇ, ਗਿਆਨ ਸੁਣਨ ਵਾਸਤੇ, ਸਮਝਾਉਣ ਵਾਸਤੇ, ਮਨ ਨੂੰ ਸਮਝਾਉਣ ਵਾਸਤੇ ਸਰੀਰ ਮਿਲਿਆ। ਕੰਨ ਇਹਨੂੰ ਸਮਝਾਈਏ ਵੀ ਨਾ ਭਾਈ ਇਹ ਛੱਡ ਦੇ ਤੂੰ। ਮਨ ਸਮਝਾਵਣ ਕਾਰਨ ਕਛੁਕ ਪੜੀਏ ਗਿਆਨ। ਬਾਣੀ ਮਨ ਨੂੰ ਸਮਝਾ ਰਹੀ ਹੈ, ਹੋਰ ਕੀ ਕਰ ਰਹੀ ਹੈ? ਕਾਹਦੇ ਵਾਸਤੇ? ਤੇੜ ਮਿਟਾਉਣ ਵਾਸਤੇ। ਜੇ ਤੇੜ ਮਿਟ ਗਈ ਫਿਰ ਸੱਚਖੰਡ ਚਲਾ ਜਾਊ। ਤ੍ਰੇਤੇ ਰਥ ਜਤੈ ਕਾ ਜੋਰ ਅਗੇ ਰਥਵਾ। ਤ੍ਰੇਤੇ ਦੇ ਵਿੱਚ ਰਥ ਜਤੇ ਦਾ ਹੁੰਦਾ। ਤ੍ਰੇਤੇ ਦਾ ਯਤਨ ਹੁੰਦਾ, ਸੋਚਿਆ ਜਾਂਦਾ ਵੀ ਕੀ ਕਰੀਏ ਹੁਣ, ਯਤਨ ਕੀ ਕਰੀਏ, ਤੇੜ ਕਿਵੇਂ ਮਿਟੇ ਇਹਨਾਂ ਦੀ। ਉਹ ਤਾਂ ਸੋਚਿਆ ਹੀ ਹੈ ਨਾ, ਯਤਨ ਪਲੈਨਿੰਗ ਹੈ। ਪਲੈਨਿੰਗ ਦੇ ਤਹਿਤ ਆ ਦੁਆਪਰ ਮਾਇਆ ਰਚੀ। ਪਲਾਨ ਦੀ ਐਪਲੀਕੇਸ਼ਨ ਹੁਣ ਹੋ ਰਹੀ ਹੈ। ਤ੍ਰੇਤੇ ਦੇ ਵਿੱਚ ਯਤਨ ਦੇ ਬਾਰੇ ਸੋਚਿਆ ਜਾਂਦਾ ਹੈ। ਜਦ ਇਹ ਛੱਡ ਕੇ ਜਾਂਦਾ, ਗਲਤ ਖੇਲ ਖੇਲ ਕੇ ਆ ਗਿਆ, ਜਨਮ ਲੈ ਲਿਆ ਆਦਮੀ ਦਾ, ਕੰਮ ਜਿਹੜਾ ਕਰਨਾ ਸੀ ਉਹ ਕੀਤਾ ਨਹੀਂ, ਫਿਰ ਪਛਤਾਉਂਦਾ ਜਾ ਕੇ, ਫਿਰ ਦੁਬਾਰਾ ਯਤਨ ਕਰਦਾ, ਦੁਬਾਰਾ ਫਿਰ ਤਪ ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ। ਫਿਰ ਮਾਨਸ ਦੇਹੀ ਵਾਸਤੇ ਯਤਨ ਕਰਨਾ ਪੈਂਦਾ। ਇਹਨੂੰ ਤ੍ਰੇਤੇ 'ਚ ਜਤੇ ਦਾ ਮਤਲਬ ਯਤਨ ਹੁੰਦਾ ਹੈ। ਯਤਾ ਲਫ਼ਜ਼ ਹੈ, ਯਤਾ ਯੇ ਨਾਲ, ਯੇ ਤੋਂ ਜੱਜਾ ਬਣਿਆ ਹੋਇਆ। ਜਤਾ, ਜਤੇ ਨਾਲ ਯਤਨ ਹੁੰਦਾ, ਯਤੇ ਨਾਲ ਯਤਨ ਹੁੰਦਾ। ਪਹਿਲਾਂ ਯਤਾ ਬੋਲਦੇ ਹੁੰਦੇ ਸੀ। ਯਤੀ ਲਫ਼ਜ਼ ਹੈ, ਯਤੀ ਨੂੰ ਯਤੀ ਕਹਿੰਦੇ ਅਸੀਂ। ਜਤੀ ਸਦਾਏ ਯੁਕਤ ਨਾ ਜਾਣ, ਉਹਨਾਂ ਨੇ ਜਤੀ ਹੋਰ ਹੀ ਬਣਾ ਲਿਆ, ਅਰਥੇ ਬਦਲ ਲਏ ਜਤੀ ਦੇ, ਅਰਥ ਬਦਲ ਲਏ। ਤਾਂ ਹੀ ਤਾਂ ਕਹਿੰਦੇ ਜਤੀ ਸਦਾਏ, ਆਪਣੇ ਆਪ ਨੂੰ ਜਤੀ ਕਹਿੰਦੇ ਨੇ, ਜਤੀ ਥੋੜ੍ਹੀ ਹੁੰਦੇ ਨੇ, ਯੁਕਤ ਨਾ ਜਾਣੇ। ਉਹ ਜਤੀ ਦਾ ਵਾੜਾ ਯਤਨ ਕਰੇ ਛੁੱਟਣ ਦਾ, ਫਸਿਆ ਹੋਇਆ ਛੁੱਟਣ ਦਾ ਯਤਨ ਕਰੇ ਕੋਈ, ਉਹੀ ਜਤੀ ਹੈ। ਉਹਨਾਂ ਨੇ ਅਰਥ ਯਤਨ ਦੇ ਬਦਲ ਕੇ ਹੋਰ ਹੀ ਸ਼ੁਰੂ ਕਰ ਲਿਆ। ਜਤੀ ਸਦਾਏ ਯੁਕਤ ਨਾ ਜਾਣੇ, ਛੱਡ ਬਹਿ ਘਰ ਬਾਹਰ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜੋਰ ਅੱਗੇ ਰਥਵਾ। ਅੱਗੇ ਰਥਵਾ ਕੀ ਹੈ? ਬੁੱਧ ਬਲ। ਬੁੱਧ ਬਲ ਦਾ ਕੰਮ। ਜੋਰ ਦਾ ਮਤਲਬ ਉੱਥੇ ਸਰੀਰ ਤਾਂ ਹੈ ਨਹੀਂ, ਸਰੀਰ ਤਾਂ ਉੱਥੇ ਹੈ ਨਹੀਂ, ਉੱਥੇ ਬੁੱਧ ਬਲ ਦੀ ਰਥਵਾਈ। ਬੁੱਧ ਬਲ ਵੀ ਕੀ ਯਤਨ ਕਰੀਏ। ਜਦੋਂ ਅਸੀਂ ਕੀ ਯਤਨ ਕਹਿੰਦੇ ਕਰੀਏ, ਉੱਥੇ ਬੁੱਧੀ ਦਾ ਕੰਮ ਨਾ, ਬੁੱਧੀ ਦੀ ਸੋਚ ਹੈ ਨਾ ਯਤਨ ਕਰਨ ਵਿੱਚ। ਬੁੱਧੀ ਉਹ ਯਤਨ ਸੋਚ ਰਹੀ ਹੈ, ਉੱਥੇ ਗਿਆਨ ਹੀ ਅੱਗੇ ਰਥਵਾ ਹੈ। ਉੱਥੇ ਸਰੀਰ ਬਾਹਲਾ ਤਾਂ ਹੈ ਨਹੀਂ ਗਾ, ਬਾਹਲੇ ਸਰੀਰ ਦਾ ਜ਼ੋਰ ਤਾਂ ਉੱਥੇ ਹੈ ਨਹੀਂ। ਪਲੈਨਿੰਗ ਹੈ ਉੱਥੇ ਤਾਂ ਬੁੱਧੀ ਦੇ ਜ਼ੋਰ ਤੇ ਪਲੈਨ ਕੀ ਕਰਨਾ ਚਾਹੀਦਾ। ਦੁਆਪਰ ਰਥ ਤਪੈਗਾ। ਦੁਆਪਰ ਆ ਗਿਆ, ਸਤ ਅੱਗੇ ਰਥਵਾ। ਅੱਗੇ ਦੁਆਪਰ ਆ ਗਿਆ, ਗਰਭ ਚ ਆ ਗਿਆ। ਉੱਥੇ ਤਪੇਗਾ ਰਥ। ਤਪੇ ਦੇ ਵਿੱਚ ਕੀ ਹੁੰਦਾ? ਧਿਆਨ ਜੋੜਨਾ। ਤਪ ਦੇ ਵਿੱਚ ਸੁਰ ਧਿਆਨ ਜੋੜਦੇ, ਤਪੀਏ ਧਿਆਨ ਜੋੜਦੇ। ਧਿਆਨ ਸ਼ਬਦ ਨਾਲ ਹੈ। ਕੋਈ ਆਦਮੀ ਇਹ ਤੇ ਕਰਵਾ ਰਿਹਾ, ਇਹ ਕਰ ਰਿਹਾ, ਐਂ ਕਰ ਐਂ ਕਰ ਐਂ ਕਰ, ਇਹ ਸੁਣ ਕੇ ਕਰ ਰਿਹਾ ਕੁਛ। ਸੁਣਨ 'ਚ ਔਰ ਕਰਨ 'ਚ ਜੁੜਿਆ ਹੋਇਆ। ਜੇ ਕਿਤੇ ਸੁਣਨ ਔਰ ਕਰਨ 'ਚ ਵਿਘਨ ਪੈ ਗਿਆ ਤਾਂ ਸਰੀਰ 'ਚ ਵਿਘਨ ਪੈ ਜਾਊਗਾ, ਜੋ ਕੰਮ ਕਰ ਰਿਹਾ ਉਹ 'ਚ ਵਿਘਨ ਪੈ ਜਾਊਗਾ। ਜਿੱਥੇ ਵੀ ਸੁਣਨ ਦੇ ਵਿੱਚ ਔਰ ਕਰਨ ਦੇ ਵਿੱਚ ਵਿਘਨ ਪੈ ਗਿਆ, ਉੱਥੇ ਸੁਣਿਆ ਕੁਛ ਹੋਰ, ਸਮਝਿਆ ਕੁਛ ਹੋਰ, ਉੱਥੇ ਜੋ ਕੰਮ ਕਰ ਰਿਹਾ ਉਹ 'ਚ ਵਿਘਨ ਪੈ ਜਾਊਗਾ।
ਧਿਆਨ ਉੱਥੇ ਸ਼ਬਦ ਦੇ ਵਿੱਚ ਹੈ। ਸ਼ਬਦ ਪਰ ਉੱਥੇ ਮਾਇਆ ਨਾਲ ਜੋੜਨ ਵਾਲਾ ਹੈ, ਸ਼ਬਦ ਸੱਚ ਨਾਲ ਜੋੜਨ ਵਾਲਾ ਨਹੀਂ ਹੈ। ਸਰੀਰ 'ਚ ਇਹਨੂੰ ਸਰੀਰ ਧਾਰ, ਸਰੀਰ ਤੇ ਕੰਟਰੋਲ ਕਿਵੇਂ ਕਰਨਾ? ਦੰਦਾਂ ਦੇ ਵਿਚਾਲੇ ਜੀਭ ਨੂੰ ਵਰਤਣਾ, ਬੋਲਣਾ ਤੇ ਬਚਾਉਣਾ ਕਿਵੇਂ? ਬ੍ਰੇਨ ਦੇ ਵਿੱਚ ਇੰਨੀ ਤੇਜ਼ੀ ਨਾਲ ਸੁਰਤ ਨੇ ਟੱਚ ਕਰਨਾ ਹੈ ਕਿ ਸਾਰੇ ਸਰੀਰ ਨੇ ਫੰਕਸ਼ਨ ਕਰਨਾ। ਸਿਰਫ ਬ੍ਰੇਨ ਤੱਕ ਸੀਮਤ ਹੈ ਜੋਤ, ਬ੍ਰੇਨ ਤੋਂ ਅੱਗੇ ਜੋਤ ਨਹੀਂ ਹੈ। ਬ੍ਰੇਨ ਦੇ ਵਿੱਚੋਂ ਹੀ ਸਾਰੇ ਸਰੀਰ ਦਾ ਫੰਕਸ਼ਨ ਹੋ ਰਿਹਾ। ਜਦੋਂ ਬ੍ਰੇਨ ਤੇ ਕੰਟਰੋਲ ਨਹੀਂ ਨਾ ਰਹਿੰਦਾ, ਬੇਹੋਸ਼ ਹੁੰਦਾ ਸਰੀਰ, ਡੈਡ। ਜੋ ਸਾਹ ਆਉਂਦਾ ਹੁੰਦਾ, ਸੌਂ ਜਾਂਦਾ ਹੈ, ਸਰੀਰ ਤੇ ਕੰਟਰੋਲ ਖਤਮ। ਬੇਹੋਸ਼ ਹੋ ਗਿਆ, ਸਰੀਰ ਤੇ ਕੰਟਰੋਲ ਖਤਮ। ਜਿੰਨਾ ਜਿਹੜੇ ਬ੍ਰੇਨ ਦੇ ਵਿੱਚ ਹੈ ਸੁਰਤ, ਸਰੀਰ ਦੇ ਕੰਟਰੋਲ 'ਚ ਹੈ। ਬ੍ਰੇਨ ਤੋਂ ਉੱਪਰ ਇਹ ਹੋਇਆ, ਸਰੀਰ ਤੇ ਕੰਟਰੋਲ ਹਟਿਆ। ਗਵਰਨਰ ਜਿਵੇਂ ਹੁੰਦਾ ਨਾ ਕਿਸੇ ਏਜੰਟ ਦਾ, ਇਹ ਬ੍ਰੇਨ ਗਵਰਨਰ ਹੈ। ਗਵਰਨਰ ਬ੍ਰੇਨ 'ਚੋਂ ਕਰ ਰਿਹਾ ਸਾਰੇ ਸਰੀਰ ਨੂੰ। ਸਰੀਰ ਬ੍ਰੇਨ ਦੇ ਵਿੱਚ ਜੇ ਟੱਚ ਕਰਦੀ ਹੈ ਨਾ ਕੋਈ ਬਹੁਤ ਸੂਖਮ, ਇੱਕ ਸਾਈਡ ਤੇ ਕਿਤੇ ਟੱਚ ਕਰੀਏ ਲੱਤ ਆਪੇ ਖੜੀ ਹੋ ਜਾਂਦੀ ਹੈ। ਫੰਕਸ਼ਨ ਬਾਂਹ ਹਿਲਦੀ ਹੈ, ਕਿਤੋਂ ਕਿਤੋਂ ਲੱਤ ਹਿਲਦੀ ਹੈ, ਕਿਤੋਂ ਇੱਦਾਂ ਹੁੰਦਾ ਜੇ ਖੋਪੜੀ ਲਾ ਕੇ ਉਹ ਕਰਦੇ, ਦੱਸਦੇ ਨੇ ਡਾਕਟਰ। ਇੱਦਾਂ ਇੰਨਾ ਸੂਖ ਹੁੰਦਾ, ਯਾਨੀ ਇੰਨਾ ਸੂਖ ਟੱਚ ਆ ਕਿ ਜੋਤ ਦੇ ਟੱਚ ਕਰਦੀ ਹੈ, ਜੋਤ ਦੇ ਟੱਚ ਨਾਲ ਹੋ ਜਾਂਦਾ। ਉੱਥੇ ਚੱਲਦਾ ਸਾਰਾ ਸਰੀਰ ਬ੍ਰੇਨ ਤੋਂ। ਤਾਂ ਹੀ ਬ੍ਰੇਨ ਨੂੰ ਦਸਮਦਾਰ ਕਹਿਣ ਲੱਗੇ। ਅਸਲ 'ਚ ਬ੍ਰੇਨ ਤਾਂ ਮਾਇਆ ਨਾਲ ਜੋੜਨ ਵਾਲੀ ਚੀਜ਼ ਹੈ, ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ। ਸਾਨੂੰ ਤਿਰਕੁਟੀ ਤਾਂ ਸੰਸਾਰ ਨਾਲ ਜੋੜਨ ਵਾਲੀ ਚੀਜ਼ ਹੈ। ਸੰਸਾਰ ਨਾਲ ਜਾਂ ਟੁੱਟਣਾ ਹੈ, ਤਿਰਕੁਟੀ ਛੱਡਣੀ ਪੈਣੀ ਹੈ। ਤਿਰਕੁਟੀ ਛੁੱਟਾ ਹੈ, 10ਵਾਂ ਦੁਆਰ ਖੁੱਲ੍ਹਾ। ਸੰਸਾਰ ਬ੍ਰੇਨ ਇਹਨੂੰ ਸਰੀਰ ਨਾਲ ਜੋੜਦਾ, ਸਰੀਰ ਇਹਨੂੰ ਸੰਸਾਰ ਨਾਲ ਜੋੜਦਾ। ਬ੍ਰੇਨ ਦੇ ਥਰੂ ਜੋਤ ਸਰੀਰ ਨਾਲ ਜੁੜਦੀ ਹੈ, ਅੱਖਾਂ ਨਾਲ ਜੁੜਦੀ ਹੈ, ਦੇਖਦੀ ਹੈ, ਕੰਨਾਂ ਨਾਲ ਜੁੜਦੀ ਹੈ, ਗਿਆਨ ਇੰਦਰੀਆਂ ਨਾਲ ਜੁੜਦੀ ਹੈ, ਸਾਰੇ ਸਰੀਰ ਨਾਲ ਜੁੜਦੀ ਹੈ। ਉਹ ਜੁੜ ਕੇ ਬਾਅਦ ਦੇ ਵਿੱਚ ਸਾਰੇ ਸੰਸਾਰ ਨਾਲ ਜੁੜਦੀ ਹੈ। ਜੋਗੀ ਕਹਿੰਦਾ ਵੀ ਤਿਰਕੁਟੀ ਤਾਂ ਆ ਗਈ ਸੁਰਤ, ਚਾਹੇ ਹੁਣ ਬਾਹਰ ਨਾ ਜਾ, ਸਰੀਰ ਸੰਸਾਰ ਨਾਲ ਨਾ ਜੁੜ। ਫਿਰ ਬ੍ਰੇਨ ਨਾਲੇ ਕਿਉਂ ਜੁੜੇ? ਬ੍ਰੇਨ ਨਾਲ ਜੁੜ ਗਈ, ਸਰੀਰ ਨਾਲ ਜੁੜ ਗਈ ਆ ਕੇ। ਬ੍ਰੇਨ ਨਾਲ ਜੁੜ ਗਈ, ਸਰੀਰ ਨਾਲ ਜੁੜ ਗਈ ਆ ਕੇ ਸੁਰਤ। ਫਿਰ ਕਹਿੰਦਾ ਬਾਹਰ ਫਿਰ ਕਿਵੇਂ ਰੁਕ ਜੂ? ਬ੍ਰੇਨ ਤੱਕੇ ਕਿਉਂ ਆਵੇ? ਕਬੀਰ ਇਹ ਕਹਿੰਦਾ ਬ੍ਰੇਨ ਸੁੱਤੇ ਪਏ ਦੀ ਬ੍ਰੇਨ ਤੱਕ ਨਹੀਂ ਨਾ ਹੁੰਦੀ। ਜੁੜਿਆ ਹੈ ਜਿਹਨਾਂ ਸਰੀਰ ਨਾਲ ਜੁੜਿਆ ਹੈ ਨਾ। ਜੇ ਸਰੀਰ ਨਾਲ ਜੁੜਿਆ ਹੋਇਆ ਤਾਂ ਮਾਇਆ ਨਾਲ ਜੁੜਿਆ ਹੋਇਆ ਹੈ, ਸੰਸਾਰ ਨਾਲ ਜੁੜਿਆ ਹੋਇਆ, ਫਿਰ ਨਹੀਂ ਰੁਕ ਸਕਦਾ। ਸਰੀਰ ਨਾਲੇ ਨਾ ਜੁੜੇ, ਜੀਵਨ ਮੁਕਤ ਅਵਸਥਾ ਉਹ ਹੈ। ਤਾਂ ਉਹ ਕਹਿੰਦਾ ਕਬੀਰ ਮੂਲ ਦੁਆਰੇ ਬਾਂਧਿਆ ਬੰਦ। ਉਹ ਜਦ ਇੱਥੋਂ ਸੁਰਤ ਉੱਠੀ ਸੀ, ਇੱਥੇ ਹੀ ਪੱਥਰ ਪੱਛਮ ਦੁਆਰੇ ਕਿਸੇ ਲੋੜ। ਤੂੰ ਬ੍ਰੇਨ ਵੱਲ ਦਾ ਰਸਤਾ ਹੀ ਬੰਦ ਕਰ ਦੇਦਾ ਜਾਣ ਦਾ, ਤਿਰਕੁਟੀ ਵੱਲ ਦਾ ਰਾਹ ਬੰਦ ਕਰ। ਜਾਗਦੀ ਤਿਰਕੁਟੀ ਵੱਲ ਚਲੀ ਜਾਂਦੀ ਹੈ ਸੁਰ, ਜਾਗਦੀ ਸਾਰ ਤਿਰਕੁਟ ਕੜਕ ਦੇ ਕੇ ਜਾ ਕੇ ਜਾਂਦੀ ਉਹ ਬ੍ਰੇਨ 'ਚ ਸੁਰਤ। ਜਾਗਦੀ ਸਾਰੇ ਸੁੱਤਾ ਪਿਆ ਹੋਵੇ ਆਦਮੀ, ਜਾਂਦੀ ਉਹ ਬ੍ਰੇਨ 'ਚ ਇੱਕਦਮ। ਉੱਥੇ ਨਾ ਜਾਵੇ, ਜਾਵੇ ਹੀ ਨਾ ਉੱਥੇ। ਫਿਰ ਪੋਸੀਬਲ ਹੈ ਸੰਸਾਰ ਨੂੰ ਛੱਡਣਾ, ਵਰਨਾ ਪੋਸੀਬਲ ਨਹੀਂ। ਇਸ ਕਰਕੇ ਉਹਨਾਂ ਦੀ ਸਮਾਧੀ ਨਹੀਂ ਲੱਗੀ। ਸਮਾਧੀ ਲੱਗਦੀ ਕਿਵੇਂ? ਸਮਾਧੀ ਗਿਆਨ ਨਾਲ ਲੱਗਦੀ ਹੈ। ਸਮਾਧੀ ਗਿਆਨ ਕਾ ਬੰਦਾ ਜਦ ਮਨ ਨੂੰ ਗਿਆਨ ਨੇ ਰੋਕ ਦਿੱਤਾ ਵੀ ਜਾਣਾ ਨਹੀਂ ਤਿਰਕੁੜੀ 'ਚ,
ਸਮਾਧੀ ਸਹਿਜ ਸਮਾਧ। ਸੁਪਨਾ ਕਦ ਦੇਖਦਾ? ਜੇ ਸੁੱਤਾ ਹੋਇਆ ਸੁਪਨਾ ਦੇਖੂਗਾ। ਸੁੱਤੇ ਨੂੰ ਤੁਸੀਂ ਸੁਪਨਾ ਕਿਵੇਂ ਬੰਦ ਕਰ ਦੋਗੇ? ਜਗਾ ਦਿਓ, ਆਪੇ ਸੁਪਨਾ ਬੰਦ ਹੋ ਜੂ। ਗੱਲ ਸੁਪਨਾ ਬੰਦ ਕਰਨ ਦੀ ਨਹੀਂ ਕਹਿੰਦੀ ਗੁਰਬਾਣੀ। ਜੋਗੀ ਕਹਿੰਦੇ ਨੇ ਸੁਪਨਾ ਬੰਦ ਕਰੋ ਸੁੱਤੇ ਪਏ ਦਾ। ਗੁਰਬਾਣੀ ਕਹਿੰਦੀ ਹੈ ਸੁਪਨਾ ਚੱਲਣ ਦਿਓ, ਜਗਾ ਦਿਓ। ਦੋ ਗੱਲਾਂ 'ਚ ਫਰਕ ਹੈ। ਸੁਪਨੇ ਦੀ ਪਰਵਾਹ ਨਾ ਕਰੋ, ਚੱਲਣ ਦਿਓ ਇਹਨੂੰ, ਉਹਨੂੰ ਜਗਾ ਦਿਓ, ਸੁਪਨਾ ਆਪੇ ਬੰਦ ਹੋ ਜੂ। ਉਹ ਕਹਿੰਦੇ ਨੇ ਸੁੱਤਾ ਰਹਿਣ ਦਿਓ, ਸੁਪਨਾ ਬੰਦ ਕਰੋ। ਸੁੱਤੇ ਪਏ ਦਾ ਤੁਹਾਡਾ ਸੰਪਰਕ ਨਹੀਂ ਹੈਗਾ, ਸੁਪਨਾ ਕਿਵੇਂ ਬੰਦ ਕਰੋਗੇ? ਸੰਪਰਕ ਜਾ ਹੋਣਾ ਤਾਂ ਜਾਗ ਪੈਣਾ ਉਹਨੇ। ਜਦ ਸੰਪਰਕ ਹੋਊਗਾ ਤਾਂ ਜਾਗ ਪੈਣਾ। ਜੋਗੀ ਸਮਾਧੀ ਲਾਉਂਦੇ ਨੇ ਸੁਣ ਸੁੱਤੇ ਪਏ ਦੀ, ਬਿਨਾਂ ਗਿਆਨ ਤੋਂ। ਗੁਰਬਾਣੀ ਸਮਾਧੀ ਲਾਉਂਦੀ ਹੈ ਜਗਾ ਕੇ, ਸਹਿਜ ਗਿਆਨ ਨਾਲ। ਗਿਆਨ ਹੱਲ ਹੈ, ਅਗਿਆਨਤਾ ਹੱਲ ਨਹੀਂ ਹੈ। ਜੋਗੀਆਂ ਦੀ ਸਾਰੀ ਵਿਚਾਰਧਾਰਾ ਅਗਿਆਨਤਾ 'ਚ ਹੈ। ਸੰਸਾਰ ਦੀਆਂ ਸਾਰੀਆਂ ਵਿਚਾਰਧਾਰਾ ਅਗਿਆਨਤਾ ਫੈਲਾਉਂਦੀਆਂ ਨੇ। ਗੁਰਮਤਿ ਤੋਂ ਬਿਨਾਂ ਸਾਰੀਆਂ ਵਿਚਾਰਧਾਰਾ ਅਗਿਆਨਤਾ ਫੈਲਾਉਂਦੀਆਂ ਨੇ। ਫਰੀਦ ਦੀ ਵੀ ਅਗਿਆਨਤਾ ਫਰੀਦ ਨਾਲ ਵੀ ਐਵੇਂ ਹੋਈ ਹੈ। ਫਰੀਦ ਨਾਲ ਵੀ ਬੁਰੀ ਹੋਈ ਲੱਗਦੀ ਹੈ। ਕਹਿੰਦਾ ਨਾ ਫਰੀਦ ਆਪਣੀ ਹੱਡ ਬੀਤੀ ਦੱਸਦਾ ਕਬੀਰ ਨੂੰ, ਫਰੀਦਾ ਜੇ ਤੂੰ ਅਕਲ ਲਤੀਫ। ਕਹਿ ਤਾਂ ਕਿਸੇ ਹੋਰ ਨੂੰ ਰਿਹਾ, ਆਪਣੇ ਆਪ ਨੂੰ ਕਹਿ ਕੇ ਸੰਸਾਰ ਨੂੰ ਕਹੀਦਾ ਨਾ। ਆਪਣੇ ਮਨ ਨੂੰ ਕਹੀਏ ਸਾਰੇ ਸੰਸਾਰ ਨੂੰ ਆ ਗਈ ਗੱਲ। ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਕਹਿਣਾ ਮੈਂ ਬੜਾ ਅਕਲ ਵਾਲਾ ਸਿਆਣਾ। ਕਾਲੇ ਲਿਖਣਾ ਲੇਖ, ਲੋਕਾਂ ਨਾਲ ਅੰਦਰ ਕਾਲਾ ਕਾਹਦੇ ਕਰ ਰਹੇ? ਅਗਿਆਨਤਾ ਕਿਉਂ ਫੈਲਾ ਰਹੇ? ਚਾਨਣ ਕਰ, ਚਿੱਟੇ ਲੇਖ ਲਿਖ ਜੇ ਲਿਖਣੇ ਨੇ, ਕਾਲੇ ਲਿਖੀ ਜਾਂਦੇ। ਚੰਗਾ ਭਲਾ ਚਿੱਟਾ ਕਾਗਜ਼ ਕਾਲਾ ਕਰਕੇ ਰੱਖਦਾ। ਜਦ ਜੰਮਿਆ ਸੀਗਾ ਬੱਚਾ, ਜਦ ਤੱਕ ਚਿੱਟਾ ਸੀ, ਕੋਰਾ ਕਾਗਜ਼ ਸੀ, ਤੂੰ ਕਾਲਾ ਕਰਤਾ ਇਹਨੂੰ। ਨਾ ਲਿਖਦਾ ਚੰਗਾ ਸੀ ਇਹ, ਫਿਰ ਕਿਸੇ ਨੂੰ ਚਿੱਟਾ ਕਰਨਾ ਪਊਗਾ। ਇਹ ਕਾਲੇ ਲਿਖਣਾ ਲੇਖ। ਆਪਣੇ ਗੁਰਬਾਨ ਮੈਂ ਸਿਰ ਨੀਵਾਂ ਕਰਦੇ, ਕਹਿੰਦਾ ਦੇਖ ਤਾਂ ਤੂੰ ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ। ਆਪਣੇ ਅੰਦਰ ਝਾਕ ਕੇ ਦੇਖ, ਕਿਤੇ ਇਹੀ ਕੰਮ ਤਾਂ ਨਹੀਂ ਕਰ ਰਿਹਾ। ਜੇ ਇਹ ਕੰਮ ਕਰ ਰਿਹਾ ਇਹ ਨਾ ਕਰ, ਚੁੱਪ ਰਹਿ। ਫਿਰ ਕਾਲੇ ਨਾ ਲੇਖ ਲਿਖ, ਨਾ ਲਿਖ। ਤੂੰ ਨਾ ਇਹ ਜੇ ਧਰਮ ਦਾ ਗਿਆਨ ਕਰਾ, ਚੁੱਪ ਹੋ ਜਾ। ਕਾਲੇ ਲੇਖ ਲਿਖਣਾ ਨਾ ਲਿਖਣੇ ਚੰਗੇ ਨੇ। ਗਲਤ ਪ੍ਰਚਾਰ ਕਰਨਾ, ਨਾ ਪ੍ਰਚਾਰ ਕਰਨਾ ਚੰਗਾ ਹੈ। ਇਹ ਗੱਲ ਤਾਂ ਸਿੱਖਾਂ ਨੇ ਵੀ ਨਹੀਂ ਸਮਝੀ ਹੈ। ਸਾਨੂੰ ਤਾਂ ਹਦਾਇਤ ਸੀ ਨਾ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੇ ਅਵਰ ਰਝਾਵੇ। ਉਹਨਾਂ ਦਾ ਹਦਾਇਤ ਹੈ ਨਹੀਂ ਇਹ। ਸਾਡੇ ਦਾ ਹਦਾਇਤ ਹੈ। ਹਦਾਇਤਾਂ ਜਿੰਨੀਆਂ ਸੀਆਂ ਨਹੀਂ ਮੰਨੀਆਂ, ਨਹੀਂ ਸਮਝੀਆਂ, ਧਿਆਨ ਨਹੀਂ ਦਿੱਤਾ ਹਦਾਇਤਾਂ ਵੱਲ ਸਿੱਖਾਂ ਨੇ। ਉਸ ਖੱਡੇ ਡਿੱਪੇ ਜਿਹਨੂੰ ਇਹ ਖੱਡਾ ਸਮਝਦੇ ਹੀ ਨਹੀਂ। ਜਿਹਨੂੰ ਖੱਡਾ ਨਹੀਂ ਸਮਝਦੇ, ਇਹ ਵਿਚੇਰਾ ਨਹੀਂ ਸਮਝਦੇ, ਇਹ ਤਾਂ ਬਾਗ ਸਮਝਦੇ ਨੇ। ਉੱਥੇ ਤਾਂ ਰਾਜ ਚਾਹੁੰਦੇ ਨੇ, ਉਸ ਖੱਡੇ ਦਾ ਰਾਜ ਚਾਹੁੰਦੇ ਨੇ ਵੀ ਇਹ ਖੱਡੇ 'ਚ ਰਾਜ ਕਰੀਏ। ਹੁਣ ਖੱਡੇ 'ਚ ਦੇ ਗਏ, ਖੱਡੇ 'ਚ ਰਾਜ ਕਰਨਾ ਚਾਹੁੰਦੇ ਨੇ। ਬਾਹਰ ਨਿਕਲਣ ਦੀ ਗੱਲ ਛੱਡੋ ਤੁਸੀਂ, ਬਾਹਰ ਤਾਂ ਸਦਾਈਆਂ ਦਾ ਕੰਮ ਹੈ ਨਿਕਲਣਾ। ਇਕੱਲੇ ਰਹਿ ਜਾਂਦੇ ਜਿਹੜੇ ਬਾਹਰ ਨਿਕਲਦੇ ਨੇ, ਤਾਂ ਨਹੀਂ ਇਹ ਇਕੱਠੇ ਚੱਲਣਗੇ। ਹੁਣ ਸਭ ਨੂੰ ਨਾਲ ਲੈ ਕੇ ਚੱਲੀਦਾ ਹੁੰਦਾ। ਟੋੜਾ ਇਹ ਕਹਿੰਦਾ ਹੁੰਦਾ ਤਾਂ ਕਹਿੰਦਾ ਸਭ ਨੂੰ ਨਾਲ ਲੈ ਕੇ ਚੱਲਣਾ। ਉਹ ਤਾਂ ਫਿਰ ਨਰਕ 'ਚ ਚੱਲ ਸਕਦਾ ਤੁਸੀਂ, ਉੱਥੇ ਤਾਂ ਇਕੱਲਾ ਇਕੱਲਾ ਹੀ ਜਾਂਦਾ। ਦੁਆਪਰ ਰਥ ਤਪੇਗਾ, ਸਤ ਅੱਗੇ ਰਥਵਾ। ਦੁਆਪਰ ਰਥ ਤਪੇਗਾ। ਦੁਆਪਰ ਦੇ ਰਥ ਦੇ ਵਿੱਚ ਦੁਆਪਰ ਕੀ ਹੈ? ਤਪ, ਧਿਆਨ। ਤਪ ਦਾ ਮਤਲਬ ਧਿਆਨ, ਧਿਆਨ ਜੋੜ ਕੇ। ਤਪ ਧਿਆਨ ਮਾਇਆ ਦੇ ਵਿੱਚ ਹੈ। ਤਪ ਦਾ ਹਮੇਸ਼ਾ ਜਿਹੜਾ ਤਪ ਹੈ ਨਾ,
वो ध्यान माया च है। क्या जप क्या तप क्या व्रत पूजा, जाके हृदय भाव है दूजा। ये दूजा भाव है, शरीर लेना है, माया लेनी है, माया ना जुड़ गया। हुण एक स्यापा भी खड़ा हो गया जे शरीर लै गया। हुण इहनूं मैं शरीर हाँ यही पता है, मैं शरीर तो वखरा ये पता ही नहीं। पहलां तो हुण इहनूं ये समझाउणा पैਣਾ, अपने आप नूं शरीर ही मनदा बदंदर। हुण ਦੁਆਪਰ ਤੋਂ ਪਹਿਲਾਂ ਦਾ ਪਤਾ ਸੀ ਤ੍ਰੇਤੇ 'ਚ ਮੈਂ ਸਰੀਰ ਤੋਂ ਵੱਖਰਾ, ਹੁਣ ਇਹਨੂੰ ਪਤਾ ਹੀ ਨਹੀਂ ਹੈ ਵੀ ਸਰੀਰ ਤੋਂ ਵੱਖਰਾ ਹੈਗਾ ਮੈਂ। ਉਲਟਾ ਹੋ ਗਿਆ ਨਾ ਤਪ। ਇਹ ਉਲਟਾ ਤਪ ਹੈ, ਉਰਧ ਤਪ। ਇਹਨੂੰ ਉਰਧ ਤਪ ਤਾਂ ਹੀ ਕਿਹਾ। ਇਹ ਉਰਧ ਤਪ ਕਰ ਲਿਆ, ਪੁੱਠਾ ਤਪ ਕਰ ਲਿਆ, ਇਹਦਾ ਨੁਕਸਾਨ ਇਹ ਹੋਇਆ ਹੁਣ ਇਹ ਮਾਇਆ ਹੀ ਸਮਝਦਾ ਆਪਣੇ ਆਪ ਨੂੰ, ਸਰੀਰ ਇਹ ਸਮਝਦਾ। ਉਰਧ ਤਪ ਕਰਤਾ ਸਾਥ ਸਾਥ ਸਿਮਰਤ ਪ੍ਰਭ, ਉਹ ਸਿਮਰਤ ਦਾ ਪ੍ਰਭ ਨੂੰ ਹੀ ਰਿਹਾ, ਸਾਥ ਸਾਥ ਜੁੜਿਆ ਤਾਂ ਉਹਦੇ ਨਾਲ ਹੀ ਰਿਹਾ, ਪਰ ਤਪ ਪੁੱਠਾ ਕਰਦਾ ਸੀ। ਕਿਉਂ? ਕ੍ਰਿਸ਼ਨ ਮੁਰਾਰ ਸੀ ਨਾ ਉੱਥੇ ਦਾ ਅਵਤਾਰ ਕਾਲਾ। द्वापर रथ तपे का सत अगे रथवा। ਹਾਂ, ਪਰ ਰਥਵਾ ਜਿਹੜਾ ਹੈਗਾ ਉਹ ਸੱਤ ਹੀ ਹੈ। ਉੱਥੇ ਜੋੜ ਇਹਨੂੰ ਸੱਤ ਰਿਹਾ ਹੈ ਉਹਦੇ ਵਿੱਚ। ਦੁਆਪਰ ਹੁਕਮ ਦੇ ਬਿਨਾਂ ਨਹੀਂ ਜੁੜ ਸਕਦਾ, ਮਾਇਆ ਨਾਲ ਹੁਕਮ ਦੇ ਬਿਨਾਂ ਕਿਵੇਂ ਜੁੜ ਜੂਗਾ? ਕੋਈ ਜੋੜ ਕੇ ਦਿਖਾਓ। ਹੁਕਮ ਦੇ ਬਿਨਾਂ ਨਹੀਂ ਜੁੜ ਸਕਦਾ ਮਾਇਆ ਨਾਲ। ਸੱਟ ਇਹੋ ਜਿਹਾ ਸੱਟ ਕੋਈ ਲਾ ਕੇ ਦਿਖਾਵੇ। ਜੇ ਸੱਤ ਰਥਵਾ ਨਾ ਹੁੰਦਾ ਫਿਰ ਤਾਂ ਡਾਕਟਰ ਬਣਾ ਦਿੰਦੇ ਸਰੀਰ, ਫਿਰ ਤਾਂ ਆਤਮਾ ਨੂੰ ਫੜ ਕੇ ਫਿਰ ਜੋੜ ਦਿਆ ਕਰਦੇ। ਇਹ ਤਾਂ ਆਪੇ ਜੋੜਿਆ, ਸੱਚ ਨਹੀਂ। ਇਹ ਕਰਾਮਾਤ ਉਹਦੇ 'ਚ ਹੈ। ਜੰਮਣ ਮਰਨਾ हुक्म है, ਹੁਕਮ ਹੈ। ਇਹ ਤਾਂ ਉਹਦੇ ਭਾਣੇ ਨਾਲ ਜੁੜਿਆ। ਭਾਣੇ ਦੇ ਬਿਨਾਂ ਨਹੀਂ ਜੁੜ ਸਕਦਾ ਮਾਇਆ ਨਾਲ। ਇੱਥੇ ਭਾਣੇ ਨਾਲ ਜੁੜਿਆ, ਪਰ ਭਾਣੇ ਨੇ ਇਹਨੂੰ ਮਾਇਆ ਨਾਲ ਜੋੜਿਆ। ਮਾਇਆ ਨਾਲ ਜੋੜਿਆ ਅਸਲ 'ਚ ਗਿਆਨ ਪੂਰਾ ਕਰਨ ਵਾਸਤੇ। ਇਹ ਸਰੀਰ ਤੱਕ ਸਾਧਨ ਦਿੱਤਾ ਇਹਨੂੰ। ਇਹ ਸਾਧਨ ਤੋਂ ਬਿਨਾਂ ਇਹਦਾ ਘਾਟਾ ਜੋ ਪਿਆ ਪੂਰਾ ਹੋ ਨਹੀਂ ਸਕਦਾ। ਮਨ ਸਮਝਾਇਆ ਨਹੀਂ ਜਾ ਸਕਦਾ। ਬਸ ਹੋਰ ਕੁਛ ਨਹੀਂ ਹੈ। ਸਰੀਰ ਇੱਕ ਸਾਧਨ। ਜੇ ਤਾਂ ਇਹਨੂੰ ਸਾਧਨ ਮੰਨਿਆ ਫਿਰ ਤਾਂ ਠੀਕ ਹੈ। ਜੇ ਕੁਛ ਹੋਰ ਮੰਨ ਲਿਆ, ਸਾਧਨ ਦੀ ਬਜਾਏ ਇਹਨੂੰ ਕੁਛ ਹੋਰ ਮੰਨ ਲਿਆ। ਜਿਵੇਂ ਕਿਸ਼ਤੀ ਸਾਡੇ ਕੋਲ ਇੱਕ ਸਾਧਨ, ਦਰਿਆ ਪਾਰ ਕਰਨਾ ਅਸੀਂ। ਜੇ ਦਰਿਆ ਦਾ ਪਾਰ ਕਰੀਏ ਨਾ, ਕਿਸ਼ਤੀ ਨੂੰ ਤੇਲ ਲਾਈ ਜਾਈਏ, ਉਰੇ ਹੀ ਖੜੇ। ਉਹਦੇ ਕੰਮ ਨਹੀਂ ਅਸੀਂ ਲਿਆ ਕਿਸ਼ਤੀ ਤੇ। ਜਿਹੜੇ ਕੰਮ ਵਾਸਤੇ ਕਿਸ਼ਤੀ ਸੀ ਅਸੀਂ ਲਈ, ਉਹ ਕੰਮ ਲੈਣਾ ਸਾਧਨ ਹੈ ਸਰੀਰ। ਸਰੀਰ ਮੈਂ ਨਹੀਂ ਹੈਗਾ। ਹੁਣ ਜੇ ਸਰੀਰ ਹੈ ਮੈਂ ਹੋ ਗਿਆ, ਸਾਧਨ ਤਾਂ ਨਾ ਰਿਹਾ ਨਾ। ਸਰੀਰ ਇੱਕ ਸਾਡੇ ਕੋਲ ਸਾਧਨ ਬਸ। ਜਿਨ੍ਹਾਂ ਦਾ ਸਾਧਨ ਹੈ ਸਰੀਰ, ਉਹ ਤੋਂ ਕੰਮ ਲੈ ਲੈਣਗੇ। ਜਿਨ੍ਹਾਂ ਦਾ ਸਾਧਨ ਨਹੀਂ ਹੈ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਰਨਾ। कालयुग रथ अग्नि का। ਉਹ ਫਿਰ ਸਰੀਰ ਦੀ ਸੇਵਾ 'ਚ ਲੱਗੇ ਰਹਿਣਗੇ। कालयुग रथ अग्नि का, कूड़ अगे रथवा। ਹੁਣ ਆ ਗਿਆ ਕਲਯੁਗ, ਜਨਮ ਲੈ ਕੇ ਬਾਹਰ ਆ ਗਿਆ। ਇੱਥੇ ਕੀ ਹੈ? ਰਥ ਅਗਨ ਕਾ ਰਥ ਹੈ। ਸਰੀਰ ਦੀ ਵੀ ਭੁੱਖ ਹੈ ਸਾਡੇ ਕੋਲ, ਮਨ ਵੀ ਜਿਹੜਾ ਚਿੱਤ ਵਿੱਚ ਵੀ ਭੁੱਖ ਹੈ ਸਾਡੇ ਕੋਲ। ਚਿੱਤ ਵੀ ਬੇਚੈਨ ਹੈ, ਉਹਨੂੰ ਵੀ ਘਾਟਾ ਪਿਆ ਹੋਇਆ। ਮਨ ਵੀ ਬੇਚੈਨ, ਮਨ ਵਿੱਚ ਸਰੀਰ ਬੇਚੈਨ ਮਨ ਨੂੰ ਕਰਦਾ। ਸਰੀਰ ਦੋ ਭੁੱਖਾਂ ਨੇ ਇੱਥੇ ਅੱਡ। ਦੋਏ ਭੁੱਖਾਂ ਤ੍ਰਿਪਤ ਹੋਣੀਆਂ ਨੇ। ਸਰੀਰ ਦੀ ਭੁੱਖ ਤਾਂ ਪਰਮੇਸ਼ਰ ਨੇ ਤ੍ਰਿਪਤ ਕਰਨੀ ਹੈ, ਜਿਹਨੇ ਦਿੱਤਾ, ਜਿਹਨੇ ਰਸ ਦਿੱਤਾ ਹੈ। ਸੱਤ ਅੱਗੇ ਰਸਵਾ ਹੈ। ਹੁਣ ਵੀ ਸੱਤ ਅੱਗੇ ਰਸਵਾ ਹੈ ਦੇ। ਇਹ ਤਾਂ ਸੱਤੇ ਰਸਵਾ ਬੰਨੇ, ਹੁਣ ਵੀ ਸੱਤੇ ਰਸਵਾ ਹੈ। ਕਾਲਯੁਗ ਰਥ ਅਗਨ ਕਾ, कलयुग रथ अग्नि का, कूड़ अगे रथवा। ਪਰ ਇਹਨੇ ਕੂੜ ਰਥਵਾ ਬਣਾ ਲਿਆ। ਕਿਉਂ? ਆ ਸਰੀਰ ਕੂੜ ਹੈ ਨਾ।
ਬਣਾ ਲਿਆ। ਜਿੱਥੇ ਕਲਯੁਗ ਹੈ ਇਹ ਐਂ ਕਰਨਾ। ਹੁਣ ਇੱਥੇ ਦੋ ਯੁੱਗ ਨੇ, ਦੋ ਯੁੱਗ ਨੇ, ਇੱਥੇ ਇੱਕ ਨਹੀਂ ਹੈ ਯੁੱਗ। ਜੇ ਤਾਂ ਕਲਯੁਗ ਹੈ ਸਾਡੇ ਅੰਦਰ ਰਥ, ਫਿਰ ਤਾਂ ਭੇਡ ਦੀ ਅੱਗ ਦਾ ਹੀ ਰਥ ਹੈ। ਫਿਰ ਤਾਂ ਸਰੀਰ ਹੈ, ਮਾਇਆ ਜਿਹੜੀ ਹੈ ਸਭ ਅਗਨ ਹੈ, ਮਾਇਆ ਅਗਨ ਸਭ ਇੱਕੋ ਜਿਹੀ। ਜੇ ਮਾਇਆ ਦੀ ਭੁੱਖ ਹੈ ਫਿਰ ਤਾਂ ਅਗਨ ਦਾ ਹੀ ਰਥ ਹੈ। ਮਾਇਆ ਦੀ ਭੁੱਖ ਹੈ ਫਿਰ ਤਾਂ ਸਾਰੇ ਹਥਿਆਰ ਅਗਨ ਦੇ ਹੀ ਨੇ। ਜਿਹੜੇ ਹਥਿਆਰ ਬਣਾਉਂਦੇ ਨੇ, ਫੌਜਾਂ ਇਕੱਠੀਆਂ ਕਰਦੇ ਨੇ, ਕ੍ਰੋਧ ਵੀ ਅਗਨ ਹੈ, ਫਿਰ ਸਭ ਅਗਨ ਹੀ ਅਗਨ। ਬੈਰ ਵਿਰੋਧ ਵੀ ਅਗਨ। ਜੇ ਇੱਥੇ ਕਿਤੇ ਦੋ ਰੇ ਨਾ, ਇੱਕ ਚਿੱਤ ਹੈ ਇੱਕ ਮਨ ਹੈ। ਰਥਵਾ ਤਾਂ ਬਣਾ ਲਿਆ ਮਨ ਨੂੰ, ਕੂੜ ਨੂੰ, ਝੂਠ ਨੂੰ। ਝੂਠ ਸੰਸਾਰ 'ਚ ਜ਼ਿਆਦਾ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਅੰਤਰਾਤਮਾ ਨੂੰ ਵਸਾਰਤਾ, ਕੂੜ ਪ੍ਰਧਾਨ ਹੋ ਗਿਆ। ਕੂੜ ਫਿਰੇ ਪ੍ਰਧਾਨ। ਸੱਚ ਹੈ, ਸੱਚ ਪਿੱਛੇ ਰਹਿ ਗਿਆ। ਸੱਚ ਨੂੰ ਪਿੱਛੇ ਛੱਡਤਾ। ਸੱਚ ਮਾਇਆ 'ਚ ਨਹੀਂ ਨਾ ਲਿਪਤ ਹੁੰਦਾ। ਉਹ ਮਾਇਆ 'ਚ ਲਿਪਤ ਹੋ ਨਹੀਂ ਸਕਦਾ। ਤੇ ਜਿਹੜੇ ਮਾਇਆ 'ਚ ਲਿਪਤ ਨੇ ਉਹ ਪ੍ਰਧਾਨ ਬਣ ਗਏ। ਰਥ ਅਗਨ ਦਾ ਬਣ ਗਿਆ। ਜੇ ਸਤਯੁਗ ਹੋ ਜਾਵੇ ਫਿਰ ਗੱਲ ਉਲਟ ਜਾਂਦੀ। ਜਿਨ੍ਹਾਂ ਦੇ ਅੰਦਰ ਸਤਯੁਗ ਆਊਗਾ ਫਿਰ ਉਹਨਾਂ ਦੇ ਸੱਤ ਅੱਗੇ ਰਤਬਾ, ਹੁਕਮ ਅੱਗੇ ਰਤਬਾ ਹੋ ਜੂ। ਉਹੀ ਦੁਆਪਰ ਵਾਲਾ ਜੂਗਾ ਰਥਾ। ਦੁਆਪਰ ਦੇ ਵਿੱਚ ਹੀ ਰਥਵਾ ਸੱਤ ਅੱਗੇ ਰਥਵਾ। ਹਾਂ, ਦੁਆਪਰ ਵਾਲਾ ਹੀ ਰਥਵਾ ਬਣਾਓਗੇ ਤਾਂ ਅੱਗੇ ਚਲੇ ਜਾਓਗੇ। ਜੇ ਕੂੜ ਰਥਵਾ ਹੋ ਗਿਆ ਇੱਥੇ ਡੁੱਬ ਜਾਓਗੇ। ਹੁਣ ਵਿਸਰ ਗਿਆ ਨਾ ਕੀ ਹੋਇਆ। ਜਦ ਹੋਇਆ ਜਨਮ, ਜਿਆਦੇ ਗੱਲ ਹੋ। ਜਦ ਗਰਭ ਤੋਂ ਬਾਹਰ, ਵਿੱਚੋਂ ਗਰਭੇ ਨਿਕਲ, ਵਿੱਚੋਂ ਗਰਭੇ ਨਿਕਲੇ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਆ ਹੋ ਗਿਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਆ ਹੋ ਗਿਆ। ਇਸ ਕਰਕੇ ਕੂੜ ਰਸਵਾ ਹੋ ਗਿਆ। ਹੁਣ ਸਾਰਿਆਂ ਦੇ ਕੂੜ ਰਸਵਾ ਹੋਇਆ ਹੋਇਆ। ਸਿਰਫ ਉਹਦੇ ਨਹੀਂ ਹੁੰਦਾ ਕੂੜ ਰਸਵਾ ਜਿਹਨੂੰ ਜਪਦੇ ਨੂੰ ਕੋਈ ਦੂਜੀ ਗੁਰਤੀ ਮਿਲ ਜਵੇ। ਜਿਵੇਂ ਪ੍ਰਹਲਾਦ ਨੂੰ ਨਾਰਦ ਮਿਲ ਗਿਆ। ਗੁਰੂ ਘਰ 'ਚ ਛੋਟੇ ਜਿਹੜੇ ਸੀ, ਗੁਰੂ ਘਰ ਦੀ ਪੜ੍ਹਾਈ ਹੋਏ ਸੀ, ਬੋਲੀ ਹੋਏ ਸੀ। 8ਵੇਂ ਪਾਤਸ਼ਾਹ ਛੋਟੀ ਉਮਰ 'ਚ, ਕਿਉਂਕਿ ਉਹ ਦੂਈ ਪੜ੍ਹਾਈ ਮਿਲੀ ਨਹੀਂ ਉਹਨਾਂ ਨੂੰ, ਸੁਣੀ ਹੋਣੀ ਹੈ ਪੜ੍ਹਾਈ। ਹੋਏ ਗਿਆਨ ਹੈ ਮਿਲਿਆ ਜੰਮਦਿਆਂ ਨੂੰ। ਉਹਨਾਂ ਦੇ ਅੰਦਰ ਕੂੜ ਰਸਵਾ ਹੋ ਨਹੀਂ ਸਕਦਾ। ਸਤਿਯੁਗ ਰਿਹਾ ਉੱਧਰ ਘਰ 'ਚ। ਜੋ ਸਤਿਯੁਗ ਵਰਤਦਾ ਸੀ, ਘਰ 'ਚ ਸਤਿਯੁਗ ਵਰਤਦਾ ਸੀ ਜਿੱਥੇ, ਉਹ ਜੰਮਦੇ ਹੀ ਸਤਿਯੁਗੀ ਜੀਵ ਹੋ। ਜੰਮਦੇ ਪੜ੍ਹੇ ਨੂੰ ਜੁੜ। ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ। ਜਿਹਨਾਂ ਨੇ ਖਸਮ ਵਿਸਾਰ ਕੇ ਦੁਨੀ ਚਿਤ ਲਾਇਆ, ਉਹਨਾਂ ਦੇ ਕੂੜ ਅੱਗੇ ਰਥਵਾ ਹੈ। ਉਹਨਾਂ ਦੇ ਅਗਨ ਦਾ ਰਥ ਹੈ। ਜਿਨ੍ਹਾਂ ਦੇ ਉਹਦੇ ਨਾਲ ਜੁੜੇ ਰਹਿ ਗਏ, ਉਹਨਾਂ ਦੇ ਅੰਦਰ ਸਤਿਯੁਗ ਹੈ, ਉਹ ਸਤਿਯੁਗੀ ਨੇ। ਦੋ ਕਿਸਮ ਦੇ ਇੱਥੇ ਰਹਿਣੇ ਨੇ। ਇਹ ਸੰਸਾਰ ਦੋ ਯੁੱਗ ਹੁੰਦੇ ਨੇ, ਸਤਿਯੁਗ ਜਾਂ ਕਲਯੁਗ। ਦੋਏ ਆਪਾ ਵਿਰੋਧੀ ਨੇ। ਕਲਯੁਗੀ ਨੇ ਜਿਹੜੇ ਰਾਖਸ਼ ਨੇ, ਸਤਿਯੁਗੀ ਨੇ ਜਿਹੜੇ ਦੇਵਤੇ। ਪਰ ਕਲਯੁਗੀਆਂ ਨੇ ਆਪਣੇ ਆਪ ਨੂੰ ਦੇਵਤੇ ਘੋਸ਼ਿਤ ਕਰਤਾ। ਇਹ ਜਿਹੜਾ ਗਿਆਨ ਹੈ ਨਾ, ਗੁਰਮਤਿ ਦਾ ਹਮੇਸ਼ਾ ਨਹੀਂ ਰਹਿੰਦਾ। ਇਹਦੀ ਗੈਰ ਹਾਜ਼ਰੀ 'ਚ ਆ ਜਿਹੜਾ ਦੂਏ ਨੇ ਸ਼ਾਸਤਰਾਂ ਦੇ ਗਿਆਨ ਵਾਲੇ, ਇਹਦੇ ਵਾਰਸ ਬਣ ਜਾਂਦੇ। ਉੱਤੋਂ ਦਾ ਵੇਦਾਂ ਨੂੰ ਮੰਨਦੇ ਨੇ, ਹੈ ਵੇਦਾਂ ਦੇ ਵਿਰੁੱਧ। ਵੇਦਾਂ ਨੂੰ ਕਹਿੰਦੇ ਵੀ ਨੇ ਵੇਦ ਸਾਡੇ ਨੇ। ਸਾਰੀ ਗੱਲ ਵੇਦਾਂ ਦੇ ਵਿਰੁੱਧ ਕਰਦੇ ਨੇ। ਸਿਮਰਤੀ ਸ਼ਾਸਤਰ ਜਿਹੜੇ ਨੇ ਵੇਦਾਂ ਦੇ ਵਿਰੁੱਧ ਨੇ। ਉਹ ਆਪਣੇ ਆਪ ਨੂੰ ਦੇਵਤੇ ਘੋਸ਼ਿਤ ਕਰ ਦਿੰਦੇ। ਦੇਵਤੇ ਕੀ ਅਵਤਾਰ ਬਣਾਉਂਦੇ ਨੇ, ਉਹ ਪਾਵਰਾਂ ਨੇ ਉਹਨਾਂ ਕੋਲ।
ਜਿਹੜੇ ਉਹਨਾਂ ਦੇ ਗਿਆਨ ਨੂੰ ਨਹੀਂ ਮੰਨਦੇ, ਪਹਿਲਾਂ ਆ ਸੁਣਿਆ ਹੁੰਦਾ ਨਾ ਗਿਆਨ ਉਹਨਾਂ ਦਾ ਗੁਰਮਤਿ ਵਾਲਾ, ਜਿਹੜੇ ਬਾਗੀ ਹੋ ਜਾਂਦੇ ਨੇ ਉਹਨਾਂ ਦਾ ਗਿਆਨ, ਉਹਨਾਂ ਨੂੰ ਉਹ ਰਾਖਸ਼ ਕਹਿੰਦੇ ਨੇ। ਦੋ ਗਰੁੱਪ ਬਣ ਜਾਂਦੇ ਨੇ। ਉਹ ਕੂੜ ਗਿਆਨ ਨੂੰ ਕਹਿੰਦੇ ਨੇ ਮੰਨੋ, ਇਹ ਸੱਚ ਗਿਆਨ ਹੈ। ਕੁਝ ਬੰਦੇ ਕੂੜ ਗਿਆਨ ਨੂੰ ਨਹੀਂ ਮੰਨਦੇ, ਜਿਹੜੇ ਸਮਝਦਾਰ ਨੇ ਨਹੀਂ ਮੰਨਦੇ, ਜਿਹੜੇ ਮੂਰਖ ਨੇ ਮੰਨ ਲੈਂਦੇ ਨੇ। ਜਿਹੜੇ ਤੇ ਮੂਰਖਾਂ ਘੋਰ ਨੇ ਉਹ ਤਾਂ ਲੈਂਦੇ ਨੇ ਮੰਨ, ਜਿਹੜੇ ਸਿਆਣੇ ਹੁੰਦੇ ਨੇ ਉਹ ਨਹੀਂ ਮੰਨਦੇ। ਉਹ ਸਿਆਣਿਆਂ ਨੂੰ ਕਹਿੰਦੇ ਨੇ ਰਾਖਸ਼ ਨੇ, ਸਿਆਣੇ ਹੁੰਦੇ ਨੇ। ਫਿਰ ਫੈਸਲਾ ਕਦ ਹੁੰਦਾ ਇਹਨਾਂ ਦਾ? ਇਹਨਾਂ ਦੀਆਂ ਲੜਾਈਆਂ ਵੀ ਹੁੰਦੀਆਂ ਨੇ। ਉਹ ਚਰਿੱਤਰ, ਚੰਡੀ ਚਰਿੱਤਰ 'ਚ ਇਹੀ ਲੜਾਈ ਦਿਖਾਈ ਹੋਈ ਹੈ ਇਹਨਾਂ ਦੀ। ਉਹ ਆਪਸ ਵਿੱਚ ਹੀ ਫੈਸਲਾ ਜਦ ਹੁੰਦਾ, ਜਦ ਕੋਈ ਸੱਚ ਫੇਰ ਪ੍ਰਗਟ ਹੋ ਜਾਂਦਾ, ਕੋਈ ਫਿਰ ਕਬੀਰ ਵਰਗਾ ਜਨਮ ਲੈ ਲੈਂਦਾ, ਨਾਨਕ ਵਰਗਾ ਜਨਮ ਲੈ ਲੈਂਦਾ, ਫਿਰ ਉਹ ਦੱਸਦਾ ਵੀ ਸੱਚਾ ਹੈ। ਸਭ ਤੋਂ ਪਹਿਲਾਂ ਉਹ ਮੰਨਦੇ ਨੇ ਉਹ ਸੱਚ ਨੂੰ, ਜਿਹੜੇ ਇਹ ਝੂਠ ਨੂੰ ਨਹੀਂ ਮੰਨਦੇ ਹੁੰਦੇ। ਜਿਹੜੇ ਇਹਨਾਂ ਦਾ ਝੂਠ ਨਹੀਂ ਨਾ ਮੰਨਦੇ, ਸਿਮਰਤ ਸ਼ਾਸਤਰਾਂ ਦਾ, ਇਹ ਸੱਚ ਗਿਆਨ ਨੂੰ ਸਭ ਤੋਂ ਪਹਿਲਾਂ ਉਹ ਮੰਨਦੇ ਨੇ। ਜਿਹਨਾਂ ਨੂੰ ਇਹ ਰਾਖਸ਼ ਕਹਿੰਦੇ ਨੇ, ਉਹ ਪਹਿਲਾਂ ਮੰਨਦੇ ਨੇ, ਉਹ ਪਹਿਲਾਂ ਮੰਨਣ ਕਬੂਲ ਕਰਦੇ ਨੇ। ਉਹ ਸਿਰਫ ਇਹ ਕਹਿੰਦੇ ਨੇ ਵੀ ਸਾਨੂੰ ਸਾਬਤ ਕਰ ਦਿਓ, ਅਸੀਂ ਮੰਨ ਲਾਂਗੇ। ਇਹ ਸਾਬਤ ਕਰ ਨਹੀਂ ਸਕਦੇ, ਉਹ ਮੰਨਦੇ ਨਹੀਂ। ਝੂਠ ਨੂੰ ਕਿਵੇਂ ਮੰਨ ਲੈਣ ਬਈ? ਜਦ ਸਾਬਤ ਹੋ ਜਾਂਦਾ ਉਹ ਮੰਨ ਲੈਂਦੇ ਨੇ। ਇਹ ਸਾਬਤ ਹੋਏ ਤੋਂ ਵੀ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਇਹਨਾਂ ਨੇ ਝੂਠੇ ਰੱਬ ਘੜੇ ਹੋਏ ਨੇ, ਉਹਨਾਂ ਨੇ ਝੂਠਾ ਕੋਈ ਘੜਿਆ ਹੀ ਨਹੀਂ ਹੋਇਆ। ਉਹ ਕਹਿੰਦੇ ਰੱਬ ਹੈ ਉਹ ਨਹੀਂ, ਝੂਠਾ ਨਹੀਂ ਘੜਿਆ ਉਹਨਾਂ ਨੇ। ਉਹ ਚੰਗੇ ਤਾਂ ਨੇ, ਝੂਠਾ ਨਹੀਂ ਘੜਿਆ ਉਹਨਾਂ ਨੇ ਰੱਬ ਕੋਈ। ਉਹ ਕਹਿੰਦੇ ਭਾਈ ਸਾਨੂੰ ਤਾਂ ਐਂ ਲੱਗਦਾ ਵੀ ਰੱਬ ਹੈ ਉਹ ਨਹੀਂ। ਕੋਈ ਜਿਹੜਾ ਕਹਿੰਦੇ ਨੇ ਉਹਦਾ ਹੈ ਨਹੀਂ, ਸਾਬਤ ਨਹੀਂ ਹੁੰਦਾ। ਜਿਹੜਾ ਇਹ ਕਹਿੰਦੇ ਨੇ ਰੱਬ ਉਹ ਹੈ ਨਹੀਂ, ਝੂਠੇ ਨੂੰ ਮੰਨਦੇ ਨਹੀਂ, ਸੱਚਾ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ। ਜਦ ਸੱਚਾ ਦੱਸਿਆ ਜਾਂਦਾ ਉਹ ਮੰਨ ਲੈਂਦੇ ਨੇ। ਸੱਚ ਦੇ ਬਿਨਾਂ ਕੁਛ ਨਹੀਂ ਮੰਨਦੇ ਉਹ। ਇਸ ਕਰਕੇ ਇਹ ਉਹਨਾਂ ਨੂੰ ਰਾਖਸ਼ ਕਹਿੰਦੇ ਨੇ। ਗੁਰਬਾਣੀ ਉਹਨਾਂ ਰਾਖਸ਼ਾਂ ਦੇ ਖਿਲਾਫ ਕੁਛ ਨਹੀਂ ਬੋਲ ਰਹੀ। ਸਾਰੀ ਬਾਣੀ 'ਚ ਉਹਨਾਂ ਰਾਖਸ਼ਾਂ ਦੇ ਖਿਲਾਫ ਕੁਛ ਨਹੀਂ ਕਿਹਾ ਹੋਇਆ। ਇਹ ਦੱਸੋ ਕਿੱਥੇ ਕਿਹਾ ਹੋਇਆ? ਆਦਿ ਦੀ ਬਾਣੀ ਦੀ ਗੱਲ ਕਰਦਾ, ਹੁਣ ਮੈਂ ਦਸਮ ਦੀ ਬਾਣੀ ਦੀ ਨਹੀਂ ਗੱਲ ਕਰਦਾ। ਦਸਮ ਦੇ ਵਿੱਚ ਦੋਹਾਂ ਦੀ ਲੜਾਈ ਦਿਖਾਈ ਹੋਈ ਹੈ, ਉਹ ਹੋਰ ਚੀਜ਼ ਹੈ। ਉਹ ਜਾਂ ਗੁਰਮਤਿ ਪ੍ਰਗਟ ਹੁੰਦੀ ਉਹਦੇ ਬਾਅਦ ਦੀ ਗੱਲ ਹੈ। ਦਸਮ ਗ੍ਰੰਥ ਦੇ ਵਿੱਚ ਜੋ ਚੱਡੀ ਦੀ ਵਾਰ ਹੈ, ਜੋ 12 ਨੇ, ਇਹ ਚੱਡੀ ਚਰਿੱਤਰ ਨੇ ਦੋਏ, ਉਹ ਗੱਲ ਹੋਰ ਹੈ। ਉਹ ਗੁਰਮਤਿ ਪ੍ਰਗਟ ਹੋਈ ਤੇ ਬਾਅਦ ਦੀ ਗੱਲ ਹੈ। ਦੋ ਧੜੇ ਨੇ ਉੱਥੇ ਬਣੇ ਹੋਏ। ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਜਿਹੜੇ ਨਹੀਂ ਮੰਨਦੇ ਨਾ, ਉਹਨਾਂ ਬਾਰੇ ਕੁਛ ਨਹੀਂ ਕਿਹਾ। ਜਿਹੜੇ ਪੰਡਤ ਦੀ ਮਗਰ ਲੱਗ ਗਏ, ਕਿ ਆ ਦੂਜੇ ਧਰਮਾਂ ਦੀ ਸੰਤਾਂ ਦੀ ਮਗਰ ਲੱਗ ਗਏ, ਉਹਨਾਂ ਨੂੰ ਮੂਰਖਾਂ ਘੋਰ ਕਿਹਾ ਹੋਇਆ। ਜਿਨ੍ਹਾਂ ਨੇ ਮਗਰ ਲਾਇਆ ਉਹਨਾਂ ਨੂੰ ਚੋਰ ਹਰਾਮ ਖੋਰ ਕਿਹਾ ਹੋਇਆ। ਦੂਜਿਆਂ ਨੂੰ ਕੁਛ ਨਹੀਂ ਕਿਹਾ। ਦੂਜੇ ਝੂਠਾ ਰੱਬ ਨਹੀਂ ਮੰਨ ਰਹੇ, ਨਾ ਮੂਰਖਾਂ ਘੋਰ ਨੇ, ਨਾ ਉਹ ਚੋਰ ਹਰਾਮ ਖੋਰ ਨੇ। ਉਹ ਇਸ ਕੈਟਾਗਰੀ ਤੋਂ ਬਾਹਰ ਨੇ ਰੱਖੇ ਹੋਏ। ਉਹਨਾਂ ਬਾਰੇ ਬਾਣੀ ਚੁੱਪ ਹੈ। ਉਹਨਾਂ ਨੂੰ ਪਤਾ ਹੈ ਵੀ ਉਹਨਾਂ ਵਿਚਾਰਿਆਂ ਨੂੰ ਦੱਸਿਆ ਕਿਸੇ ਨੇ ਨਹੀਂ ਹੈ। ਉਹ ਕੀ ਕਰਨ? ਕਿਉਂ ਮੰਨਣ? ਝੂਠ ਨੂੰ ਮੰਨਿਆ ਨਹੀਂ, ਸ਼ਾਬਾਸ਼ ਹੈ ਉਹਨਾਂ ਦੇ। ਜਿਨ੍ਹਾਂ ਨੇ ਝੂਠ ਨੂੰ ਨਹੀਂ ਮੰਨਿਆ, ਸ਼ਾਬਾਸ਼ ਹੈ ਫਿਰ ਵੀ ਉਹਨਾਂ ਦੇ। ਜਿਹੜੇ ਝੂਠ ਦੇ ਜਾਲ 'ਚ ਫਸ ਕੇ ਮੂਰਖ ਤਾਂ ਉਹ ਨੇ। ਗੁਰਬਾਣੀ ਉਹਨਾਂ ਦੇ ਖਿਲਾਫ ਕੁਛ ਨਹੀਂ ਬੋਲਦੀ। ਗੁਰਬਾਣੀ ਨੂੰ ਪਤਾ ਜਿੱਦਣ ਉਹਨਾਂ ਨੂੰ ਸੱਚ ਦੱਸਿਆ ਉਹਨਾਂ ਨੇ ਪਹਿਲਾਂ ਮੰਨ ਲੈਣਾ। ਇਸ ਕਰਕੇ ਯੁੱਗ ਚਾਰੇ ਜਿਹੜੇ ਨੇ, ਚਾਰੇ ਯੁੱਗ ਕੀ, ਚਾਰ ਪਦਾਰਥ ਵੀ, ਚਾਰੇ ਯੁੱਗ, ਸਭ ਇਹਨਾਂ ਨੇ ਭੱਬਲ ਭੂਸੇ 'ਚ ਪਾਈ ਹੋਈ ਹੈ ਗੱਲ। ਸਰਗੁਣ ਨਿਰਗੁਣ ਸਾਰਿਆਂ ਦਾ ਸੰਸ਼ੋਧਨ ਕਰਦੀ ਹੈ ਗੁਰਬਾਣੀ। ਸੰਸ਼ੋਧਨ, ਸਰਗੁਣ ਨਿਰਗੁਣ ਉਲਟ ਦੱਸੇ ਨੇ ਇਹਨਾਂ ਨੇ। ਚਾਰ ਪਦਾਰਥ ਉਲਟ ਦੱਸੇ ਨੇ। ਉਹ ਜਿਹੜੇ ਖੰਡ ਜਪਜੀ ਸਾਹਿਬ ਦੇ 5 ਦਸਤੇ ਮੂਰਖਾਂ ਨੇ ਚਾਰੇ ਹੁੰਦੇ ਨੇ। ਪੰਜਵੀਂ ਤਾਂ ਕੋਈ ਚੀਜ਼ ਹੀ ਨਹੀਂ ਹੈ। 5 ਤਾਂ ਤੱਤ ਮਾਇਆ ਦੇ ਨੇ। ਫਿਰ ਜਾ ਕੇ 5ਵੇਂ ਨੰਬਰ ਤੋਂ ਮਾਇਆ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਦੇ 4 ਤੱਕ ਹੀ ਹੈ। ਚਾਰੇ ਪਦਾਰਥ ਨੇ। ਚਾਰ ਪਦਾਰਥ ਜੇ ਕੋ ਮੰਗਾ ਸਾਜਣਾ ਕਿਸੇ ਵੱਲ ਲੱਗਾ। ਚਾਰੇ ਪਹਿਰ ਨੇ ਰਹਿਣ ਦੇ। ਚਾਰੇ ਯੁੱਗ ਨੇ ਸਮੇਂ।
ਇਹ ਭੱਬਲ ਭੂਸਾ ਇਹਨਾਂ ਬਾਬਣਾ ਪੰਡਤਾਂ ਦਾ, ਵਿਦਵਾਨਾਂ ਦਾ, ਜਾਂ ਜਿਹੜੀਆਂ ਮਨਮਤੀਏ ਨੇ, ਜਿਨ੍ਹਾਂ ਨੂੰ ਕਹਿੰਦਾ ਕਾਲੇ ਲਿਖਣਾ ਲੇਖ, ਕਾਲੇ ਲੇਖ ਲਿਖਣ ਵਾਲਿਆਂ ਦਾ ਪਾਇਆ ਹੋਇਆ, ਜਿਹੜੇ ਪੁੰਨ ਪਾਪ ਨੂੰ ਮੰਨਦੇ ਨੇ, ਉਹਨਾਂ ਦਾ ਪਾਇਆ ਹੋਇਆ। ਗੁਰਬਾਣੀ ਉਹ ਭੱਬਲ ਭੂਸਾ ਦੂਰ ਕਰ ਰਹੀ ਹੈ, ਹੋਰ ਕੁਛ ਨਹੀਂ।